ਸਤਨਾਮ ਸ੍ਰੀ ਵਾਹਿਗੁਰੂ ਜੀ। ਤੂੰ ਬੇਅੰਤ ਕੋ ਵਿਰਲਾ ਜਾਣ, ਗੁਰ ਪ੍ਰਸਾਦ ਕੋ ਸ਼ਬਦ ਪਛਾਣ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਜਾ ਕਉ ਮੁਸ਼ਕਿਲ ਅਤ ਬਣੈ, ਢੋਈ ਕੋਇ ਨ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਪੇ ਭਜ ਖਲੇ। ਜਾ ਕਉ ਮੁਸ਼ਕਿਲ ਅਤ ਬਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ। ਸਤਿਗੁਰਾਂ ਦੀ ਪਰਮ ਪਵਿੱਤਰ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਜੋ ਇਸ ਵਕਤ ਸ੍ਰੀ ਰਾਗ ਦੇ ਅੰਦਰ ਪਹੁੰਚੀ ਹੋਈ ਹੈ। ਜੋ ਸ੍ਰੀ ਰਾਗ ਵਿੱਚ ਅਸ਼ਟਪਦੀਆਂ ਹਨ, 25 ਅਸ਼ਟਪਦੀਆਂ ਦੀ ਵਿਚਾਰ ਪਹਿਲਾਂ ਹੋ ਚੁੱਕੀ ਹੈ। ਅਗਲੀਆਂ 2 ਅਸ਼ਟਪਦੀਆਂ ਸ੍ਰੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਆਓ ਗੁਰੂ ਕਿਰਪਾ ਸਦਕਾ ਅੱਗੋਂ ਵਿਚਾਰ ਸਰਵਣ ਕਰੀਏ। ਸ੍ਰੀ ਰਾਗ ਮਹੱਲਾ ਪੰਜਵਾ। ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਜੋ ਸ੍ਰੀ ਰਾਗ ਹੈ, ਇਸ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਦੇ ਰਹੇ ਹਨ। ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਮੂਲ ਭਾਵ ਹੈ ਕਿ ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਸਾਹਿਬ ਦਾ ਅਰਥ ਹੈ ਮਾਲਕ, ਮਾਲਕ ਤੋਂ ਭਾਵ ਹੈ ਅਕਾਲ ਪੁਰਖ ਵਾਹਿਗੁਰੂ। ਜੋ ਨਿਤਾਣੇ ਹਨ ਉਹਨਾਂ ਦਾ ਉਹ ਤਾਣ ਬਲ ਰੂਪ ਹੈ। ਨਿਤਾਣਾ ਹੁੰਦਾ ਨਿਰਬਲ, ਕਮਜ਼ੋਰ, ਜਿਹਦੇ 'ਚ ਤਾਣ ਬਲ ਜ਼ੋਰ ਤਾਕਤ ਨਾ ਹੋਵੇ। ਮਤਲਬ ਇੱਥੇ ਇਹ ਨਹੀਂ ਵੀ ਜਿਹੜੇ ਸਰੀਰਕ ਤੌਰ 'ਤੇ ਕਮਜ਼ੋਰ ਨੇ ਜਾਂ ਪਦਾਰਥਾਂ ਦੀ ਥੁੜ ਦੇ ਮਾਰੇ ਹੋਏ ਹਨ, ਗਰੀਬ ਹਨ। ਇੱਥੇ ਅਰਥ ਹੈ ਭਈ ਤਾਣ ਹੁੰਦਾ ਹੋਏ ਨਿਤਾਣਾ, ਮਾਣ ਹੁੰਦਾ ਹੋਏ ਨਿਮਾਣਾ। ਤਾਣ ਬਲ ਜ਼ੋਰ ਹੁੰਦਿਆਂ ਵੀ ਨਿਤਾਣਾ ਬਣ ਕੇ ਰਹੇ, ਨਿਮਰਤਾਵਾਨ, ਗਰੀਬ, ਆਜਿਜ਼। ਉਹ ਜਿਹੜੇ ਨਿਤਾਣੇ ਬਣ ਕੇ ਰਹਿੰਦੇ ਹਨ ਨਾ, ਹੰਗਤਾ ਤੋਂ ਰਹਿਤ, ਉਹਨਾਂ ਦਾ ਤਾਣ ਬਲ ਰੂਪ ਪਰਮਾਤਮਾ ਹੈ, ਸਿਰ 'ਤੇ ਖੜ੍ਹਾ ਹੈ। ਨਿਤਾਣੇ ਬਣ ਕੇ ਜੋ ਸ਼ਰਨ ਪੈ ਜਾਣ ਉਹਨਾਂ ਨੂੰ ਤਾਣ ਬਲ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਹੈ। ਆਏ ਨਾ ਜਾਈ ਥਿਰ ਸਦਾ, ਉਹ ਆਉਂਦਾ ਜਾਂਦਾ ਨਹੀਂ ਹੈ। ਕੋਈ ਹੋਰ ਸਹਾਰਾ ਆਸਰਾ ਲੱਭ ਲਈਏ ਵੀ ਮੇਰਾ ਇਹ ਬਲ ਹੈ, ਪ੍ਰਧਾਨ ਮੰਤਰੀ ਨਾਲ ਗੱਲਬਾਤ ਹੈ, ਰਾਸ਼ਟਰਪਤੀ ਨਾਲ ਗੱਲਬਾਤ ਹੈ, ਇਹ ਮੇਰਾ ਬੜਾ ਮਾਣ ਤਾਣ ਕਰਦੇ ਨੇ ਔਰ ਮੈਨੂੰ ਇਹਨਾਂ ਦਾ ਤਾਣ ਹੈ, ਜ਼ੋਰ ਹੈ, ਬਲ ਹੈ, ਇਹ ਮੇਰੀ ਤਾਕਤ ਹਨ, ਤਾਂ ਉਹ ਤਾਂ ਆਉਣ ਜਾਣ ਵਾਲੇ ਨੇ। ਪਰ ਵਾਹਿਗੁਰੂ ਪਰਮਾਤਮਾ ਆਉਂਦਾ ਜਾਂਦਾ ਨਹੀਂ, ਭਾਵ ਜੰਮਣ ਮਰਨ ਤੋਂ ਰਹਿਤ ਹੈ, ਸਦੀਵੀ ਕਾਲ ਲਈ ਸਥਿਰ ਸਰੂਪ ਹੈ। ਅਤੇ ਹਜ਼ੂਰ ਕਹਿੰਦੇ ਨੇ ਭਾਈ ਗੁਰ ਸ਼ਬਦੀ ਸੱਚ ਜਾਣ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਸੱਚ ਸਰੂਪ ਵਾਹਿਗੁਰੂ ਨਾਲ ਆਪਣੀ ਜਾਣ ਪਛਾਣ ਬਣਾ, ਡੂੰਘੀ ਸਾਂਝ ਬਣਾ ਲੈ। ਉਹ ਹੀ ਸਦਾ ਤੇਰਾ ਤਾਣ ਰੂਪ ਹੈ। ਹੁਣ ਵੀ ਜਿਹੜੇ ਸਵਾਸ ਸਾਡੇ ਸਰੀਰ ਚੱਲ ਰਹੇ ਨੇ ਵਾਹਿਗੁਰੂ ਦੀ ਹੁਕਮ ਦੀ ਸੱਤਾ ਦੁਆਰਾ ਹੀ ਚੱਲ ਰਹੇ ਨੇ। ਸੱਤਾ ਸਫੁਰਤੀ ਦੇਣ ਵਾਲਾ ਵਾਹਿਗੁਰੂ ਹੀ ਹੈ। ਤਾਣ ਤਾਂ ਸਾਰਾ ਹੈ ਹੀ ਵਾਹਿਗੁਰੂ ਦਾ, ਆਪਣਾ ਤਾਣ ਤਾਂ ਕੁਛ ਹੈ ਹੀ ਨਹੀਂ। ਜੇ ਸਾਨੂੰ ਮਿਲਿਆ ਹੋਇਆ ਕੁਛ ਪ੍ਰਾਪਤ ਆ, ਉਹ ਵੀ ਤਾਣ ਉਸੇ ਦਾ ਦਿੱਤਾ ਹੋਇਆ। ਸੋ ਹਜ਼ੂਰ ਕਹਿੰਦੇ ਨੇ ਜਾ ਕਉ ਮੁਸ਼ਕਿਲ ਅਤ ਬਣੈ। ਜਾ ਕਉ ਜਿਸ ਵਿਅਕਤੀ ਦੇ ਤਾਈਂ ਅਤਿਅੰਤ ਮੁਸ਼ਕਿਲ ਦਾ ਭਾਵ ਔਖਿਆਈ ਦਾ, ਤੰਗੀ ਦਾ, ਕਠਿਨਾਈ ਦਾ ਸਮਾਂ ਅਤਿਅੰਤ ਹੀ ਬਣ ਜਾਏ, ਢੋਈ ਕੋਈ ਨਾ ਦੇ। ਕੋਈ ਢੋਈ ਸਹਾਰਾ ਆਸਰਾ ਕੋਈ ਵੀ ਨਾ ਦੇਵੇ ਸੰਸਾਰ ਵਿੱਚੋਂ। ਲਾਗੂ ਹੋਏ ਦੁਸ਼ਮਣਾ, ਦੁਸ਼ਮਣ ਤਾਂ ਹੁੰਦਾ ਹੀ ਨੇ ਸੰਸਾਰ ਦੇ ਅੰਦਰ। ਕੋਈ ਸ਼ਾਇਦ ਹੀ ਐਸਾ ਵਿਅਕਤੀ ਹੋਵੇ ਜਿਹਦਾ ਕੋਈ ਦੁਸ਼ਮਣ ਨਹੀਂ। ਬਾਹਰੀ ਤੌਰ 'ਤੇ ਵੀ ਦੁਸ਼ਮਣ ਹਨ, ਪਰ ਉਹ ਦੁਸ਼ਮਣ ਲਾਗੂ ਹੋ ਜਾਣ, ਭਾਵ ਮਾਰਨ 'ਤੇ ਉਤਾਰੂ ਹੋ ਜਾਣ, ਮਾਰੂ ਬਣ ਜਾਣ, ਮਾਰਨ ਵਾਸਤੇ ਤਿਆਰ ਹੋ ਜਾਣ ਦੁਸ਼ਮਣ। ਜਿੱਥੇ ਬਾਹਰੀ ਤੌਰ 'ਤੇ ਦੁਸ਼ਮਣ, ਉੱਥੇ ਅੰਤਰੀਵ ਵੀ ਸਾਡੇ ਦੁਸ਼ਮਣ। ਕਾਮ, ਕ੍ਰੋਧ, ਮੋਹ, ਹੰਕਾਰ ਆਦਿ ਵਿਕਾਰ, ਔਗਣ, ਪਾਪ ਸਾਡੇ ਦੁਸ਼ਮਣ ਹੀ ਤਾਂ ਹਨ। ਕਹਿੰਦੇ ਲਾਗੂ ਹੋਏ ਦੁਸ਼ਮਣ ਆ,
ਦੁਸ਼ਮਣ ਵੈਰੀ ਮਾਰੂ ਬਣ ਜਾਣ ਜਿਸ ਦੇ। ਸਾਗ ਪੇ ਭੱਜ ਖਲੇ, ਸਾਗ ਸੰਬੰਧੀ ਵੀ ਭੱਜ ਜਾਣ। ਭੱਜ ਖਲੇ, ਖਲੇ ਮੈਨੇ ਖੜੇ ਹੋਣਾ, ਭੱਜ ਖੜਨਾ, ਸੋ ਦੂਰ ਹੋ ਜਾਣਾ, ਭੱਜ ਕੇ ਨੱਠ ਜਾਣਾ, ਦੂਰ ਹੋ ਜਾਣਾ, ਨੇੜੇ ਨਾ ਰਹਿਣਾ। ਸਭੋ ਭੱਜੈ ਆਸਰਾ, ਸਾਰਾ ਆਸਰਾ ਹੀ ਟੁੱਟ ਜਾਏ, ਕੋਈ ਆਸਰਾ ਨਾ ਰਹੇ। ਚੁੱਕੈ ਸਭ ਅਸਰਾਓ, ਤੇ ਸਾਰਾ ਸਹਾਰਾ ਚੁੱਕ ਜਾਏ, ਦੂਰ ਹੋ ਜਾਏ, ਨਾ ਰਹੇ ਕਿਸੇ ਪਾਸੇ ਵੀ ਕੋਈ ਢੋਈ ਦੇਣ ਵਾਲਾ ਨਾ ਹੋਵੇ। ਕੋਈ ਸਹਾਰਾ ਆਸਰਾ ਆਧਾਰ ਟੇਕ ਕੋਈ ਨਾ ਰਹੇ। ਚਿੱਤ ਆਵੈ ਉਸ ਪਾਰ ਬ੍ਰਹਮ, ਉਸ ਐਸੇ ਵਿਅਕਤੀ ਨੂੰ ਜੇ ਚਿੱਤ ਵਿੱਚ ਚੇਤੇ ਆ ਜਾਂਦਾ ਹੈ ਪਾਰ ਬ੍ਰਹਮ ਪਰਮਾਤਮਾ, ਤਾਂ ਲੱਗਿਆ ਨਾ ਤੱਤੀ ਵਾਓ। ਹਜ਼ੂਰ ਕਹਿੰਦੇ ਨੇ ਫਿਰ ਉਸ ਨੂੰ ਤੱਤੀ ਹਵਾ ਨਹੀਂ ਲੱਗ ਸਕਦੀ। ਮਤਲਬ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ, ਉਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਸਭ ਪਾਸਿਆਂ ਤੋਂ ਵਾਹਿਗੁਰੂ ਵੱਲੋਂ ਉਹਨੂੰ ਸਹਾਇਤਾ ਪ੍ਰਾਪਤ ਹੋ ਜਾਂਦੀ ਹੈ। ਰਹਾਉ ਦੀਆਂ ਪੰਕਤੀਆਂ ਦੇ ਅਰਥ ਆਪਾਂ ਵਿਚਾਰ ਲਏ ਹਨ। ਉਸ ਤੋਂ ਅੱਗੇ ਹਜ਼ੂਰ ਫਰਮਾਉਂਦੇ ਨੇ, ਜੇ ਕੋ ਹੋਵੈ ਦੁਬਲਾ, ਦੁਬਲਾ ਦਾ ਅਰਥ ਹੈ ਕਮਜ਼ੋਰ। ਜੇ ਕੋਈ ਕਮਜ਼ੋਰ ਹੋ ਜਾਂਦਾ ਹੈ, ਨੰਗ ਭੁੱਖ ਕੀ ਪੀਰ, ਉਹ ਘਰ ਵਿੱਚ ਨੰਗੇਜ ਢੱਕਣ ਲਈ ਕੱਪੜੇ ਨਹੀਂ ਹਨ, ਲੋੜ ਅਨੁਸਾਰ ਕੱਪੜੇ ਨਹੀਂ ਮਿਲਦੇ, ਅਤੇ ਭੁੱਖ ਦੂਰ ਕਰਨ ਲਈ ਪਦਾਰਥ ਖਾਣ ਨੂੰ ਨਹੀਂ ਮਿਲਦੇ। ਭੁੱਖ ਦਾ ਵੀ ਦੁੱਖ ਹੈ ਅਤੇ ਨੰਗੇਜ ਦਾ ਵੀ ਦੁੱਖ ਹੈ। ਸੋ ਕਹਿੰਦੇ ਫਲਾਣਾ ਨੰਗਾ ਭੁੱਖਾ, ਉਹਨੇ ਤੈਨੂੰ ਕੀ ਦੇਣਾ। ਇਸ ਤਰ੍ਹਾਂ ਦੀ ਹਾਲਤ ਬਣ ਜਾਏ, ਨੰਗੇਜ ਵੀ ਨਾ ਕੱਜਿਆ ਜਾਏ, ਢਿੱਡ ਦੀ ਭੁੱਖ ਵੀ ਸ਼ਾਂਤ ਕਰਨ ਲਈ ਭੋਗਣ ਵਾਲੇ ਪਦਾਰਥ ਨਾ ਮਿਲਣ, ਇਹ ਦੋ ਤਰ੍ਹਾਂ ਦੀ ਪੀੜਾ ਹੋਵੇ। ਦਮੜਾ ਪੱਲੇ ਨਾ ਪਵੈ, ਕੋਈ ਦਮੜਾ ਪੈਸਾ ਖੀਸੇ ਵਿੱਚ ਨਾ ਪੈਂਦਾ ਹੋਵੇ। ਨਾ ਕੋ ਦੇਵੈ ਧੀਰ, ਅਤੇ ਕੋਈ ਵੀ ਧੀਰਜ ਦੇਣ ਵਾਲਾ ਨਾ ਹੋਵੇ, ਕੋਈ ਧੀਰਜ ਨਾ ਦਿੰਦਾ ਹੈ, ਸਹਾਰਾ ਹੌਸਲਾ ਦਿਲਾਸਾ ਨਾ ਦਿੰਦਾ ਹੋਵੇ। ਸਵਾਰਥ ਸੁਆਓ ਨਾ ਕੋ ਕਰੇ, ਆਮ ਤੌਰ 'ਤੇ ਵਿਆਹ ਸ਼ਾਦੀ ਆਦਿਕ ਦੇ ਜਿਹੜੇ ਕਾਰਜ ਉਹਨੂੰ ਸਵਾਰਥ ਕਿਹਾ ਜਾਂਦਾ। ਫਲਾਣੇ ਨੇ ਧੀ ਦਾ ਸਵਾਰਥ ਰਚਿਆ, ਉਹਦੇ ਘਰ 'ਚ ਮੁੰਡੇ ਦਾ ਵਿਆਹ ਸਵਾਰਥ ਰਚਿਆ ਆ। ਸੋ ਇਸ ਪ੍ਰਕਾਰ ਸਵਾਰਥ ਜਿਹੜੇ ਸੁਆਓ ਪ੍ਰਯੋਜਨ ਹਨ ਜ਼ਿੰਦਗੀ ਅੰਦਰ, ਜੋ ਮਨੋਰਥ ਕੀਤੇ ਹੋਏ ਮਨ 'ਚ, ਕੋਈ ਉਹਦਾ ਸਵਾਰਥ ਸੁਆਓ ਨਾ ਕਰੇ, ਅਤੇ ਨਾ ਕੁਛ ਹੋਵੇ ਕਾਜ, ਨਾ ਕੋਈ ਉਹਦਾ ਕਾਰਜ ਸਿਰੇ ਚੜ੍ਹਦਾ ਹੋਵੇ। ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ, ਅਗਰ ਉਸ ਵਿਅਕਤੀ ਨੂੰ ਚਿੱਤ ਵਿੱਚ ਚੇਤੇ ਆ ਜਾਂਦਾ ਹੈ ਵਾਹਿਗੁਰੂ ਪਰਮਾਤਮਾ, ਤਾਂ ਨਿਹਚਲ ਅਚਲ ਰਾਜ ਉਹਦਾ ਹੋ ਜਾਂਦਾ ਹੈ। ਜੋ ਵਾਹਿਗੁਰੂ ਦੇ ਪਿਆਰੇ ਹਨ, ਜਿਨ੍ਹਾਂ ਨੂੰ ਪਰਮਾਤਮਾ ਚੇਤੇ ਰਹਿੰਦਾ, ਉਹ ਭਾਵੇਂ ਦੁਨੀਆਦਾਰਾਂ ਦੀ ਨਿਗਾਹ ਵਿੱਚ, ਨਜ਼ਰ ਵਿੱਚ ਕੰਗਾਲ ਹੀ ਦਿਸਣ, ਗਰੀਬ ਹੀ ਦਿਸਣ। ਕਬੀਰ ਜੀ ਔਰ ਇਸੇ ਤਰ੍ਹਾਂ ਰਵਿਦਾਸ ਜੀ, ਨਾਮਦੇਵ ਜੀ ਦੁਨੀਆਦਾਰਾਂ ਦੀ ਨਜ਼ਰ ਵਿੱਚ ਤੇ ਬੜੇ ਗਰੀਬ ਸਨ, ਪਰ ਉਹ ਅਚਲ ਰਾਜ ਦੇ ਮਾਲਕ ਸਨ। ਨਿਹਚਲ ਰਾਜ, ਅੰਦਰਲਾ ਰਾਜ, ਬੇਪਰਵਾਹੀ ਵਾਲੀ ਅਵਸਥਾ। ਬੇਗਮਪੁਰਾ ਸ਼ਹਿਰ ਕੋ ਨਾਉ, ਦੂਖ ਅੰਦੋਹ ਨਹੀਂ ਤੇ ਠਾਉ, ਰਾਜ ਹੀ ਤਾਂ ਹੈ। ਬ੍ਰਹਮ ਗਿਆਨੀ ਪਾਤਸ਼ਾਹ ਹੁੰਦਾ, ਚੱਕਰਵਰਤੀ ਪਾਤਸ਼ਾਹ ਹੁੰਦਾ। ਔਰ ਕਿਉਂਕਿ ਪਰਮਾਤਮਾ ਦੀ ਸਾਰੀ ਮਾਇਆ ਉਹਦੇ ਅਧੀਨ ਹੈ, ਪਰਮਾਤਮਾ ਨੇ ਉਸ ਤੋਂ ਕੁਛ ਲੁਕਾਇਆ ਨਹੀਂ। ਜਿਵੇਂ ਬਚਨ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਆਪਣੇ ਸੇਵਕਾਂ ਵਾਸਤੇ ਤਾਂ ਸਾਰੀਆਂ ਸਿੱਧੀਆਂ ਨਿੱਧੀਆਂ ਰਿੱਧੀ ਹੱਥ ਦੀ ਤਲੀ 'ਤੇ ਰੱਖੀਆਂ ਹੋਈਆਂ ਵਾਹਿਗੁਰੂ ਨੇ, ਆਪਣੇ ਪਿਆਰਿਆਂ ਤੋਂ ਕੁਛ ਲੁਕਾਇਆ ਹੋਇਆ ਨਹੀਂ। ਇਸ ਪ੍ਰਕਾਰ ਬੇਪਰਵਾਹੀ ਦੇ ਆਲਮ ਵਿੱਚ ਉਹ ਵਿਚਰਦੇ ਨੇ। ਪ੍ਰਤੱਖ ਵੀ, ਬਾਹਰੀ ਤੌਰ 'ਤੇ ਵੀ, ਜੇ ਕੋਈ ਇੱਛਾ ਕਰੇ ਵੀ ਮੇਰੀ ਗਰੀਬੀ ਦੂਰ ਹੋ ਜਾਏ, ਨੰਗ ਭੁੱਖ ਦੀ ਪੀੜਾ ਦੂਰ ਹੋ ਜਾਏ, ਮੇਰੇ ਕੋਲ ਹੈ ਹੀ ਕੁਛ ਨਹੀਂ, ਦਮੜੇ ਨਹੀਂ ਹਨ, ਵਾਹਿਗੁਰੂ ਮੈਨੂੰ ਮਾਇਆ ਬਖਸ਼ੇ, ਅਗਰ ਜੇ ਪ੍ਰਮਾਤਮਾ ਚਿੱਤ ਵਿੱਚ ਚੇਤੇ ਆਉਂਦਾ ਹੈ ਤਾਂ ਨਿਹਚਲ ਰਾਜ ਵੀ ਹੋ ਜਾਂਦਾ ਹੈ। ਅਚਲ ਰਾਜ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਧਰੂ ਜੀ ਨੂੰ ਪਰਮਾਤਮਾ ਚੇਤੇ ਆਇਆ ਅਤੇ ਅੱਧਾ ਰਾਜ ਤਾਂ ਉਦੋਂ ਹੀ ਪਿਤਾ ਦਿੰਦਾ ਸੀ ਕਿ ਤੂੰ ਘਰ ਛੱਡ ਕੇ ਬੰਦਗੀ ਕਰਨ ਨਾ ਜਾ, ਅੱਧਾ ਰਾਜ ਹੁਣੇ ਹੀ ਲੈ ਲਾ, ਫਿਰ ਵੀ ਤਾਂ ਤੂੰ ਹੀ ਸੰਭਾਲਣਾ। ਪਰ ਕਹਿਣ ਲੱਗਾ ਨਹੀਂ, ਹੁਣ ਇਹ ਰਾਜ ਨਹੀਂ ਚਾਹੀਦਾ। ਪਰ ਫਿਰ ਵੀ ਕਹਿੰਦੇ ਜਦੋਂ ਉਹਦੀ ਬੰਦਗੀ ਪੂਰੀ ਹੋ ਗਈ ਸੀ ਤਾਂ ਵਾਹਿਗੁਰੂ ਨੇ 36,000 ਵਰ੍ਹਾ ਮਾਤ ਲੋਕ ਦਾ ਰਾਜ ਵੀ ਬਖਸ਼ਿਆ ਸੀ ਧਰੂ ਜੀ ਨੂੰ। ਅਤੇ ਹੁਣ ਵੀ ਕਹਿੰਦੇ ਧਰੂ ਅਟਲ ਅਜਹੂ ਨਾ ਟਰਿਓ। ਸੋ ਇਸ ਪ੍ਰਕਾਰ ਅਟਲ ਪਦਵੀ 'ਤੇ ਧਰੂ ਜੀ ਨੂੰ ਪਹੁੰਚਾਇਆ ਹੈ।
ਇਸੇ ਤਰ੍ਹਾਂ ਇੱਕ ਇਸ ਸ਼ਬਦ ਨਾਲ ਸੰਬੰਧਿਤ ਉਦਾਹਰਣ ਵੀ ਹੈ। ਇੱਕ ਸਾਡੇ ਪੰਥ ਦੇ ਪ੍ਰਚਾਰਕ ਹੋਏ ਨੇ ਸੰਤ ਫਤਿਹ ਚੰਦ ਸ਼ਾਹ ਜੀਵਣੇ ਵਾਲੇ, ਉਦਾਸੀ ਤੇ ਨਿਰਮਲੇ ਮਹਾਤਮਾ ਬੜੇ ਹੋਏ ਸਾਡੇ ਪੰਥ 'ਚ, ਕੌਮ ਦੇ ਪ੍ਰਚਾਰਕ। ਚੰਗਾ ਸੋਹਣਾ ਪ੍ਰਚਾਰ ਉਹਨਾਂ ਕੀਤਾ, ਬੜੀ ਦੁਨੀਆ ਦਾ ਭਲਾ ਕੀਤਾ। ਖਾਸ ਕਰਕੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਦਿਖਾਈ ਦਿੰਦੇ ਨੇ ਜਾਂ ਉੱਥੋਂ ਉੱਠ ਕੇ ਹੁਣ ਕੈਨੇਡਾ, ਅਮਰੀਕਾ, ਇੰਗਲੈਂਡ ਆਦਿਕ ਆ ਕੇ ਬੈਠੇ ਨੇ, ਇੰਡੀਆ ਵੀ ਕੁਛ ਚਲੇ ਗਏ ਨੇ, ਉਹ ਕਾਬਲੀ ਸਿੱਖ ਇਹ ਉਦਾਸੀ ਤੇ ਨਿਰਮਲੇ ਮਹਾਤਮਾ ਨੇ ਜਿਹੜਾ ਪ੍ਰਚਾਰ ਕੀਤਾ, ਉਹਨਾਂ ਦੇ ਬੀਜ ਬੀਜੇ ਹੋਏ ਨੇ। ਉਹਨਾਂ ਨੇ ਸਿੱਖੀ ਦਾ ਬੂਟਾ ਉੱਥੇ ਲਾਇਆ। ਖੈਰ, ਉਹ ਜਿਹੜੇ ਬਾਬਾ ਫਤਿਹ ਚੰਦ ਜੀ ਸਨ ਸ਼ਾਹ ਜੀਵਣੇ ਵਾਲੇ, ਉਹ ਇੱਕ ਨਗਰ 'ਚ ਕਥਾ ਕਰਨ ਤੇ ਇਹੀ ਸ਼ਬਦ ਉਹਨਾਂ ਬੋਲਿਆ। ਗੁਰੂ ਅਰਜਨ ਦੇਵ ਜੀ ਦੇ ਇਹਨਾਂ ਬਚਨਾਂ ਦੇ ਅਰਥ ਉਹਨਾਂ ਕੀਤੇ, ਚਿਤ ਆਵੈ ਸੁਪਾਰ ਬ੍ਰਹਮ ਤਾਨੇ ਚਲੋ ਵੈਰਾਗ। ਤਾਂ ਇੱਕ ਕਰੀਮਦੀਨ ਨਾਂ ਦਾ ਮੁਸਲਮਾਨ ਬਾਹਰ ਸੁਣਦਾ ਸੀ ਗੁਰਦੁਆਰਾ ਸਾਹਿਬ ਦੇ ਬਾਹਰ। ਉੱਥੇ ਹੋ ਕੇ ਤੇ ਰੁਕ ਗਿਆ, ਬਹਿ ਗਿਆ। ਸੰਤ ਬਾਹਰ ਆਏ ਤੇ ਹੱਥ ਜੋੜ ਕੇ ਕਹਿਣ ਲੱਗਾ, ਐ ਅੱਲਾ ਵਾਲਿਓ, ਤੁਸੀਂ ਅੰਦਰ ਗੁਰਦੁਆਰੇ ਦੇ ਇੱਕ ਕਲਾਮ ਪੜ੍ਹਿਆ ਤੇ ਜੇ ਇਹੋ ਜਿਹਾ ਵਿਅਕਤੀ ਕੋ ਹੋਵੇ ਨੰਗ ਭੁੱਖ ਦੀ ਪੀੜ ਵਾਲਾ, ਦੁੱਖ ਵਾਲਾ, ਇੰਨਾ ਦੁਖੀ ਗਰੀਬ, ਤੇ ਉਹਨੂੰ ਜੇ ਅੱਲਾਹ ਤਾਲਾ ਖੁਦਾ ਚੇਤੇ ਆ ਜਾਏ ਤੇ ਉਹਦਾ ਨਿਹਚਲ ਰਾਜ ਹੋ ਜਾਂਦਾ, ਇਹ ਸੱਤ ਹੈ? ਤਾਂ ਮਹਾਂਪੁਰਸ਼ ਕਹਿਣ ਲੱਗੇ, ਜੇ ਤਾਂ ਬਚਨ ਮੇਰੇ ਹੁੰਦੇ ਜਾਂ ਕਿਸੇ ਹੋਰ ਵਿਅਕਤੀ ਦੇ ਫਿਰ ਤਾਂ ਕੋਈ ਸ਼ੰਕੇ ਦੀ ਗੁੰਜਾਇਸ਼ ਸੀ, ਪਰ ਇਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹਨ, ਇਹਨਾਂ 'ਚ ਕੋਈ ਸ਼ੰਕੇ ਵਾਲੀ ਗੱਲ ਨਹੀਂ, ਸੱਤ ਹੈ। ਕਹਿਣ ਲੱਗਾ, ਫਿਰ ਉਹ ਖੁਦਾ ਚੇਤੇ ਕਿਵੇਂ ਆਉਂਦਾ? ਸ਼ਾਇਦ ਤੁਹਾਨੂੰ ਪਤਾ ਹੋਏਗਾ, ਉਹ ਤਰੀਕਾ ਦੱਸ ਦਿਓ। ਤੇ ਮਹਾਂਪੁਰਸ਼ਾਂ ਨੇ ਜੋ ਗੁਰੂ ਮਹਾਰਾਜ 'ਤੇ ਨਿਸ਼ਚਾ ਰੱਖਣ ਵਾਲੇ ਸੀ, ਉਹ ਮਹਾਤਮਾ ਕਹਿਣ ਲੱਗੇ, ਤੂੰ ਕੋਈ ਇਲਮ ਪੜ੍ਹਿਆ ਹੋਇਆ, ਕੋਈ ਵਿਦਿਆ, ਅੱਖਰ ਜਾਣਦਾ? ਕਹਿਣ ਲੱਗਾ, ਹਾਂ ਜੀ, ਫਾਰਸੀ। ਕਹਿਣ ਲੱਗੇ, ਲੈ ਫਿਰ ਆ ਕੁਝ ਅੱਖਰ ਲਿਖ। ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਬਾਰਕ ਬਚਨ ਸੁਖਮਨੀ ਸਾਹਿਬ ਵਿੱਚੋਂ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਇੱਕੋ ਹੀ ਪੰਕਤੀ ਲਿਖਾਈ ਸੀ। ਕਹਿਣ ਲੱਗੇ, ਇਸ ਪੰਕਤੀ ਦਾ ਜਾਪ ਕਰੀ ਜਾਇਆ ਕਰ, ਇਹ ਪੜ੍ਹਦਾ ਰਿਹਾ ਕਰ, ਕੰਮ ਧੰਦਾ ਆਪਣਾ ਕਰ ਜੋ ਕਰਨਾ, ਪਰ ਜਦੋਂ ਤੇਰੀ ਰਸਨਾ ਵਿਹਲੀ ਆ, ਹੋਰ ਲੋੜ ਨਹੀਂ ਬੋਲਣ ਦੀ, ਉਦੋਂ ਇਹ ਪੰਕਤੀ ਦਾ ਜਾਪ ਕਰਿਆ ਕਰ। ਅਤੇ ਇੱਥੇ ਗੁਰਦੁਆਰਾ ਸਾਹਿਬ ਅਸੀਂ ਜਿੰਨੇ ਦਿਨ ਕਥਾ ਕਰਦੇ ਹਾਂ, ਸੰਗਤ ਜੁੜਦੀ ਆ, ਤੂੰ ਸੰਗਤ ਦੇ ਜੋੜੇ ਝਾੜ ਜਾਇਆ ਕਰ, ਅਤੇ ਫਿਰ ਵੇਖੀ ਕੀ ਰੰਗ ਲੱਗਦਾ। ਔਰ ਮਹਾਂਪੁਰਸ਼ ਤੇ ਉਹ 11 ਦਿਨ ਉੱਥੋਂ ਕਥਾ ਕਰਕੇ ਚਲੇ ਗਏ ਸਨ, ਅਤੇ ਉਹਨਾਂ ਦਿਨਾਂ ਵਿੱਚ ਹੀ ਇੱਕ ਜੈਲਦਾਰ ਅਤੇ ਜੈਲਦਾਰਨੀ ਉਹ ਕਥਾ ਸੁਣਨ ਆਉਂਦੇ ਸੀ। ਉਹਨਾਂ ਵੇਖਿਆ ਇਹ ਮੁਸਲਮਾਨ ਮਜ਼ਹਬ ਦਾ ਬੰਦਾ ਅਤੇ ਸੰਗਤ ਦੇ ਜੋੜੇ ਝਾੜਦਾ ਅਤੇ ਨਾਲੇ ਮੂੰਹ 'ਚ ਕੁਛ ਪੜ੍ਹਦਾ। ਉਹਨੂੰ ਪੁੱਛ ਲਿਆ ਅਤੇ ਉਹਨੇ ਦੱਸਿਆ ਵੀ ਇਸ ਤਰ੍ਹਾਂ ਦੀ ਹਾਲਤ ਆ, ਗਰੀਬੀ। ਅਤੇ ਕਹਿਣ ਲੱਗੇ, ਫਿਰ ਸਾਡੇ ਕੁਝ ਮਕਾਨ ਵਿਹਲੇ ਨੇ, ਆ ਜਾ, ਤੇਰੇ ਵਰਗਾ ਇਮਾਨਦਾਰ ਬੰਦਾ ਚਾਹੀਦਾ, ਕਾਮਿਆਂ ਤੋਂ ਕੰਮ ਕਰਾਉਣ ਵਾਲਾ, ਕਰਨਾ ਕੁਛ ਨਹੀਂ, ਘੋੜੀ 'ਤੇ ਸਵਾਰ ਹੋ ਕੇ ਖੇਤਾਂ 'ਚ ਗੇੜਾ ਮਾਰਨਾ, ਕੰਮ ਕਰਦੇ ਕਾਮਿਆਂ ਨੂੰ ਧਿਆਨ ਦੇਣਾ, ਉਹਨਾਂ ਵੱਲ ਸਹੀ ਢੰਗ ਨਾਲ ਕੰਮ ਕਰਨ, ਅਤੇ ਕੋਈ ਗੱਲ ਨਹੀਂ। ਉਹ ਉਹਦੇ ਘਰ ਰਹਿਣ ਲੱਗ ਪਿਆ ਅਤੇ ਇੰਨਾ ਪ੍ਰੇਮ ਪੈ ਗਿਆ ਜੈਲਦਾਰ ਨਾਲ ਕਿ ਉਹਨੇ ਇਹਨੂੰ ਰਿਝਾ ਲਿਆ, ਜੈਲਦਾਰ ਨੂੰ ਪ੍ਰਸੰਨ ਕਰ ਲਿਆ। ਸੋ ਉਸ ਨੇ ਆਪਣੀ ਜਾਇਦਾਦ ਹੀ ਇਹਨੂੰ ਲਿਖ ਕੇ ਦੇ ਦਿੱਤੀ। ਉਹਦਾ ਔਲਾਦ ਸੰਤਾਨ ਕੋਈ ਨਹੀਂ ਸੀ, ਸਾਰੀ ਜਾਇਦਾਦ ਦਾ ਵਾਰਸ ਕਰੀਮਦੀਨ ਬਣਾ ਦਿੱਤਾ। ਕਈ ਸਾਲਾਂ ਬਾਅਦ ਫਿਰ ਉਹੀ ਮਹਾਂਪੁਰਸ਼ ਆਏ ਅਤੇ ਫਿਰ ਉਹ ਊਠਾਂ 'ਤੇ ਕੰਬਲ ਅਤੇ ਬਿਸਤਰੇ ਅਤੇ ਹੋਰ ਲੰਗਰ ਦੀਆਂ ਰਸਦਾਂ ਲੱਦ ਕੇ ਲਿਆਇਆ, ਬਹੁਤ ਕੁਛ। ਤਾਂ ਫਿਰ ਸੰਤਾਂ ਨੂੰ ਮਿਲਿਆ, ਕਹਿਣ ਲੱਗਾ, ਜੀ ਮੈਨੂੰ ਤੁਸੀਂ ਪਛਾਣ ਲਿਆ ਹੋਵੇਗਾ? ਕਹਿੰਦੇ, ਹਾਂ। ਦੱਸ ਬਈ ਕਰੀਮਦੀਨਾ, ਤੂੰ ਜੇ ਜਾਪ ਕੀਤਾ ਤਾਂ ਕੁਛ ਮਿਲਿਆ ਕਿ ਨਹੀਂ? ਕਹਿਣ ਲੱਗਾ, ਜੀ ਠੀਕ, ਰਾਜ ਮਿਲ ਗਿਆ। ਇਹ ਜਿਹੜੀ ਦੌਲਤ ਹੈ, ਐਸ਼ਵਰਜ ਹੈ ਸੰਸਾਰ ਦੇ ਵਿੱਚ, ਰਾਜ ਹੀ ਹੈ। ਇਹਨੂੰ ਰਾਜਸੀ ਤਾਕਤ ਕਹਿੰਦੇ ਨੇ। ਪਦਾਰਥ ਜਿਹੜਾ ਰਜੋਗੁਣ ਹੈ, ਇਹਦੀ ਬਹੁਲਤਾ ਹੋਣੀ, ਪਦਾਰਥ ਬਹੁਤੇ ਆ ਜਾਣੇ। ਕਹਿਣ ਲੱਗਾ, ਜੀ ਹੁਣ ਖਦਸ਼ਾ ਹੈ ਭਈ ਮੈਂ ਸੁਣਿਆ ਧਾਰਮਿਕ ਗ੍ਰੰਥਾਂ 'ਚ ਲਿਖਿਆ ਹੋਇਆ, ਲੋਕ ਕਥਾ ਕਰਦੇ ਸੁਣਾਉਂਦੇ ਨੇ ਵਿਦਵਾਨ, ਵੀ ਜਿਹੜੇ ਇਸ ਦੁਨੀਆ 'ਚ ਬਾਹਲੇ ਸੁੱਖ ਮਾਣਦੇ, ਅੱਗੇ ਪ੍ਰਲੋਕ ਵਿੱਚ ਉਹਨਾਂ ਦਾ ਮੁੱਖ ਉਜਲਾ ਨਹੀਂ ਹੁੰਦਾ, ਉਹਨਾਂ ਨੂੰ ਕੁੱਟ ਪੈਂਦੀ ਹੈ। ਮਹਾਂਪੁਰਸ਼ ਕਹਿਣ ਲੱਗੇ, ਨਹੀਂ, ਸਾਰਿਆਂ ਨੂੰ ਨਹੀਂ। ਜਿਹੜੇ ਐਸ਼ਵਰਜ ਧਨ ਦੌਲਤ ਪ੍ਰਾਪਤ ਕਰਕੇ ਵਾਹਿਗੁਰੂ ਨੂੰ ਭੁੱਲ ਜਾਣ, ਉਹਨਾਂ ਨੂੰ ਤਾਂ ਫਿਰ ਕੁੱਟ ਪੈਣੀ ਹੈ, ਪਰ ਜਿਹੜੇ ਵਾਹਿਗੁਰੂ ਨੂੰ ਚੇਤੇ ਰੱਖਣ, ਉਹ ਕੁੱਟ ਨਹੀਂ ਖਾਂਦੇ। ਕਹਿਣ ਲੱਗਾ, ਮੈਨੂੰ ਪ੍ਰਲੋਕ ਦਾ ਡਰ ਸਤਾਉਂਦਾ ਜੀ। ਤਾਂ ਸੰਤ ਕਹਿਣ ਲੱਗੇ, ਅਗਲੀ ਪੰਕਤੀ ਲਿਖ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹਨਾਂ ਦੋਨਾਂ ਪੰਕਤੀਆਂ ਦੇ ਅਰਥ ਭਾਵ ਵਿਚਾਰਿਆ ਕਰ ਅਤੇ ਇਹਨਾਂ ਪੰਕਤੀਆਂ ਦਾ ਜਾਪ ਕਰਦਾ ਰਿਹਾ ਕਰ, ਫਿਰ ਅਗਲਾ ਜਹਾਨ ਵੀ ਸੁਧਰ ਜਾਏ, ਸਵਰ ਜਾਏਗਾ।
ਮਤਲਬ ਅਗਲੇ ਜਹਾਨ 'ਚ ਵੀ ਘੁੱਟਣੀ ਪਏਗੀ। ਸੋ ਇਸ ਪ੍ਰਕਾਰ ਵਾਹਿਗੁਰੂ ਪਰਮਾਤਮਾ ਜੇ ਚੇਤੇ ਆ ਜਾਏ, ਹਾਂ ਗਰੀਬੀ ਦੁੱਖ ਦੇ ਵੇਲੇ ਕਈ ਲੋਕ ਤਾਂ ਫਿਰ ਵੀ ਰੱਬ ਨੂੰ ਭੁੱਲ ਜਾਂਦੇ ਨੇ, ਤਾਹਨੇ ਮਿਹਣੇ ਦਿੰਦੇ ਆ, ਅਤੇ ਕੁਝ ਇਹ ਦੁੱਖਾਂ 'ਚ ਗਰੀਬੀ 'ਚ ਪਏ ਹੋਏ ਵਾਹਿਗੁਰੂ ਨੂੰ ਚੇਤੇ ਕਰਨ ਲੱਗ ਪੈਂਦੇ ਨੇ। ਜੇ ਇੰਝ ਚੇਤੇ ਕਰੀਏ ਤਾਂ ਦੁੱਖ ਦੂਰ ਹੁੰਦੇ ਨੇ, ਗਰੀਬੀ ਦੂਰ ਹੋ ਜਾਂਦੀ, ਨਿਚਲ ਰਾਜ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਜਾ ਕੋ ਚਿੰਤਾ ਬਹੁਤ ਬਹੁਤ, ਹੁਣ ਸਤਿਗੁਰੂ ਮਹਾਰਾਜ ਦਰਸਾ ਰਹੇ ਨੇ ਵੀ ਜਿਸ ਵਿਅਕਤੀ ਨੂੰ ਬਹੁਤ ਬਹੁਤ ਚਿੰਤਾ ਝੋਰੇ ਫਿਕਰ ਵਿਆਪਦੇ ਹੋਣ, ਬਹੁਤ ਤੋਂ ਬਹੁਤ ਅੱਗੇ ਤੋਂ ਅੱਗੇ ਚਿੰਤਾ, ਪੱਲਾ ਛੱਡਦੀ ਨਾ ਹੋਵੇ ਚਿੰਤਾ, ਦੇਹੀ ਵਿਆਪੈ ਰੋਗ, ਅਤੇ ਜਿਸ ਦੀ ਦੇਹੀ ਨੂੰ ਵੀ ਰੋਗ ਚੰਬੜਿਆ ਹੋਇਆ ਹੋਵੇ, ਕੋਈ ਨਾ ਕੋਈ ਰੋਗ ਜਿਹੜਾ ਉਹਨੇ ਗਰਸ ਲਿਆ ਹੋਵੇ। ਗ੍ਰਸਤ ਕੁਟੰਬ ਪਲੇਟਿਆ, ਕੁਟੰਬ ਪਤਨੀ ਤੋਂ ਵਧਿਆ ਜਿਹੜਾ ਪਰਿਵਾਰ ਹੈ ਇਹਨੂੰ ਕੁਟੰਬ ਕਹਿੰਦੇ ਨੇ। ਪਰਿਵਾਰ ਗ੍ਰਸਤ ਵਿੱਚ ਪਲੇਟਿਆ, ਫਸਿਆ ਹੋਇਆ ਹੋਵੇ, ਕਦੇ ਹਰਖ ਕਦੇ ਸੋਗ, ਅਤੇ ਇਹ ਸੰਸਾਰ ਵਿੱਚ ਦਵੰਦਾਵਾਦ ਹੈ। ਕਿਸੇ ਚੀਜ਼ ਦੀ ਪ੍ਰਾਪਤੀ 'ਤੇ ਜਿਹੜਾ ਮਨ ਉੱਥੇ ਲੱਗਾ ਹੋਇਆ ਉਹ ਖੁਸ਼ ਹੁੰਦਾ, ਜਦੋਂ ਕੋਈ ਚੀਜ਼ ਵਿਛੜ ਜਾਏ, ਕੋਈ ਸੰਬੰਧੀ ਵਿਛੜ ਜਾਏ ਤਾਂ ਸੋਗ ਵੀ ਵਿਆਪੇਗਾ। ਜਿੱਥੇ ਖੁਸ਼ੀ ਹੈ ਉੱਥੇ ਸੋਗ ਵੀ ਹੈ, ਸੋਗ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਵੀ ਸੋਗ ਵਿਆਪ ਸਕਦਾ। ਇਸ ਤਰ੍ਹਾਂ ਕਦੇ ਖੁਸ਼ੀ ਅਤੇ ਕਦੇ ਗਮੀ ਦਾ ਮਾਹੌਲ ਹੋਵੇ। ਗਾਉਣ ਕਰੇ ਚੌਕੁੰਟ ਕਾ, ਅਤੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਚੌਂ ਕੁੰਟਾਂ ਦਾ ਉੱਤਰ ਦੱਖਣ ਪੂਰਬ ਪੱਛਮ ਦਾ ਗਾਉਣ ਕਰੇ, ਭਾਵ ਉੱਥੇ ਵਿਚਰੇ ਘੁੰਮਦਾ ਫਿਰਦਾ ਹੋਵੇ। ਘੜੀ ਨਾ ਬੈਸਣ ਸੋਏ, ਘੜੀ ਮਾਤਰ ਵੀ ਉਹਨੂੰ ਬੈਠਣਾ ਅਤੇ ਸੌਣਾ ਨਾ ਮਿਲਦਾ ਹੋਵੇ, ਨਾ ਬੈਠਦਾ ਹੋਵੇ ਨਾ ਸੌਂਦਾ ਹੋਵੇ। ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਅਗਰ ਇਹੋ ਜਿਹੇ ਭਟਕਦੇ ਭਰਮਦੇ ਮਨੁੱਖ ਨੂੰ ਵੀ ਜੇ ਪਾਰ ਬ੍ਰਹਮ ਪਰਮਾਤਮਾ ਚੇਤੇ ਆ ਜਾਂਦਾ ਹੈ ਤਾਂ ਤਨ ਮਨ ਸੀਤਲ ਹੋਏ। ਤਨ ਮਾਤਰ ਜਿਹੜੇ ਇੰਦਰੇ ਹਨ ਉਹ ਵੀ ਅਤੇ ਮਨ ਵੀ ਦੋਵੇਂ ਸੀਤਲ ਹੋ ਜਾਂਦਾ। ਛਾਤੀ ਸੀਤਲ ਮਨ ਸੁਖੀ, ਸੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਸੋ ਜੇ ਮਨ ਸ਼ਾਂਤ ਹੋ ਜਾਂਦਾ ਅਤੇ ਸਮਝੋ ਇੰਦਰੇ ਵੀ ਸ਼ਾਂਤ ਹੋ ਗਏ, ਸਰੀਰਕ ਤੌਰ 'ਤੇ ਵੀ ਸ਼ਾਂਤੀ ਆ ਗਈ, ਠੰਡ ਵਰਤ ਜਾਂਦੀ ਹੈ ਅੰਦਰ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਜਿਸ ਵਿਅਕਤੀ ਨੂੰ ਕਾਮ ਨੇ ਵਸ ਕਰ ਲਿਆ ਹੋਵੇ, ਕਾਮ ਦਾ ਗਲਬਾ ਪੈ ਗਿਆ ਹੋਵੇ, ਕਾਮ ਦੇ ਅਧੀਨ ਹੋ ਗਿਆ ਹੋਵੇ, ਕ੍ਰੋਧ ਦੇ ਅਧੀਨ ਹੋ ਗਿਆ ਹੋਵੇ, ਮੋਹ ਨੇ ਵਸ ਕੀਤਾ ਹੋਇਆ ਹੋਵੇ, ਅਤੇ ਕਿਰਪਨ ਕੰਜੂਸ ਬਣ ਕੇ ਪਦਾਰਥਾਂ ਦੇ ਲੋਭ ਵਿੱਚ ਹੀ ਪਿਆਰ ਕਰਦਾ, ਪਦਾਰਥਾਂ ਨੂੰ ਜਮ੍ਹਾਂ ਕਰਨ ਦੀ ਲਾਲਸਾ ਵਿੱਚ ਹੀ ਪਿਆਰ ਲੱਗਾ ਆ। ਚਾਰੇ ਕਿਲਵਿਖ ਉਨ ਅਗ ਕੀਏ, ਹੋਆ ਅਸੁਰ ਸੰਘਾਰ। ਚਾਰ ਜਿਹੜੇ ਬੱਜਰ ਪਾਪ ਨੇ, ਬ੍ਰਾਹਮਣ ਕੈਲੀ ਘਾਤ, ਕੰਜਕਾਂ ਅਣਚਾਰੀ ਕਾ ਧਾਨ। ਬ੍ਰਹਮ ਵਿੱਦਿਆ ਵਾਲੇ ਵਿਅਕਤੀ ਨੂੰ, ਬ੍ਰਹਮ ਗਿਆਨੀ ਨੂੰ, ਸੰਤ ਨੂੰ ਕਤਲ ਕਰ ਦੇਣਾ, ਇਹ ਬਹੁਤ ਵੱਡਾ ਬੱਜਰ ਪਾਪ ਹੈ, ਕਿਉਂਕਿ ਉਹਦੀ ਰਾਹੀਂ ਅਨੇਕਾਂ ਲੋਕਾਂ ਦਾ ਭਲਾ ਹੋਣਾ ਹੁੰਦਾ। ਗਿਆਨਵਾਨ ਪੁਰਸ਼ ਦਾ ਕਤਲ ਕਰ ਦੇਣਾ, ਗਊ ਦਾ ਕਤਲ ਕਰਨਾ, ਅਤੇ ਕੰਜਕਾਂ ਜੰਮਦੀ ਲੜਕੀ ਨੂੰ ਘਾਤ ਕਰ ਦੇਣਾ, ਮਾਰ ਦੇਣਾ। ਪੁਰਾਣੇ ਸਮਿਆਂ 'ਚ ਲੋਕ ਘੜਿਆਂ 'ਚ ਪਾ ਕੇ ਦੱਬ ਆਉਂਦੇ ਸੀ। ਮਹਾਰਾਜਾ ਰਣਜੀਤ ਸਿੰਘ ਦੀ ਜੋ ਮਾਤਾ ਸੀ ਰਾਜ ਕੌਰ, ਇਹਨੂੰ ਇਹਦੇ ਪਿਤਾ ਗਜਪਤ ਸਿੰਘ ਨੇ ਮਾਈਆਂ ਬੀਬੀਆਂ ਦੇ ਕਹਿਣ ਕਰਕੇ ਘੜੇ 'ਚ ਪਾ ਕੇ ਦੱਬ ਦਿੱਤਾ ਸੀ, ਅਤੇ ਇਹਦੇ ਘਰੋਂ ਹੀ ਪ੍ਰਸ਼ਾਦਾ ਜਾਂਦਾ ਸੀ। ਬਾਬਾ ਗੁੱਦੜ ਸਿੰਘ ਜੀ ਹੋਏ ਨੇ। ਪੁਰਾਣੇ ਸਮਿਆਂ 'ਚ ਗੁਰਮੁਖ ਜਨਾਂ ਦੇ ਨਾਮ ਤਾਂ ਬੜੇ ਸਧਾਰਨ ਜਿਹੇ, ਪਰ ਕਰਨੀ ਬੜੀ ਉੱਚੀ ਹੁੰਦੀ ਸੀ। ਬਾਬਾ ਗੁੱਦੜ ਸਿੰਘ ਜੀ ਵਾਸਤੇ ਪ੍ਰਸ਼ਾਦਾ ਲੈ ਕੇ ਬਾਬਾ ਗਜਪਤ ਸਿੰਘ ਜੀ ਗਏ ਅਤੇ ਦੂਰੋਂ ਆਵਾਜ਼ਾਂ ਦਿੱਤੀਆਂ, ਓਏ ਗਊ ਘਾਤਕਾ, ਤੇਰੇ ਘਰ ਦਾ ਅੰਜਲ ਅੱਜ ਤੋਂ ਬਾਅਦ ਨਹੀਂ ਅਸੀਂ ਛਕ ਸਕਦੇ। ਇਹ ਫਿਰ ਚਰਨੀ ਡਿੱਗ ਪਿਆ, ਕਹਿਣ ਲੱਗਾ ਜੀ ਮੈਂ ਤਾਂ ਕੋਈ ਗਊ ਦਾ ਘਾਤ ਨਹੀਂ ਕੀਤਾ। ਕਹਿਣ ਲੱਗੇ ਜਿਹੜੀ ਲੜਕੀ ਨੂੰ ਦੱਬ ਕੇ ਆਇਆ, ਜਾ ਕੇ ਪੁੱਟ ਅਜੇ ਜਿਉਂਦੀ ਹੈ, ਉਹਦੀ ਕੁੱਖ ਤੋਂ ਇੱਕ ਧਰਮੀ ਰਾਜੇ ਦਾ ਜਨਮ ਹੋਣਾ। ਤਾਂ ਫਿਰ ਉਹ ਪੁੱਟਿਆ ਸੀ ਉਸਨੂੰ, ਅਤੇ ਉਹ ਉਸ ਲੜਕੀ ਦਾ ਨਾਮ ਰੱਖਿਆ ਸੀ ਰਾਜ ਕੌਰ, ਅਤੇ ਉਹਦਾ ਪੁੱਤਰ ਮਹਾਰਾਜਾ ਰਣਜੀਤ ਸਿੰਘ ਹੋਇਆ। ਸੋ ਇਸ ਪ੍ਰਕਾਰ ਹੁਣ ਅੱਜ ਕੱਲ੍ਹ ਲੋਕ ਭਰੂਣ ਹੱਤਿਆ ਰਾਹੀਂ ਜੰਮਣ ਤੋਂ ਪਹਿਲਾਂ ਹੀ ਘਾਤ ਕਰ ਦਿੰਦੇ ਆ, ਕੁੱਖ ਵਿੱਚ ਹੀ ਲੜਕੀਆਂ ਨੂੰ ਮਾਰ ਦਿੰਦੇ ਨੇ। ਇਹ ਬੱਜਰ ਪਾਪ ਹੈ। ਸਿੱਖ ਨੂੰ ਤਾਂ ਹਦਾਇਤ ਹੈ ਕੁੜੀ ਮਾਰਨ ਨਾਲ ਨਹੀਂ ਵਰਤਣਾ, ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ ਜਿਹੜੇ ਕੁੜੀਆਂ ਮਾਰਨ ਵਾਲੇ। ਅਤੇ ਜੇ ਗੁਰੂ ਦਾ ਸਿੱਖ ਸਦਵਾਉਂਦਾ ਅਤੇ ਆਪ ਕੁੜੀ ਮਾਰੇ, ਇਹ ਤਾਂ ਬਹੁਤ ਵੱਡਾ ਪਾਪ ਹੈ।
और इस प्रकार अणचारी का धान, जिन्हां बारे पता है कि हराम की कमाई खाने वाले ने, वन सोने पदार्थ सानू छकाउंदे ने, असीं खुश हो के छकी जाइए, ये भी पाप ही है। क्योंकि ये जिहड़े कर्म ने, इन्हां नाल वाहिगुरू दा नाम भुल जांदा। ये जिहड़े पाप हैं, पाहे ते जाहे विसर नानका एक नाम, एक वाहिगुरू दा नाम इन्हां पापां करके हिरदे च नहीं टिकदा, भुल जांदा है, चेते नहीं आउंदा वाहिगुरू दा नाम, ऐसी मैल लाउंदे ने मन नूं। इस करके ये 4 किलविख मन्ने, बज्जर पाप ते होर भी पाप अनेकां ने, आम तौर ते 10 पाप मन्ने ने। ये सारे जिहड़े पाप हैं, अग दा अर्थ है पाप, उन्हें चारे बज्जर पाप ते होर भी अग पाप कीते हुए होण। होआ असुर संघार, ऐसा असुर राक्षस बन गया होवे कि संघारन दे योग बने, जिन्हों मार देण नाल ही लोकां दा भला होवे, इहो जिहा संघारी संघार करने योग हो गया होवे, राक्षस बिरती वाला। होआ असुर संघार, दूजा अर्थ है भी राक्षस बन के लोकां दा संघार करदा होवे। पोथी गीत कवित किश कदे ना करन धरिया, धार्मिक पोथियां विच जिहड़ा ਗਿਆਨ लिखिਆ ਉਹਨਾਂ ਨੂੰ ਸੁਣਨ ਵਾਸਤੇ, धार्मिक ग्रंथां ਦੀ ਵਿਚਾਰ, गीत भजन परमात्मा ਦਾ, कवित किश ਜਿਹੜੀ कविता रच के उपदेश ਦਿੰਦੇ ਹਨ ਲੋਕ, कवि ਜਨਾਂ ਦੀ ਲਿਖੀ कविता, ਇਹ ਇੱਧਰ ਕਦੇ ਨਾ ਕਰਨ ਧਰਿਆ, ਕਦੇ ਨਾ ਕੰਨ ਧਰਿਆ ਹੋਵੇ ਇਸ ਪਾਸੇ, ਭਾਵ ਸੁਣਦਾ ਨਾ ਹੋਵੇ, ਕੰਨ ਵਿੱਚ ਧਾਰਨ ਨਾ ਕਰੇ, ਸੁਣੇ ਹੀ ਨਾ। ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ, ਪਰ ਜੇ ਕਿਤੇ ਐਸਾ ਸਬੱਬ ਬਣ ਜਾਏ ਜਾਂ ਪੂਰਬਲਾ ਕਰਮ ਜਾਗ ਪਏ, ਕਿਸੇ ਗੁਰਮੁਖ ਦੀ ਸੰਗਤ ਦੁਆਰਾ ਜੇ ਪਰਮਾਤਮਾ ਚੇਤੇ ਆਉਣ ਲੱਗ ਜਾਂਦਾ ਹੈ ਤਾਂ ਨਿਮਖ ਸਿਮਰਤ ਧਰਿਆ, ਨਿਮਖ ਮਾਤਰ ਵਾਹਿਗੁਰੂ ਨੂੰ ਸਿਮਰਦਾ ਹੋਇਆ ਸਮਝੋ ਤਰ ਗਿਆ। ਜਿਵੇਂ ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ। ਔਰ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਣ ਚ ਗਨਕਾ ਵਾੜੇ ਆਣ ਖਲੋਤਾ। ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸਨੂੰ ਦਿੱਤੋ ਸੁਤੋਤਾ, ਲਿਵ ਲਾਗੀ ਤਿਸ ਤੋ ਤਿਉ ਨਿਤ ਪੜ੍ਹਾਏ ਕਰੈ ਅਸੋਤਾ। ਪਤ ਤੇ ਉਦਾਹਰਣ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਔਰ ਗਈ ਬੈਕੁੰਠ ਬੈਬਾਨ ਚੜ, ਨਰਕੈ ਵਿੱਚ ਨਾ ਖਾਧੋ ਸਗੋਤਾ। ਇਸ ਤਰ੍ਹਾਂ ਤਰ ਗਈ ਸੀ। ਗਨਕਾ ਉਧਰੀ ਹਰ ਕਹੈ ਤੋਤ, ਤੋਤੇ ਨੂੰ ਹਰੀ ਹਰੀ ਬੁਲਾਉਂਦਿਆਂ ਹੋਇਆਂ ਗਨਕਾ ਵੀ ਤਰ ਗਈ ਸੀ। ਪਰ ਇੱਕ ਮਹਾਂਪੁਰਸ਼ ਦੀ ਸੰਗਤ ਦੁਆਰਾ ਐਸਾ ਅਸਰ ਮਨ 'ਤੇ ਪਿਆ, ਐਸਾ ਵਿਰਾਗ ਉਪਜਿਆ, ਪਾਪ ਕੰਬੇ, ਤਾਂ ਉਹਨਾਂ ਦੀ ਸਿੱਖਿਆ ਰਾਹੀਂ ਤੋਤੇ ਨੂੰ ਰਾਮ ਰਾਮ ਜਪਾਉਂਦੀ ਤਰ ਗਈ। ਔਰ ਬਾਲਮੀਕ ਸੁਪਚਾਰੋ ਤਰਿਓ, ਬੱਧਕ ਤਰੇ ਵਿਚਾਰੇ। ਸੋ ਇਸ ਪ੍ਰਕਾਰ ਬਾਲਮੀਕ ਸੁਪਚਾਰਾ ਉਹ ਵੀ ਤਰ ਗਿਆ। ਸੁਪ 'ਚ ਨੀਚ ਕੁਲ ਦਾ ਸੀ, ਉਹ ਵੀ ਤਰ ਗਿਆ। ਔਰ ਮਾੜੇ ਕਰਮ ਕਰਦਾ ਸੀ। ਵਾਟੈ ਮਾਨਸ ਮਾਰਦਾ ਬੈਠਾ, ਬਾਲਮੀਕ ਬਟਵਾੜਾ, ਪੂਰਾ ਸਤਿਗੁਰ ਸੇਵਿਆ, ਮਨ ਵਿੱਚ ਹੋਵਾ ਖਿੰਜੋ ਤਾੜਾ। ਇਤਿਆਦਿਕ ਹਜ਼ੂਰ ਕਹਿੰਦੇ ਨੇ, ਜੇ ਐਸੇ ਵਿਅਕਤੀ ਨੂੰ, ਗੁਨਾਹਗਾਰ ਨੂੰ, ਪਾਪੀ ਬੰਦੇ ਨੂੰ ਵੀ ਜੇ ਕਿਸੇ ਤਰ੍ਹਾਂ ਵਾਹਿਗੁਰੂ ਚੇਤੇ ਆ ਜਾਂਦਾ ਹੈ, ਉਹਦਾ ਚਿੱਤ ਉਸ ਪਾਸੇ ਲੱਗ ਜਾਂਦਾ ਹੈ, ਤਾਂ ਥੋੜ੍ਹੇ ਮਾਤਰ ਸਿਮਰਦਾ ਹੋਇਆ, ਨਿਮਖ ਮਾਤਰ, ਪਲ ਮਾਤਰੀ ਵਾਹਿਗੁਰੂ ਨੂੰ ਸਿਮਰਦਾ ਹੋਇਆ ਵੀ ਤਰ ਸਕਦਾ। ਸਾਸਤ ਸਿਮਰਤ ਬੇਦ ਚਾਰ, ਮੁਖਾਗਰ ਵਿਚਰੇ। ਹੁਣ ਦੂਜਾ ਪੱਖ ਸਤਿਗੁਰੂ ਜਿਹੜੇ ਅਖੌਤੀ ਧਾਰਮਿਕ ਕਰਮ ਹਨ, ਉਹਨਾਂ ਨੂੰ ਕਰਨ ਵਾਲਿਆਂ ਦਾ ਪੱਖ ਵੀ ਵਿਖਾ ਰਹੇ ਨੇ। 6 ਸ਼ਾਸਤਰ ਨੇ, ਜਿਵੇਂ ਪਤੰਜਲ ਯੋਗ ਹੈ, वेदांत है, पूर्व मीमांसा है, शांख है, न्याय शास्त्र है, इत्यादिक। ये ਜਿਹੜੇ ਸਾਰੇ 6 ਸ਼ਾਸਤਰ ਨੇ। ਸਿਮਰਤੀਆਂ 27 ਨੇ, ਮਨੂ ਸਿਮਰਤੀ, ਯਾਗਵਲਕ ਸਿਮਰਤੀ ਆਦਿਕ। ਵੇਦ ਸ਼ਾਮ, ਰਿਗ, ਯਜੁਰ ਤੇ ਅਥਰਵਣ ਵੇਦ, ਇਹ ਚਾਰੇ ਵੇਦ। ਮੁਖਾਗਰ ਵਿਚਰੇ, ਮੁੱਖ ਦਾ ਅਗਰ ਭਾਵ, ਭਾਵ ਕਿ ਉਹਦੇ ਮੂੰਹ ਜ਼ਬਾਨੀ ਉਹਨੂੰ ਯਾਦ ਹੋਣ, ਮੂੰਹ 'ਤੇ ਚੜ੍ਹੇ ਹੋਏ ਹੋਣ ਇਹ ਸਾਰੇ ਵੇਦ ਸ਼ਾਸਤਰ ਸਿਮਰਤੀਆਂ। ਤਪੇ ਤਪੀਸਰ ਜੋਗੀਆ, ਤੀਰਥ ਗਮਨ ਕਰੇ। ਔਰ ਇਸੇ ਤਰ੍ਹਾਂ ਜਿਹੜੇ ਤਪੇ ਲੋਕ ਨੇ, ਤਪੱਸਿਆ ਕਰਨ ਵਾਲੇ, ਉਸ ਤਰ੍ਹਾਂ ਦੀ ਤਪੱਸਿਆ ਕਰਨ ਵਾਲਾ ਹੋਵੇ। ਤਪੀਸ਼ਰ ਜਿਹੜੇ ਤਪ ਕਰਕੇ ਵੱਡੇ ਤਪੀਸ਼ਰ ਬਣੇ ਹੋਏ ਹੋਣ, ਉਹਨਾਂ ਵਰਗਾ ਹੋਵੇ। ਜੋਗੀਆ ਅਤੇ ਹਠ ਯੋਗ, ਪ੍ਰਾਣਾ ਯੋਗ ਕਰ ਕਰਕੇ ਨਾ, ਪ੍ਰਾਣਾਯਾਮ 'ਤੇ ਜਿਹੜਾ ਯੋਗੀ ਸਦਵਾਉਂਦਾ ਹੋਵੇ।
ਤੀਰਥ ਗਮਨ ਕਰੇ। ਤੀਰਥ ਸਥਾਨਾਂ 'ਤੇ ਵੀ ਯਾਤਰਾ ਕਰਦਾ ਰਿਹਾ ਹੋਵੇ। ਖਟ ਕਰਮਾਂ ਤੇ ਦੁੱਗੁਣੇ ਪੂਜਾ ਕਰਤਾ ਨਹਾਏ। ਖਟ ਕਰਮ ਬ੍ਰਾਹਮਣ ਦੇ 6 ਕਰਮ ਨੇ। ਵਿਦਿਆ ਵੇਦ ਵਿਦਿਆ ਨੂੰ ਪੜ੍ਹਨਾ ਅਤੇ ਪੜ੍ਹਾਉਣਾ, ਜਗ ਕਰਨੇ ਕਰਾਉਣੇ, ਦਾਨ ਦੇਣਾ ਅਤੇ ਲੈਣਾ। ਅਤੇ ਵੈਸੇ ਸਾਰੇ ਹਿੰਦੂ ਮਤ ਦੇ ਲੋਕਾਂ ਵਾਸਤੇ 6 ਕਰਮ ਨੇ। ਸੰਧਿਆ 3 ਸਮੇਂ ਪੂਜਾ ਜਿਹੜੀ ਕਰਦੇ ਨੇ ਸੰਧਿਆ, ਅਤੇ ਇਸੇ ਤਰ੍ਹਾਂ ਇਸ਼ਨਾਨ, ਜਪ, ਹੋਮ ਹਵਨ ਕਰਨਾ ਸਮੱਗਰੀਆਂ ਦਾ, ਅਤੇ ਇਸੇ ਪ੍ਰਕਾਰ ਸੰਧਿਆ ਔਰ ਇਸ਼ਨਾਨ, ਜਪ, ਹੋਮ, ਅਥਿਤੀ ਪੂਜਾ, ਘਰ 'ਚ ਆਏ ਮਹਿਮਾਨਾਂ ਦੀ ਪੂਜਾ ਸਤਿਕਾਰ ਕਰਨਾ, ਅਤੇ ਦੇਵ ਅਰਚਨ, ਦੇਵਤਿਆਂ ਦੇ ਅੱਗੇ ਸੁਗੰਧੀਆਂ ਅਰਚਨ ਕਰਨੀਆਂ, ਛਿੜਕਣੀਆਂ। ਇਹ 6 ਤੇ 6 12 ਹੋ ਗਏ। ਖਟ ਕਰਮਾਂ ਦੇ ਖਟ ਨਾਮ 6 ਦਾ। 6 ਤੇ 6 12 ਕਰਮ। 6 ਕਰਮਾਂ ਤੋਂ ਦੁੱਗਣੇ ਕਰਮ ਕਰਦਾ ਹੋਵੇ। ਇਹ ਜਿਹੜੇ ਅਖੌਤੀ ਕਰਮ ਨੇ ਧਾਰਮਿਕ। ਔਰ ਨਹਾਏ, ਤੀਰਥਾਂ 'ਤੇ ਨਹਾ ਕੇ ਜਾਂ ਰੋਜ਼ ਇਸ਼ਨਾਨ ਕਰਕੇ ਅਤੇ ਪੂਜਾ ਕਰਦਾ ਹੋਵੇ ਠਾਕੁਰਾਂ ਦੀ, ਜਿਵੇਂ ਸਾਲ ਗ੍ਰਾਮ ਵੇ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ, ਇੰਝ ਕਰਕੇ ਬਚਨ ਕੀਤੇ ਹਜ਼ੂਰ ਨੇ। ਗੰਡਕਾ ਨਾਂ ਦੀ ਨਦੀ 'ਚ ਲਾਲ ਰੰਗ ਦਾ ਪੱਥਰ ਹੁੰਦਾ, ਉਹਨੂੰ ਲਿਆ ਕੇ ਸਾਲ ਗ੍ਰਾਮ ਕਹਿ ਕੇ ਪੂਜਾ ਕਰਦੇ ਨੇ। ਜਾਂ ਉਂਝ ਮੂਰਤੀਆਂ ਬਣਾ ਕੇ ਪੱਥਰ ਦੀਆਂ ਉਹਨਾਂ ਦੀ ਪੂਜਾ ਕਰਦੇ ਨੇ। ਐਸੇ ਕਰਮ ਵੀ ਕਰਦਾ ਹੋਵੇ। ਪਰ ਹਜ਼ੂਰ ਕਹਿੰਦੇ ਰੰਗ ਨਾ ਲੱਗੀ ਪਾਰ ਬ੍ਰਹਮ। ਇਹਨਾਂ ਕਰਮਾਂ ਦੇ ਕਰਦਿਆਂ ਪਾਰ ਬ੍ਰਹਮ ਪਰਮੇਸ਼ਰ ਦਾ ਰੰਗ ਨਹੀਂ ਨਾ ਲੱਗਦਾ। ਵਾਹਿਗੁਰੂ ਪਰਮਾਤਮਾ ਦਾ ਜੇ ਰੰਗ ਨਹੀਂ ਲੱਗਾ, ਪ੍ਰੇਮ ਨਹੀਂ ਲੱਗਾ, ਤਾਂ ਸਰਪਰ ਨਰਕੇ ਜਾਏ। ਭਾਵੇਂ ਇਹ ਸਾਰੇ ਬਾਹਰੀ ਅਖੌਤੀ ਧਾਰਮਿਕ ਕਰਮ ਕਰਦਾ, ਤਾਂ ਜ਼ਰੂਰ ਪਰ ਜ਼ਰੂਰ ਨਰਕਾਂ ਨੂੰ ਹੀ ਜਾਏਗਾ। ਜਿਵੇਂ ਹਜ਼ੂਰ ਨੇ ਮੱਕੇ ਸ਼ਰੀਫ ਜਦੋਂ ਗਏ ਹਨ ਅਤੇ ਉਹਨਾਂ ਪੁੱਛਿਆ ਸੀ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖਿਆ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸੋ ਹਜ਼ੂਰ ਇੱਥੇ ਪਰਮਾਤਮਾ ਦੇ ਪ੍ਰੇਮ ਦੀ ਵਿਸ਼ੇਸ਼ਤਾ ਦਰਸਾ ਰਹੇ ਨੇ ਕਿ ਵਾਹਿਗੁਰੂ ਦੇ ਨਾਲ ਪ੍ਰੇਮ ਲੱਗਣਾ ਚਾਹੀਦਾ, ਜਿਸ ਕਰਕੇ ਮਨ ਦੀ ਮੈਲ ਉਤਰੇ, ਜਿਸ ਕਰਮ ਕਰਕੇ, ਔਰ ਆਤਮਿਕ ਤੌਰ 'ਤੇ ਤਗੜੇ ਹੁੰਦੇ ਜਾਈਏ, ਵਾਹਿਗੁਰੂ ਦੇ ਨਜ਼ਦੀਕ ਹੁੰਦੇ ਜਾਈਏ, ਉਹ ਹੈ ਅਸਲ ਧਾਰਮਿਕ ਕਰਮ। ਅਤੇ ਇਹਨਾਂ ਕਰਮਾਂ ਦਾ ਅਸਰ ਨਹੀਂ ਮਨ 'ਤੇ ਪੈਂਦਾ, ਮੈਲ ਨਹੀਂ ਲੱਥਦੀ, ਪ੍ਰੇਮ ਨਹੀਂ ਜਾਗਦਾ ਵਾਹਿਗੁਰੂ ਦਾ, ਅਤੇ ਫਿਰ ਕਿਸੇ ਅਰਥ ਨਹੀਂ। ਰਾਜ ਮਿਲਕ ਸਿਕਦਾਰੀਆਂ। ਹੁਣ ਦੁਨਿਆਵੀ ਤੌਰ 'ਤੇ ਜਿਨ੍ਹਾਂ ਲੋਕਾਂ ਨੂੰ ਵੱਡੇ ਕਿਹਾ ਜਾਂਦਾ ਵੀ ਇਹਨਾਂ ਕੋਲ ਰਾਜ ਭਾਗ ਹੈ, ਇਹ ਮਿਲਕ ਜਗੀਰਾਂ ਦੇ ਮਾਲਕ ਨੇ, ਜ਼ਮੀਨਾਂ ਦੇ ਸਿਕਦਾਰੀਆਂ, ਸਰਦਾਰੀਆਂ ਮਿਲੀਆਂ ਹੋਈਆਂ ਨੇ, ਬੜੇ ਵੱਡੇ ਨੇ। ਰਸ ਭੋਗਣ ਵਿਸਥਾਰ, ਅਤੇ ਰਸ ਕਸ ਭੋਗਣੇ ਪ੍ਰਾਪਤ ਹੋਣ, ਬੜਾ ਵਿਸਥਾਰ ਫੈਲਾਅ ਹੋਵੇ ਭੋਗਣ ਵਾਲੇ ਰਸਾਂ ਕਸਾਂ ਦਾ। ਘਰ 'ਚ ਜਿਵੇਂ ਅਮੀਰਾਂ ਨੇ 12 ਬਣਾਈਆਂ ਹੋਈਆਂ ਵੰਨ ਸੁਵੰਨੀਆਂ ਸ਼ਰਾਬਾਂ ਰੱਖੀਆਂ ਹੋਈਆਂ, ਅਤੇ 36 ਪ੍ਰਕਾਰ ਦੇ ਭੋਜਨ ਖਾਂਦਾ ਹੋਵੇ 6 ਰਸਾਂ ਵਾਲੇ, ਕੋਈ ਤੰਗੀ ਤਕਲੀਫ ਨਾ ਹੋਵੇ, ਸਭ ਕੁਝ ਹੋਵੇ, ਬੜਾ ਫੈਲਾਅ ਹੋਵੇ ਇਹਨਾਂ ਚੀਜ਼ਾਂ ਦਾ। ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ। ਬੜੇ ਬੜੇ ਸੁਹਾਵੇ ਸ਼ੋਭਨੀਕ ਅਤੇ ਸੋਹਣੇ ਫੁੱਲਾਂ ਵਾਲੇ ਬਾਗ ਹੋਣ ਉਸਦੇ ਸੈਰ ਕਰਨ ਵਾਸਤੇ। ਚੱਲੈ ਹੁਕਮ ਅਫਾਰ, ਅਤੇ ਉਹ ਹੰਕਾਰ ਨਾਲ ਆਫਰਿਆ ਹੋਵੇ। ਅਤੇ ਅਫਾਰ ਦਾ ਅਰਥ ਹੈ ਅਮੋੜ। ਇੱਕ ਅਰਥ ਕੀਤਾ ਭਈ ਹੰਕਾਰ ਨਾਲ ਆਫਰੇ ਹੋਏ ਦਾ ਹੁਕਮ ਵੀ ਚੱਲਦਾ ਹੋਵੇ, ਅਤੇ ਦੂਜਾ ਅਰਥ ਹੈ ਅਫਾਰ ਦਾ ਅਮੋੜ ਹੁਕਮ ਚੱਲਦਾ, ਕੋਈ ਹੁਕਮ ਦੀ ਅਦੂਲੀ ਨਾ ਕਰਦਾ ਹੋਵੇ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ। ਅਨੇਕਾਂ ਤਰ੍ਹਾਂ ਦੇ ਰੰਗ ਤਮਾਸ਼ੇ ਵੇਖਦਾ ਹੋਵੇ, ਬਹੁਤ ਵਿਧੀਆਂ ਨਾਲ, ਬੜੇ ਚਾਅ ਦੇ ਨਾਲ ਇਹਨਾਂ ਰੰਗ ਤਮਾਸ਼ਿਆਂ 'ਚ ਲੱਗਾ ਰਿਹਾ ਹੋਵੇ, ਇੰਝ ਜੀਵਨ ਬਤੀਤ ਕਰਦਾ ਹੋਵੇ। ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ। ਇਹ ਸਾਰੀ ਮਾਇਆ ਹੀ ਜਿਹਦੇ ਵਿੱਚ ਉਹ ਫਸਿਆ ਹੋਇਆ। ਜੇ ਚਿੱਤ ਵਿੱਚ ਚੇਤੇ ਨਹੀਂ ਆਇਆ ਪਾਰ ਬ੍ਰਹਮ ਪਰਮਾਤਮਾ ਅਕਾਲ ਪੁਰਖ, ਤਾਂ ਸਮਝ ਲੈਣਾ ਮਰ ਕੇ ਉਹ ਸੱਪ ਦੀ ਜੂਨ ਵਿੱਚ ਚਲਿਆ ਗਿਆ। ਅਨੇਕਾਂ ਜੂਨਾਂ ਸੱਪ ਦੀਆਂ ਹੰਡਾਉਣੀਆਂ ਪੈਣਗੀਆਂ। ਬਹੁਤ ਧਨਾੜ ਅਚਾਰਵੰਤ, ਬੜਾ ਧਨਾੜ ਸ਼ਾਹੂਕਾਰ ਧਨ ਦਾ ਮਾਲਕ ਹੋਵੇ। ਜਿਵੇਂ ਜਿਹੜਾ ਲਾਹੌਰ ਵਾਲਾ ਦੁਨੀ ਚੰਦ ਧੁੱਪੜ ਸੀ, ਉਹਨੇ 7 ਝੰਡੇ ਲਾਏ ਹੋਏ ਸੀ ਆਪਣੇ ਮਕਾਨ ਦੇ ਉੱਪਰ ਵੀ 7 ਲਖੀਆ ਸ਼ਾਹੂਕਾਰ ਹਾਂ। ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦਾ ਮਾਣ ਤੋੜਿਆ ਸੀ। ਬਹੁਤ ਧਨਾੜ, ਬੜਾ ਧਨਾੜ ਧਨ ਦਾ ਮਾਲਕ ਹੋਵੇ। ਆਚਾਰਵੰਤ, ਕਰਮ ਆਚਾਰ ਕਰਤੱਵ ਵੀ ਚੰਗੇ ਹੋਣ। ਸੋਭਾ ਨਿਰਮਲ ਰੀਤ, ਸੋਭਾ ਵੀ ਬੜੀ ਲੋਕ ਕਰਦੇ ਹੋਣ।
ਨਿਰਮਲ ਉਜਲ ਰੀਤੀ, ਚੰਗੀ ਰੀਤੀ, ਸਾਫ ਸੁਥਰੀ ਰੀਤੀ ਹੋਵੇ ਜੀਵਨ ਦੀ। ਮਾਤ ਪਿਤਾ ਸੁਤ ਭਾਈ ਆ ਸਾਜਨ ਸੰਗ ਪ੍ਰੀਤ। ਮਾਤਾ ਪਿਤਾ, ਪੁੱਤਰਾਂ, ਭਰਾਵਾਂ, ਸੱਜਣਾ ਸਾਰਿਆਂ ਨਾਲ ਉਹਦੀ ਪ੍ਰੀਤ ਵੀ ਹੋਵੇ, ਚੰਗਾ ਵਰਤਾਓ ਕਰਦਾ ਹੋਵੇ। ਲਸਕਰ ਤਰਕ ਸੰਬੰਧ ਬੰਧ, ਜੀਓ ਜੀਓ ਸਗਲੀ ਕੀਤ। ਤਰਕ ਸੰਬੰਧ, ਤਰਕਸ਼ ਹੁੰਦਾ ਤੀਰਾਂ ਵਾਲਾ ਪੱਥਾ। ਤਰਕਸ਼ ਬੰਧ, ਤੀਰਾਂ ਵਾਲੇ ਪੱਥੇ ਨੂੰ ਧਾਰਨ ਕੀਤਾ ਹੋਇਆ ਜਿਸ ਲਸ਼ਕਰ ਸਿਪਾਹੀਆਂ ਨੇ, ਫੌਜ ਨੇ, ਔਰ ਉਹ ਬੰਦਨਾ ਨਮਸਕਾਰਾਂ ਕਰਦੇ ਹੋਣ, ਭਾਵ ਤਰਕਸ਼ ਬੰਦ ਫੌਜ ਉਹਦੀ ਅੱਗੇ ਝੁਕਦੀ ਹੋਵੇ, ਨਮਸਕਾਰਾਂ ਕਰਦੀ, ਹੁਕਮ ਦੇ ਅਧੀਨ ਹੋਵੇ। ਜੀਓ ਜੀਓ ਸਗਲੀ ਕੀਤ, ਸਾਰੀ ਜਿਹੜੀ ਇਹ ਫੌਜ ਜਾਂ ਸਾਰੀ ਸ੍ਰਿਸ਼ਟੀ ਦੇ ਦੁਨੀਆ ਦੇ ਲੋਕ ਉਹਨੂੰ ਜੀਓ ਜੀਓ ਕਹਿਣ, ਸਾਰੇ ਜੀ ਜੀ ਕਰਨ ਉਹਦੇ ਅੱਗੇ, ਆਓ ਜੀ ਆਓ ਜੀ। ਚਿਤ ਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲਦੀਤ। ਜੇ ਇੰਨੇ ਸੁਖ ਮਾਣਦੇ ਵਿਅਕਤੀ ਨੂੰ, ਜਿਹਦਾ ਦੁਨੀਆ 'ਚ ਬੜਾ ਟੌਰ ਫਬਾਹ ਹੈ, ਲੋਕ ਸਲਾਹੁੰਦੇ ਹੋਣ, ਸੋਭਾ ਕਰਦੇ ਹੋਣ, ਚੰਗੇ ਕਰਤੱਵ ਉਹਦੇ ਦਿਸਦੇ ਹੋਣ, ਪਰ ਜੇ ਪ੍ਰਮਾਤਮਾ ਚਿਤ ਵਿੱਚ ਚੇਤੇ ਨਹੀਂ ਆਇਆ, ਵਾਹਿਗੁਰੂ ਦੇ ਸਿਮਰਨ ਨੂੰ ਜਿਹਨੇ ਭੁਲਾ ਛੱਡਿਆ ਨਾ, ਤਾਂ ਖੜ ਰਸਾਤਲ ਦੀਤ, ਲਿਜਾ ਕੇ ਰਸਾਤਲ ਨਰਕਾਂ ਵਿੱਚ ਹੀ ਦਿੱਤਾ ਜਾਏਗਾ, ਪਾਇਆ ਜਾਏਗਾ। ਤਾਂ ਆਖਰ ਉਹਨੂੰ ਲਿਜਾ ਕੇ ਨਰਕਾਂ ਵਿੱਚ ਹੀ ਸੁੱਟਿਆ ਜਾਏਗਾ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਉਹਦੀ, ਜਿਸ ਵਿਅਕਤੀ ਦੀ ਕਾਇਆ ਨੂੰ ਕੋਈ ਰੋਗ ਨਾ ਹੋਵੇ ਲੱਗਾ, ਐਨ ਨਰੋਆ ਸਰੀਰ ਹੋਵੇ, ਨਰੋਗ ਸਰੀਰ ਹੋਵੇ। ਛਿਦਰ ਹੁੰਦਾ ਹੈ ਛੇਕ, ਕਿਸੇ ਪ੍ਰਕਾਰ ਦਾ ਕੋਈ ਛੇਕ ਨਾ, ਮਤਲਬ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਊਣਤਾਈ ਨਾ ਹੋਵੇ। ਨਾ ਕਿਛ ਕਾੜਾ ਸੋਗ, ਨਾ ਕਿਤੇ ਮਨ ਨੂੰ ਚਿੰਤਾ ਝੋਰੇ ਵਿਆਪਦੇ ਹੋਣ। ਕਾੜਾ ਕੱਢਣਾ ਮਨ ਦਾ, ਮਨ ਕਲਪਦਾ ਰਹਿਣਾ, ਸੋਗ ਹੋਣਾ, ਨਾ ਸੋਗ ਹੋਵੇ, ਨਾ ਅੰਦਰ ਕੋਈ ਕਲਪਨਾ ਹੋਵੇ। ਮਿਰਤ ਨਾ ਆਵੀ ਚਿੱਤ ਤਿਸ, ਉਸ ਨੂੰ ਮੌਤ ਵੀ ਚੇਤੇ ਨਾ ਆਉਂਦੀ ਹੋਵੇ, ਚਿੱਤ ਵਿੱਚ ਚੇਤੇ ਨਾ ਆਉਂਦੀ ਹੋਵੇ। ਅਹਨਸ ਭੋਗੈ ਭੋਗ, ਦਿਨ ਤੇ ਰਾਤ ਪਦਾਰਥਾਂ ਨੂੰ ਭੋਗਦਾ ਹੋਵੇ, ਪਦਾਰਥਾਂ ਦੇ ਭੋਗ ਭੋਗਦਾ ਹੋਵੇ, ਖਾਂਦਾ ਪੀਂਦਾ, ਮੌਜਾਂ ਮਾਣਦਾ ਹੋਵੇ। ਸਭ ਕਿਛ ਕੀਤੋਂ ਨੇ ਆਪਣਾ, ਜੀਏ ਨਾ ਸੰਕ ਧਰਿਆ। ਸਭ ਕੁਛ ਹੀ ਆਪਣਾ ਬਣਾ ਲਿਆ ਹੋਵੇ, ਬਹੁਤ ਕੁਝ ਉਹਦਾ ਆਪਣਾ ਹੋਵੇ, ਧਨ ਦੌਲਤ, ਜਗੀਰਾਂ, ਸਰਦਾਰੀਆਂ, ਫੌਜਾਂ, ਪਦਾਰਥ, ਤੇ ਨਿਸੰਗ ਹੋ ਕੇ ਭੋਗਦਾ ਹੋਵੇ। ਕੋਈ ਸੰਕ, ਕੋਈ ਸ਼ੰਕਾ ਨਾ ਜੀ ਚਿੱਤ ਦੇ ਅੰਦਰ ਧਾਰਨ ਕਰਦਾ ਹੋਵੇ, ਭਾਵ ਕਿਸੇ ਪਾਸੋਂ ਵੀ ਸੰਕੋਚ ਨਹੀਂ, ਕੁਝ ਵੀ ਖਾਣਾ ਪੀਣਾ ਵਰਤਣਾ, ਜੋ ਮੌਜਾਂ ਮੰਨਣੀਆਂ, ਨਿਸੰਗ ਹੋ ਕੇ ਮੌਜਾਂ ਮਾਣਦਾ ਹੋਵੇ। ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਭਰਿਆ। ਪਰ ਜੇ ਐਸੇ ਵਿਅਕਤੀ ਨੂੰ ਪਾਰ ਬ੍ਰਹਮ ਪਰਮਾਤਮਾ ਚਿਤ ਵਿੱਚ ਚੇਤੇ ਨਹੀਂ ਨਾ ਆਇਆ, ਤਾਂ ਜਮ ਜੋ ਧਰਮਰਾਜ ਹੈ, ਉਹਦੇ ਕੰਕਰ ਜਿਹੜੇ ਸੇਵਕ ਨੇ, ਦੂਤ, ਵਸ ਭਰਿਆ, ਉਹਨਾਂ ਦੇ ਵਸ ਪੈ ਗਿਆ ਅੰਤ ਨੂੰ। ਇਹ ਹਾਲਤ ਹੋਏਗੀ। ਕਿਰਪਾ ਕਰੇ ਜਿਸ ਪਾਰ ਬ੍ਰਹਮ। ਹੁਣ ਹਜ਼ੂਰ ਸਿਧਾਂਤ ਦੱਸ ਰਹੇ ਨੇ ਜੀਵਨ ਦਾ ਵੀ ਕੀ ਕਰਨਾ ਚਾਹੀਦਾ। ਇਹ ਹੈ ਵਾਹਿਗੁਰੂ ਦੀ ਕਿਰਪਾ। ਆਮ ਤੌਰ 'ਤੇ ਅਸੀਂ ਸਮਝਦੇ ਹਾਂ ਜਿਨ੍ਹਾਂ ਕੋਲ ਧਨ ਪਦਾਰਥ ਦੌਲਤਾਂ ਬਹੁਤੀਆਂ, ਉਹ ਕਿਰਪਾ ਵਾਲੇ ਨੇ। ਹੈ ਤਾਂ ਸਾਰਾ ਕੁਛ, ਸਰੀਰ ਵੀ ਸਾਡਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਬਣਿਆ। ਪਰ ਜੋ ਅਸਲ ਕਿਰਪਾ, ਵੱਡੀ ਕਿਰਪਾ, ਉਹਦੇ ਬਾਰੇ ਜ਼ਿਕਰ ਕਰ ਰਹੇ ਨੇ ਵੀ ਜਿਸ 'ਤੇ ਕਿਰਪਾ ਕਰੇ ਨਾ ਪਾਰ ਬ੍ਰਹਮ ਪਰਮਾਤਮਾ, ਹੋਵੇ ਸਾਧੂ ਸੰਗ, ਉਹਨੂੰ ਪ੍ਰਾਪਤ ਹੋ ਜਾਂਦਾ ਸਾਧੂ ਜਨਾਂ ਦਾ ਸੰਗ, ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਜਿਉਂ ਜਿਉਂ ਉਹ ਵਧਾਈ ਹੈ, ਜਿਵੇਂ ਜਿਵੇਂ ਉਹ ਵਧਾਈ ਜਾਂਦਾ ਸਤ ਸੰਗ ਨੂੰ, ਸਾਧੂਆਂ ਦਾ ਸੰਗ ਵਧਾਈ ਜਾਂਦਾ ਆਪਣੇ ਜੀਵਨ ਵਿੱਚ, ਤਿਉਂ ਤਿਉਂ ਹਰ ਸਿਉ ਰੰਗ, ਤਿਵੇਂ ਤਿਵੇਂ ਹੀ ਉਹਦੇ ਮਨ ਅੰਦਰ ਹਰੀ ਪਰਮਾਤਮਾ ਦਾ ਰੰਗ ਪੈਦਾ ਹੋਈ ਜਾਂਦਾ। ਰੰਗ ਨਾਮ ਪ੍ਰੇਮ ਦਾ। ਤਿਵੇਂ ਤਿਵੇਂ ਉਹਦੇ ਮਨ ਅੰਦਰ ਹਰੀ ਪਰਮਾਤਮਾ ਨਾਲ ਲਗਾਓ, ਪ੍ਰੇਮ ਬਣਦਾ ਜਾਂਦਾ। ਇਹ ਵੱਡੀ ਬਖਸ਼ਿਸ਼ ਹੈ। ਹੁਣ ਹਜ਼ੂਰ ਕਹਿੰਦੇ ਨੇ ਕੀ ਵਸ ਹੈ ਕਿਸੇ ਦੇ। ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਥਾਓ। ਦੋ ਸਿਰੇ ਹਨ ਸੰਸਾਰ ਦੇ, ਦੋ ਪੱਖ, ਮਤਲਬ ਦੋ ਸਿਰੇ, ਇੱਕ ਦੁਨੀਆ ਵਾਲਾ, ਇੱਕ ਦੀਨ ਵਾਲਾ, ਇੱਕ ਸੰਸਾਰ ਦੇ ਸੁੱਖਾਂ ਨੂੰ ਮੰਨਣ ਵਾਲਾ ਤੇ ਇੱਕ ਪਰਮਾਤਮਾ ਦੇ ਰਾਹ 'ਤੇ ਚੱਲਣ ਵਾਲਾ, ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ। ਇਹ ਦੋਹਾਂ ਸਿਰਿਆਂ ਦਾ ਖਸਮ ਮਾਲਕ ਪਰਮਾਤਮਾ ਹੀ ਹੈ, ਵਾਹਿਗੁਰੂ ਜੀ। ਅਵਰ ਨਾ ਦੂਜਾ ਥਾਂ, ਉਸ ਤੋਂ ਬਗੈਰ ਹੋਰ ਕੋਈ ਦੂਜਾ ਥਾਂ ਨਹੀਂ ਜਿੱਥੋਂ ਜਾ ਕੇ ਕੁਛ ਅਸੀਂ ਪ੍ਰਾਪਤ ਕਰ ਸਕੀਏ। ਜਿਹੜਾ ਸਾਡੇ ਕਰਮਾਂ ਵਿੱਚ ਕੋਈ
ਰੇਖ ਵਿੱਚ ਮੇਖ ਮਾਰਦੇ, ਸਾਨੂੰ ਇਹ ਬਖਸ਼ਿਸ਼ ਕਰਦੇ, ਸਾਧੂਆਂ ਦਾ ਸੰਗ ਮਿਲਾ ਦੇ। ਇਹ ਹੋਰ ਕੋਈ ਥਾਂ ਨਹੀਂ ਜਿੱਥੋਂ ਪ੍ਰਾਪਤ ਹੋ ਜਾਏ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਜਦੋਂ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਤੇ ਪੂਰੇ ਸਤਿਗੁਰੂ ਨਾਲ ਬਣਾਉਂਦਾ, ਤੇ ਸਤਿਗੁਰੂ ਦੀ ਪ੍ਰਸੰਨਤਾ ਮਿਲ ਜਾਏ ਤੇ ਵਾਹਿਗੁਰੂ ਦਾ ਸੱਚਾ ਨਾਮ ਪ੍ਰਾਪਤ ਹੁੰਦਾ। ਜਦੋਂ ਸਤਿਗੁਰੂ ਜੀ ਤੁੱਠ ਪਏ, ਪ੍ਰਸੰਨਤਾ ਦੇ ਘਰ ਵਿੱਚ ਆਏ, ਤਾਂ ਪਾ ਲਿਆ ਵਾਹਿਗੁਰੂ ਪਰਮਾਤਮਾ ਦਾ ਸੱਚਾ ਨਾਮ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਅਸ਼ਟਪਦੀ ਸੰਪੂਰਨ ਕੀਤੀ ਹੈ। ਅਗਲੀ ਅਸ਼ਟਪਦੀ ਵਿੱਚ ਬਚਨ ਫਰਮਾ ਰਹੇ ਨੇ। ਸ੍ਰੀ ਰਾਗ ਮਹੱਲਾ ਪੰਜਵਾ, ਘਰ ਪੰਜਵਾ। ਇਸ ਰਾਗ ਦੇ ਪੰਜਵੇਂ ਘਰ ਸੁਰ ਤਾਲ ਅੰਦਰ ਅਗਲਾ ਸ਼ਬਦ ਉਚਾਰਦੇ ਹਨ। ਅਗਲੀ ਅਸ਼ਟਪਦੀ। ਜਾਨੋ ਨਹੀਂ ਭਾਵੈ ਕਵਨ ਬਾਤਾ। ਮੈਂ ਜਾਣਦਾ ਨਹੀਂ ਹਾਂ ਕਿ ਵਾਹਿਗੁਰੂ ਪਰਮਾਤਮਾ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਮਨ ਖੋਜ ਮਾਰਗ। ਸਾਨੂੰ ਸਿੱਖਿਆ ਦੇ ਰਹੇ ਨੇ ਵੀ ਆਪਣੇ ਮਨ ਨੂੰ ਸਮਝਾਓ, ਕਹੋ ਕਿ ਮਨਾ ਤੂੰ ਵੀ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਮਾਰਗ ਖੋਜ ਲੱਭ, ਢੂੰਡ ਭਾਲ ਕਰ। ਰਹਾਓ ਧਿਆਨੀ ਧਿਆਨ ਲਾਵਹਿ। ਜੋ ਧਿਆਨੀ ਸਮਾਧੀਆਂ ਲਾਉਣ ਵਾਲੇ ਪੁਰਸ਼ ਨੇ ਉਹ ਧਿਆਨ ਲਾਉਂਦੇ ਹਨ, ਅੰਤਰਾਤਮੇ ਜੁੜਨ ਦਾ ਯਤਨ ਕਰਦੇ ਨੇ, ਸਮਾਧੀਆਂ ਲਾਉਂਦੇ ਹਨ, ਧਿਆਨ ਜੋੜਦੇ ਹਨ। ਗਿਆਨੀ ਗਿਆਨ ਕਮਾਵੇ। ਜਿਹੜਾ ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ 'ਚ ਲਿਖਿਆ ਗਿਆਨ ਹੈ ਆਤਮਾ ਪਰਮਾਤਮਾ ਬਾਰੇ, ਉਹ ਗਿਆਨਵਾਨ ਲੋਕ, ਗਿਆਨੀ ਲੋਕ ਉਸ ਗਿਆਨ ਨੂੰ ਕਮਾਉਂਦੇ ਹਨ। ਪ੍ਰਭ ਕਿਨ ਹੀ ਜਾਤਾ। ਪਰ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਕਿਸੇ ਵਿਰਲੇ ਨੇ ਹੀ ਜਾਣਿਆ ਹੈ। ਭਗਉਤੀ ਰਹਿਤ ਜੁਗਤਾ। ਜੋ ਭਗਉਤੀਏ ਨੇ ਉਹ ਤੁਲਸੀ ਮਾਲਾ ਆਦਿਕ ਪਾਉਣ ਦੀ ਜਿਹੜੀ ਰਹਿਤ ਹੈ, ਇਹਦੇ ਵਿੱਚ ਹੀ ਜੁਗਤਾ ਜੁੜੇ ਹੋਏ ਨੇ। ਜੋਗੀ ਕਹਿਤ ਮੁਕਤਾ। ਤੇ ਜੋਗੀ ਕਹਿੰਦਾ ਕਿ ਮੈਂ ਮੁਕਤਾ ਹਾਂ, ਸੁਤੰਤਰ ਆਜ਼ਾਦ ਹੋ ਗਿਆ, ਬੰਦ ਖਲਾਸੀ ਮੇਰੀ ਹੋ ਗਈ, ਮੈਂ ਹੀ ਮੁਕਤਾ ਹਾਂ, ਮੁਕਤ ਰੂਪ ਹਾਂ, ਆਜ਼ਾਦ ਹਾਂ। ਤਪਸੀ ਤਪਹਿ ਰਾਤਾ। ਤੇ ਤਪੱਸਿਆ ਕਰਨ ਵਾਲਾ ਤਪ ਕਰਨ ਵਿੱਚ ਹੀ ਰੰਗਿਆ ਹੋਇਆ, ਸਰੀਰ ਨੂੰ ਹੀ ਤਾਈ ਜਾਂਦਾ, ਦੁੱਖ ਦੇਈ ਜਾਂਦਾ। ਮੋਨੀ ਮੋਨ ਧਾਰੀ। ਤੇ ਜਿਹੜੇ ਮੋਨ ਧਾਰੀ ਹੋਣ ਵਾਲੇ ਨੇ ਉਹ ਮੋਨੀ ਚੁੱਪ ਵੱਟ ਕੇ ਬਹਿ ਗਏ ਨੇ ਕਿ ਅਸੀਂ ਚੁੱਪ ਰਹਿਣ ਵਿੱਚ ਹੀ ਇਹ ਸਾਡੀ ਭਗਤੀ ਹੈ। ਸੰਨਿਆਸੀ ਬ੍ਰਹਮਚਾਰੀ। ਸੰਨਿਆਸੀ ਲੋਕ ਸੰਨਿਆਸ ਵਿੱਚ ਰੰਗੇ ਹੋਏ ਨੇ, ਤਿਆਗ ਵਿੱਚ। ਬ੍ਰਹਮਚਰਜ ਵਾਲੇ ਬ੍ਰਹਮਚਾਰੀ ਕਹਾਉਣ ਵਿੱਚ ਹੀ ਰੰਗੇ ਹੋਏ ਨੇ ਵੀ ਅਸੀਂ ਬ੍ਰਹਮਚਾਰ ਨੂੰ ਧਾਰਨ ਕੀਤਾ, ਇਹੋ ਹੀ ਭਗਤੀ। ਉਦਾਸੀ ਉਦਾਸ ਰਾਤਾ। ਜਿਹੜੇ ਦੁਨੀਆ ਵੱਲੋਂ ਉਪਰਾਮ ਹੋ ਗਏ ਉਹ ਇਸ ਉਪਰਾਮਤਾ ਵਿੱਚ ਹੀ ਰੰਗਿਆ ਹੋਇਆ। ਉਦਾਸੀ ਮਨੁੱਖ। ਭਗਤ ਨਵੈ ਪ੍ਰਕਾਰਾ। ਤੇ ਇੱਕ ਕਹਿੰਦੇ ਨੇ ਕਿ ਅਸੀਂ ਨਵਦਾ ਭਗਤੀ ਕਰਦੇ ਹਾਂ। 9 ਪ੍ਰਕਾਰ ਦੀ ਭਗਤੀ। ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ। ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਸਰਵਣ ਕੰਨਾਂ ਦੇ ਨਾਲ ਇੱਕ ਰਸ ਪਰਮਾਤਮਾ ਦਾ ਨਾਮ ਸੁਣਨਾ। ਜਿਵੇਂ ਕਹਿੰਦੇ ਪਸੁੰਡ ਰੇਖੀ ਕਿਸੇ ਸ਼ਰਾਪ ਕਰਕੇ ਕਾਗ ਦੀ ਜੂਨ 'ਚ ਪਿਆ ਤੇ ਉਹ ਕਾਕ ਪਸੁੰਡ ਉਸਨੂੰ ਕਹਿੰਦੇ ਨੇ, ਉਹ ਆਪਣੇ ਸਰੀਰ ਵਿੱਚੋਂ ਹੀ ਨਾਮ ਸੁਣਦਾ ਰਹਿੰਦਾ, ਸਮਾਧੀ ਲੱਗੀ ਰਹਿੰਦੀ ਹੈ। ਤੇ ਇਸੇ ਪ੍ਰਕਾਰ ਸਿਮਰਨ, ਜਿਵੇਂ ਕਹਿੰਦੇ ਸ਼ੇਸ਼ ਨਾਗ 2000 ਜ਼ਬਾਨਾਂ ਨਾਲ ਨਿਤ ਨਵੇਂ ਨਾਮ ਉਚਾਰਦਾ ਵਾਹਿਗੁਰੂ ਦੇ। ਦਸਮ ਪਾਤਸ਼ਾਹ ਨੇ ਬਚਨ ਕੀਤਾ, ਸ਼ੇਸ਼ ਨਾਗ ਫਨ ਸਹਿਸ ਬਨਾਈ, ਦੈ ਸਾਂਸ ਰਸਨਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਸੋ ਇਸ ਪ੍ਰਕਾਰ 1000 ਉਹਦੀ ਫਨ ਹੈ ਤੇ 2000 ਜ਼ਬਾਨਾਂ ਹਨ, ਉਹਨਾਂ ਨਾਲ ਤੇਰੇ ਨਵੇਂ ਨਾਂ ਉਚਾਰਦਾ। ਸੋ ਇਸ ਤਰ੍ਹਾਂ ਸਰਵਣ ਸਿਮਰਨ ਕੀਰਤਨ। ਕੀਰਤਨ ਜਸ ਗਾਉਣਾ ਵਾਹਿਗੁਰੂ ਦਾ, ਜਿਵੇਂ ਨਾਰਦ ਮੁਨੀ ਕਹਿੰਦੇ ਬੀਣਾ ਵਜਾ ਕੇ ਜਸ ਗਾਉਂਦਾ। ਸੋ ਸਾਡੇ ਪੰਥ ਵਿੱਚ ਗੁਰਮੁਖ ਪਿਆਰੇ ਬਾਬਾ ਸ਼ਾਮ ਸਿੰਘ ਜੀ ਹੋਏ ਨੇ, ਕੀਰਤਨ ਦੇ ਨਾਲ ਰੰਗੇ ਹੋਏ। ਭਾਈ ਮਨਸਾ ਸਿੰਘ ਜੀ ਵਰਗੇ ਗੁਰਮੁਖ, ਭਾਈ ਮਰਦਾਨਾ ਜੀ ਉਹਨਾਂ ਦੇ ਸ਼ਾਗਿਰਦ ਹਰੀਦਾਸ ਵਰਗੇ ਵਾਹਿਗੁਰੂ ਦੇ ਕੀਰਤਨ ਵਿੱਚ ਰੰਗੀਆਂ ਹੋਈਆਂ ਰੱਬੀਆਂ ਰੂਹਾਂ। ਇਸ ਤਰ੍ਹਾਂ ਇੱਕ ਭਗਤੀ ਆ, ਇਹ ਨਵਦਾ ਭਗਤੀ ਦਾ ਇੱਕ ਅੰਗ ਹੈ ਕੀਰਤਨ। ਪਾਦ ਸੇਵ। ਚਰਨਾਂ ਦੀ ਸੇਵਾ ਕਰਨੀ, ਦਾਸ ਬਣ ਕੇ ਨਾ ਨੀਵੇਂ ਹੋ ਕੇ ਭਗਤੀ ਵਾਲਿਆਂ ਲੋਕਾਂ ਦੀ ਚਰਨਾਂ ਦੀ ਸੇਵਾ ਕਰਨੀ। ਜਿਵੇਂ ਪੁਰਾਤਨ ਸਮੇਂ 'ਚ ਘਰ 'ਚ ਸਾਦੇ ਸੀ ਗੁਰਸਿੱਖ ਸੰਗਤਾਂ ਨੂੰ, ਤੇ ਪਾਣੀ ਕੋਸਾ ਕਰਕੇ ਚਰਨ ਧੋਏ ਜਾਂਦੇ ਸਨ। ਸੋ ਇਸ ਪ੍ਰਕਾਰ ਗੁਰਸਿੱਖਾਂ ਦੀ ਸੇਵਾ ਕਰਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਪਿਪਲੀ ਸਾਹਿਬ ਜਾ ਕੇ, ਜਿਵੇਂ ਧੰਨੀ ਪੋਠੋਹਾਰ ਆਦਿਕ ਇਲਾਕੇ ਦੀਆਂ ਆਈਆਂ ਸੰਗਤਾਂ ਦੀ ਭੇਸ ਬਦਲਾ ਕੇ ਮੁੱਠੀ ਚਾਪੀ ਵੀ ਕੀਤੀ ਸੀ, ਪ੍ਰਸ਼ਾਦਾ ਵੀ ਛਕਾਇਆ ਸੀ, ਪੱਖਾ ਵੀ ਚੱਲਿਆ ਸੀ।
इस प्रकार पूरने पाए। यूँ पाद सेव अरचान अर्चना सुगंधियाँ छिड़कणियाँ अपने इष्ट देव दे अगे फुੱਲ आदਿਕ ਭੇਟਾ ਕਰਨ। ਦਾਸਾ ਭਾਵ ਧਾਰ ਕੇ ਸੇਵਾ ਕਮਾਉਣੀ, ਜਿਵੇਂ ਹਨੂਮਾਨ ਰਾਮਚੰਦਰ ਜੀ ਦਾ ਅਨੰਨ ਸੇਵਕ ਮੰਨਿਆ। ਸਖਪਨ ਸਖਾਪੁਣਾ ਨਿਭਾਉਣਾ, ਭਰਾਤਰੀ ਭਾਵ ਨਿਭਾਉਣਾ, ਜਿਵੇਂ ਲక్ష్మణ ਨੇ ਨਿਭਾਇਆ ਸੀ ਰਾਮਚੰਦਰ ਜੀ ਨਾਲ। ਇਹ ਦ੍ਰਿਸ਼ਟਾਂਤ ਹਨ। ਬੰਦਨਾ ਨਮਸਕਾਰ ਕਰਨੀ ਆਪਣੇ ਇਸ਼ਟ ਦੇ ਅੱਗੇ ਰੋਜ਼, ਅਤੇ ਇਸੇ ਤਰ੍ਹਾਂ ਸਰਬ ਨਿਵੇਦਨ ਜਾਨ, ਸਭ ਕੁਝ ਹੀ ਕੁਰਬਾਨ ਕਰ ਦੇਣਾ। ਰਾਜੇ ਬਲ ਨੇ ਜਿਵੇਂ ਕੀਤਾ ਸੀ, ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਅਨੁਯਾਈਆਂ ਤੋਂ, ਆਪਣੇ ਸਿੱਖਾਂ ਤੋਂ ਆਪਣਾ ਸਰਬੰਸ ਕੁਰਬਾਨ ਕਰਕੇ ਸਾਡੇ ਲਈ ਮਹਾਨ ਪੂਰਨੇ ਪਾਤੇ, ਪ੍ਰੈਕਟੀਕਲ ਤੌਰ 'ਤੇ, ਅਮਲੀ ਤੌਰ 'ਤੇ। ਅਤੇ ਉਹਨਾਂ ਦੇ ਪੂਰਨਿਆਂ 'ਤੇ ਚੱਲਦਿਆਂ ਜਿਵੇਂ ਭਾਈ ਸ਼ਬੇਗ ਸਿੰਘ ਨੇ ਆਪਣਾ ਇਕਲੌਤਾ ਪੁੱਤ ਕੁਰਬਾਨ ਕਰਦਾ ਸੀ, ਇਸ ਪ੍ਰਕਾਰ ਸਰਬ ਕੁਝ ਕੁਰਬਾਨ ਕਰ ਦੇਣਾ। ਇਹ ਨਵਦਾ 9 ਪ੍ਰਕਾਰ ਦੀ ਭਗਤੀ ਹੈ। ਅਤੇ ਸਤਿਗੁਰੂ ਜੀ ਨੇ ਇੱਕ ਹੋਰ ਭਗਤੀ ਦੱਸੀ ਹੈ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਪ੍ਰੇਮ ਦੇ ਸਹਿਤ ਭਗਤੀ, ਪ੍ਰੇਮ ਹੀ ਅੰਦਰ ਪੈਦਾ ਹੋ ਜਾਏ ਅਤੇ ਸਾਰੀਆਂ ਭਗਤੀਆਂ ਪ੍ਰਵਾਨ ਹੋ ਜਾਂਦੀਆਂ। ਪ੍ਰੇਮ ਬੜੀ ਵੱਡੀ ਸ਼ੈ ਹੈ। ਜਿਵੇਂ ਮਾਈ ਦੇਸਾਂ ਦਾ ਗੁਰੂ ਕਲਗੀਧਰ ਦੇ ਚਰਨਾਂ ਨਾਲ ਪ੍ਰੇਮ ਸੀ, ਜਿਵੇਂ ਸੈਦੇ ਮਲਾਹ ਨੇ ਪ੍ਰੇਮ ਕੀਤਾ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ। ਇਹ ਤੇ ਆਦਿਕ। ਸੋ ਹਜ਼ੂਰ ਕਹਿੰਦੇ ਨੇ ਭਗਤ ਨਵੇਂ ਪ੍ਰਕਾਰਾ, ਇੱਕ ਨਵਦਾ ਭਗਤੀ ਕਰਨ ਵਾਲੇ 9 ਪ੍ਰਕਾਰ ਦੀ ਭਗਤੀ। ਪੰਡਤ ਵੇਦ ਪੁਕਾਰਾ, ਪੰਡਤ, ਪੰਡਾ ਨਾਮ ਬੁੱਧੀ ਦਾ ਤੱਤ ਸਿਧਾਂਤ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਉਹਨਾਂ ਵਿਚਲੇ ਸਿਧਾਂਤ ਨੂੰ ਜਿਹਦੀ ਬੁੱਧ ਗ੍ਰਹਿਣ ਕਰ ਲੈ, ਉਹਨੂੰ ਅਸਲ ਵਿੱਚ ਕਹਿੰਦੇ ਨੇ ਪੰਡਤ। ਵਿਦਿਆ ਪੜ੍ਹਨ ਵਾਲੇ ਪੰਡਤ ਵਿਦਵਾਨ, ਵੇਦ ਪੁਕਾਰਾ, ਪੰਡਤ ਨੇ ਵੇਦ ਨੂੰ ਉੱਚੀ ਉੱਚੀ ਬੋਲ ਕੇ ਸੁਣਾਉਣਾ ਹੀ ਭਗਤੀ ਮੰਨ ਲਿਆ। ਗਿਰਸਤੀ ਗਿਰਸਤ ਧਰਮਾਤਾ, ਅਤੇ ਜੋ ਗ੍ਰਸਤੀ ਆ ਘਰ ਪਰਿਵਾਰ ਵਾਲਾ, ਉਹ ਗ੍ਰਸਤ ਧਰਮ ਨੂੰ ਨਿਭਾਉਣ ਵਿੱਚ ਧਰਮਾਤਾ ਬਣਿਆ ਹੋਇਆ ਵੀ ਮੈਂ ਬੜਾ ਧਰਮੀ ਹਾਂ। ਇੱਕ ਸ਼ਬਦੀ ਬਹੁਰੂਪ ਅਵਤੂਤਾ, ਇੱਕ ਹੁੰਦੇ ਨੇ ਸ਼ਬਦੀਏ, ਇੱਕ ਸ਼ਬਦ ਨੂੰ ਬੋਲਣ ਵਾਲੇ, ਅਲੱਖ ਅਲੱਖ ਬੋਲਣ ਵਾਲੇ ਸ਼ਬਦੀਏ ਕਹਾਉਂਦੇ ਨੇ। ਬਹੁਰੂਪ, ਇੱਕ ਬਹੁਤੇ ਰੂਪ, ਵੱਖਰੇ ਵੱਖਰੇ ਵੰਨ ਸੁਵੰਨੇ ਰੂਪ ਬਣਾਉਣ ਵਾਲੇ, ਭੇਖ ਬਣਾਉਣ ਵਾਲੇ, ਬਹਿਰੂਪੀਏ ਜਾਂ ਬਹੁਰੂਪੀਏ ਕਹਿ ਦਿੰਦੇ ਨੇ। ਅਵਧੂਤਾ, ਇੱਕ ਨਾਗੇ ਸਾਧੂ ਹਨ ਅਵਧੂਤ ਕਹਾਉਣ ਵਾਲੇ। ਕਾਪੜੀ, ਕੌਤੇ, ਜਾਗੂਤਾ, ਇੱਕ ਕਾਪੜੀਏ ਹਨ ਭਈ ਅਸੀਂ ਇਹ ਚਿੱਟਾ ਹੀ ਕੱਪੜਾ ਪਹਿਨਣਾ ਜਾਂ ਭਗਵਾ ਹੀ ਪਹਿਨਣਾ, ਇਹੋ ਹੀ ਲਿਬਾਸ, ਇਹੋ ਹੀ ਕੱਪੜਾ ਚੰਗਾ, ਕਿਉਂ ਕੱਪੜੇ 'ਚ ਹੀ ਤਦਾਕਾਰ ਹੋ ਰਹਿਣਾ। ਇੱਕ ਕੌਤੇ ਕਵੀ ਲੋਕ, ਅਤੇ ਜਾਗੂਤਾ ਇੱਕ ਜਾਗੇ ਕਰਨ ਵਾਲੇ, ਰਾਤ ਭਰ ਜਾਗਦੇ ਰਹਿਣ। ਇੱਕ ਤੀਰਥ ਨਾਤਾ, ਇੱਕ ਕੱਕੇ ਨੂੰ ਸਿਹਾਰੀ ਹੈ, ਮਤਲਬ ਕਈ ਲੋਕ ਇੱਕ ਐਸੇ ਹਨ ਤੀਰਥਾਂ 'ਤੇ ਨਹਾਉਣ ਵਿੱਚ ਹੀ ਉਹਨਾਂ ਨੇ ਭਗਤੀ ਮੰਨੀ ਹੈ। ਨਿਰਹਾਰ ਵਰਤੀ ਆਪਰਸਾ, ਇੱਕ ਆਹਾਰ ਹੁੰਦਾ ਭੋਜਨ, ਨਿਰਹਾਰ ਮੈਨੇ ਨਿਰਾਹਾਰ, ਭੋਜਨ ਤੋਂ ਬਗੈਰ ਹੀ ਰਹਿਣਾ। ਪਰ ਅਸੀਂ ਹਵਾਈ ਪਵਨਹਾਰੀ, ਹਵਾ ਹੀ ਛਕਦੇ ਹਾਂ, ਨਿਰਾਹਾਰੀ। ਇਸ ਤਰ੍ਹਾਂ ਨਿਰਾਹਾਰ ਵਰਤੀ ਹਨ। ਅਪਰਸਾ, ਇੱਕ ਅਛੋਹ ਲੋਕ, ਅਤੇ ਅਸੀਂ ਕਿਸੇ ਨੂੰ ਛੂਹਣਾ ਨਹੀਂ, ਕੋਈ ਸਾਨੂੰ ਨਾ ਛੂਹੇ, ਅਸੀਂ ਭਿੱਟੇ ਨਾ ਜਾਈਏ, ਇਸ ਤਰ੍ਹਾਂ ਦੇ ਅਪਰਸ ਕਹਾਉਣ ਵਾਲੇ। ਇੱਕ ਲੂਕ ਨਾ ਦੇਵਹਿ ਦਰਸਾ, ਇੱਕ ਲੁਕ ਜਾਂਦੇ ਹਨ ਗੁਫਾ ਦੇ ਅੰਦਰ। ਸਤਿਗੁਰੂ ਮਹਾਰਾਜ ਨੇ ਖੰਡਨ ਕੀਤਾ, ਗੁਰੂ ਕਲਗੀਧਰ ਪਾਤਸ਼ਾਹ ਨੇ, ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ। ਮਹਾਰਾਜ ਕਹਿੰਦੇ ਨੇ ਜੇ ਗੁਫਾ 'ਚ ਲੁਕਿਆਂ ਰੱਬ ਮਿਲਦਾ ਹੋਵੇ ਤਾਂ ਉੱਲੂ ਹਮੇਸ਼ਾ ਦਿਨ ਚੜੇ ਲੁਕੇ ਰਹਿੰਦੇ ਆ ਸਾਰਾ ਦਿਨ, ਕਿਉਂਕਿ ਅੰਨੇ ਹੋ ਜਾਂਦੇ ਨੇ, ਦਿਨ ਵੇਲੇ ਦਿਸਦਾ ਕੁਛ ਨਹੀਂ। ਸੋ ਇਸ ਪ੍ਰਕਾਰ ਉੱਲੂਆਂ ਨਾਲ ਤਸ਼ਬੀਹ ਦਿੰਦੇ ਨੇ ਹਜ਼ੂਰ। ਪਰ ਹਜ਼ੂਰ ਇੱਥੇ ਗੁਰੂ ਅਰਜਨ ਦੇਵ ਜੀ ਵੀ ਕਹਿ ਰਹੇ ਨੇ ਵੀ ਇੱਕ ਐਸੇ ਹਨ ਕਿ ਲੁਕ ਜਾਂਦੇ ਨੇ ਅਤੇ ਲੁਕੇ ਗੁਫਾ ਵਿੱਚ ਬਾਹਰ ਨਿਕਲ ਕੇ ਦਿਖਾਈ ਨਹੀਂ ਦਿੰਦੇ ਕਿਸੇ ਨੂੰ। ਇੱਕ ਮਨ ਹੀ ਗਾਤਾ, ਇੱਕ ਐਸੇ ਹਨ ਕਿ ਆਪਣੇ ਮਨ ਦੇ ਅੰਦਰ ਹੀ ਆਪਣੇ ਆਪ ਨੂੰ ਗਿਆਤਾ ਸਮਝ ਬੈਠੇ, ਆਪਣੇ ਆਪ ਨੂੰ ਗਿਆਤਾ ਵੀ ਅਸੀਂ ਸਾਰੇ ਗਿਆਨਵਾਨ ਹੀ ਹਾਂ। ਘਾਟ ਨਾ ਕਿਨ ਹੀ ਕਹਾਇਆ, ਹੁਣ ਸਤਿਗੁਰੂ ਸਿਧਾਂਤ ਦੱਸ ਰਹੇ ਨੇ ਵੀ ਕਿਸੇ ਨੇ ਵੀ ਆਪਣੇ ਆਪ ਨੂੰ ਘੱਟ ਕਹਾਇਆ ਹੀ ਨਹੀਂ। ਸਭ ਕਹਤੇ ਹੈ ਪਾਇਆ, ਜ਼ਬਾਨੀ ਜ਼ਬਾਨੀ ਕਹੀ ਜਾਂਦੇ ਨੇ ਸਾਰੇ ਹੀ ਵੀ ਅਸੀਂ ਵਾਹਿਗੁਰੂ ਨੂੰ ਪਾ ਲਿਆ ਹੈ। ਪਰ ਜਿਸ ਮੇਲੇ ਸੋ ਭਗਤਾ, ਇਹਨਾਂ ਸਾਰਿਆਂ ਵਿੱਚੋਂ ਜਿਸ 'ਤੇ ਬਖਸ਼ਿਸ਼ ਕਰਕੇ ਵਾਹਿਗੁਰੂ ਪਰਮਾਤਮਾ ਜਿਸ ਨੂੰ ਖੁਦ ਮੇਲ ਲਏ ਆਪਣੇ ਨਾਲ, ਉਹੀ ਭਗਤ ਪ੍ਰਵਾਨ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾਗੋ ਕਿਰਪਾ ਕੀਜੈ। ਪਤਾ ਨਹੀਂ ਕਿਹਦਾ ਪ੍ਰੇਮ ਵਾਹਿਗੁਰੂ ਨੂੰ ਪਸੰਦ ਹੈ, ਕਿਹਦਾ ਕਰਮ ਵਾਹਿਗੁਰੂ ਨੂੰ ਪਸੰਦ ਆ। ਜਿਹਨੂੰ ਉਹ ਮੇਲ ਲਵੇ ਉਹੀ ਭਗਤ ਅਸੀਂ ਮੰਨਾਂਗੇ। ਸਗਲ ਉਕਤ ਉਪਾਵਾ,
ਸਾਰੀਆਂ ਜਿਹੜੀਆਂ ਉਗਤੀਆਂ ਦਲੀਲਾਂ ਹਨ ਤੇ ਉਪਾਵ ਯਤਨ ਹਨ, ਤਿਆਗੀ ਸਰਨ ਪਾਵਾ। ਇਹ ਉਗਤੀਆਂ ਜੁਗਤੀਆਂ ਦਲੀਲਾਂ ਤੇ ਉਪਾਅ ਯਤਨ ਮੈਂ ਤਾਂ ਤਿਆਗ ਦਿੱਤੇ ਹਨ। ਇਹਨਾਂ ਨੂੰ ਤਿਆਗੀ ਬਣ ਕੇ ਮੈਂ ਆਪਣੇ ਆਪ ਨੂੰ ਵਾਹਿਗੁਰੂ ਦੀ ਸ਼ਰਨ 'ਚ ਪਾ ਦਿੱਤਾ। ਮੈਂ ਤਾਂ ਵਾਹਿਗੁਰੂ ਦੀ ਸ਼ਰਨ 'ਚ ਪਿਆ ਹੋਇਆ। ਨਾਨਕ ਗੁਰ ਚਰਨ ਪਰਾਤਾ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਮੈਂ ਦਾਸ ਤਾਂ ਗੁਰੂ ਦੇ ਚਰਨਾਂ 'ਚ ਪਿਆ ਹੋਇਆ। ਮੈਂ ਆਪਣੇ ਆਪ ਨੂੰ ਗੁਰੂ ਦੇ ਚਰਨ ਹੀ ਪਾ ਲਿਆ। ਗੁਰੂ ਦੇ ਚਰਨ ਹੀ ਪਛਾਣੇ ਹਨ ਕਲਿਆਣ ਕਰਨ ਵਾਲੇ। ਸੋ ਇਸ ਪ੍ਰਕਾਰ ਇੱਥੇ ਅਸ਼ਟਪਦੀਆਂ ਸੰਪੂਰਨ ਹੋਈਆਂ। ਹੁਣ ਅਸ਼ਟਪਦੀਆਂ ਤੋਂ ਲੰਬੇਰੇ ਸ਼ਬਦ, ਵੱਡੇ ਆਕਾਰ ਦੇ ਸ਼ਬਦ ਅੱਗੇ ਆਰੰਭ ਹੋ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ, ਸਭਨਾਂ ਦਾ ਪ੍ਰਕਾਸ਼ਕ ਰਚੇਤਾ, ਸਤ ਚੇਤਨ ਆਨੰਦ ਸਰੂਪ, ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਵਾਹਿਗੁਰੂ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਘਰ ਤੀਜਾ। ਤੀਸਰੇ ਘਰ ਸੁਰ ਤਾਲ ਅੰਦਰ ਹਜੂਰ ਉਚਾਰਨ ਕਰਦੇ ਹਨ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਤੂੰ ਦੋਵੇਂ ਪਾਸੇ ਲੱਗੇਗਾ। ਇਹਨੂੰ ਕਹਿੰਦੇ ਦੇਲੀ ਦੀਪਕ। ਜਿਹੜੇ ਪਹਿਲੇ ਬਚਨ ਜੋਗੀ ਅੰਦਰ ਜੋਗੀ, ਵੀ ਵਾਹਿਗੁਰੂ ਵਾਸਤੇ ਹੀ ਨੇ। ਇਹ ਵਾਹਿਗੁਰੂ ਜਿਹੜੇ ਯੋਗਾ ਅਭਿਆਸ ਕਮਾਉਣ ਵਾਲੇ ਨੇ, ਜਿਵੇਂ ਹੱਠ ਯੋਗ ਕਰਨ ਵਾਲੇ ਜਾਂ ਕੋਈ ਕਿਸੇ ਹੋਰ ਧਰਮ ਤਰੀਕੇ ਨਾਲ ਯੋਗ ਕਰਨ ਵਾਲਾ, ਅਸਲ ਵਿੱਚ ਜਿਹੜਾ ਤੇਰੇ ਨਾਲ ਜੁੜਿਆ ਹੋਇਆ ਅੰਦਰੋਂ ਉਹ ਜੋਗੀ ਆ। ਅਤੇ ਜੋਗੀ ਜਿਹੜੇ ਤੇਰੇ ਨਾਲ ਜੁੜੇ ਉਹਨਾਂ ਅੰਦਰ ਵੀ ਤੂੰ ਜੋਗੀ ਰੂਪ ਹੈ। ਜੋਗੀਆਂ ਦੇ ਅੰਦਰ ਜੋਗੀ ਰੂਪ ਤੂੰ ਹੀ ਆ ਸੱਚੇ ਪਾਤਸ਼ਾਹ। ਆਪਣੇ ਸਰੂਪ ਵਿੱਚ ਜੁੜਿਆ ਹੋਇਆ ਆਤਮਾ ਸਭ ਦੇ ਅੰਦਰ ਤੂੰ ਹੈ ਅਤੇ ਪਰਮਾਤਮਾ ਵੀ ਤੂੰ ਹੀ ਆ। ਸੋ ਇਸ ਪ੍ਰਕਾਰ ਇੱਕ ਦਾਤੇ ਇੱਕ ਭੇਖਾਰੀ ਜੀ, ਤੂੰ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰੀ ਪਰਮਾਤਮਾ ਆਪ ਹੀ ਠਾਕੁਰ, ਆਪ ਹੀ ਸੇਵਕ ਆ। ਸੋ ਇਸ ਪ੍ਰਕਾਰ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਜਿਹੜੇ ਰਾਜੇ ਮਹਾਰਾਜੇ ਭੋਗ ਭੋਗਣ ਵਾਲੇ, ਉਹਨਾਂ ਅੰਦਰ ਬੈਠਾ ਵੀ ਪਦਾਰਥਾਂ ਨੂੰ ਭੋਗਣ ਵਾਲਾ ਤੂੰ ਹੀ ਆ। ਇਹ ਹੈ ਬ੍ਰਹਮ ਦ੍ਰਿਸ਼ਟੀ। ਬ੍ਰਹਮ ਦ੍ਰਿਸ਼ਟੀ ਵਿੱਚ ਸੰਸਾਰ ਨੂੰ ਨਹੀਂ ਵੇਖਿਆ ਜਾਂਦਾ, ਲੋਕਾਂ ਦੇ ਕਰਮ ਨਹੀਂ ਵੇਖੇ ਜਾਂਦੇ, ਮੰਦਾ ਚੰਗਾ ਨਹੀਂ ਵੇਖਿਆ ਜਾਂਦਾ। ਇੱਕ ਪਰਮਾਤਮਾ ਦੀ ਜੋਤ ਨੂੰ ਵੇਖਿਆ ਜਾਂਦਾ ਅਤੇ ਤੱਤ ਮਿਥਿਆ ਦਾ ਵਿਵੇਚਨ ਕੀਤਾ ਹੁੰਦਾ ਵਿਵੇਕੀਆਂ ਨੇ। ਤੱਤ ਹੈ ਵਾਹਿਗੁਰੂ ਦੀ ਜੋਤ, ਮਿਥਿਆ ਹੈ ਸੰਸਾਰ ਜੋ ਦਿਖਾਈ ਦੇ ਰਿਹਾ। ਇਸ ਕਰਕੇ ਕਹਿੰਦੇ ਜੋਗੀਆਂ ਅੰਦਰ ਜੋਗੀ ਤੂੰ ਹੈ, ਭੋਗੀ ਦੇ ਅੰਦਰ ਭੋਗੀ ਰੂਪ ਤੂੰ ਹੈ। ਤੇਰਾ ਅੰਤ ਨਾ ਪਾਇਆ। ਵਾਹਿਗੁਰੂ ਤੇਰੇ ਗੁਣਾਂ ਦਾ, ਤੇਰੇ ਕਰਤੱਬਾਂ ਦਾ, ਤੇਰੇ ਸਰੂਪ ਦਾ ਕੋਈ ਅੰਤ ਨਹੀਂ ਪਾਇਆ ਕਿਸੇ ਨੇ। ਸੁਰਗ ਮੱਛ ਪਿਆਲ ਜੀਓ। ਸੁਰਗ ਵਿੱਚ ਵੀ, ਮੱਛ ਮਾਤਲੋਕ ਵਿੱਚ ਵੀ ਅਤੇ ਪਤਾਲ ਵਿੱਚ ਵੀ ਹੈ ਵਾਹਿਗੁਰੂ ਜੀਓ ਤੁਸੀਂ ਹੀ ਹੋ। ਜਾਂ ਸੁਰਗ 'ਚ ਵਸਣ ਵਾਲੇ ਦੇਵਤਿਆਂ ਨੇ, ਮੱਛ ਮਾਤਲੋਕ 'ਤੇ ਵਸਣ ਵਾਲਿਆਂ ਨੇ, ਪਤਾਲਾਂ 'ਚ ਵਸਣ ਵਾਲਿਆਂ ਵਿੱਚੋਂ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਹੈ। ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾਮ ਨੂੰ। ਹੇ ਵਾਹਿਗੁਰੂ ਮੈਂ ਮਨ ਕਰਕੇ ਵਾਰੀ ਗਿਆ ਵਾਂ ਤੇਰੇ ਤੋਂ ਬਲਿਹਾਰ, ਬਾਣੀ ਕਰਕੇ ਵੀ ਤੇਰੇ ਤੋਂ ਵਾਰ ਨੇ ਬਲਿਹਾਰ, ਔਰ ਸਰੀਰ ਕਰਕੇ ਵੀ ਸੱਚੇ ਪਾਤਸ਼ਾਹ ਤੇਰੇ ਨਾਮ ਤੋਂ ਕੁਰਬਾਨ। ਤੇਰੇ ਤੋਂ ਕੁਰਬਾਨ, ਤੇਰੇ ਨਾਮ ਤੋਂ ਕੁਰਬਾਨ। ਰਹਾਓ ਤੁਧ ਸੰਸਾਰ ਉਪਾਇਆ। ਹੇ ਵਾਹਿਗੁਰੂ ਜੀ ਤੁਸੀਂ ਸਾਰਾ ਸੰਸਾਰ ਉਪਾਇਆ ਰਚਿਆ ਹੈ। ਸਿਰੇ ਸਿਰ ਧੰਦੇ ਲਾਇਆ। ਸਿਰ ਬਸਿਰ ਇਕੱਲੇ ਇਕੱਲੇ ਜੀਵ ਨੂੰ ਧੰਦਿਆਂ 'ਚ ਲਾਇਆ ਹੋਇਆ। ਦੂਜਾ ਅਰਥ ਹੈ ਸਿਰੇ। ਇਹ ਜਿੰਨੇ ਜੀਵ ਸਿਰੇ ਸਿਰਜੇ ਹਨ, ਰਚੇ ਹਨ, ਇਹਨਾਂ ਨੂੰ ਸਿਰ ਸਿਰਜ ਕੇ ਤੁਸੀਂ ਮਹਾਰਾਜ ਧੰਦਿਆਂ 'ਚ ਲਾਇਆ ਹੋਇਆ। ਵੇਖ ਹੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਹੇ ਵਾਹਿਗੁਰੂ ਜੀ ਆਪਣੀ ਕੁਦਰਤ ਮਾਇਆ ਰਚ ਕੇ ਅਤੇ ਮਾਇਆ ਦੁਆਰਾ ਇਹ ਜਿਹੜਾ ਜਗਤ ਰਚਿਆ ਨਾ, ਪਾਸਾ ਢਾਲਣ ਆਪ ਲੱਗਾ। ਇੱਕ ਚੌਪੜ ਦੀ ਬਾਜੀ ਹੁੰਦੀ, ਚੌਪੜ ਦੀ ਖੇਡ। ਸੋ ਉਹਦੇ ਵਿੱਚ ਨਰਦਾਂ ਸੁੱਟੀਆਂ ਜਾਂਦੀਆਂ ਅਤੇ ਖੇਡਿਆ ਜਾਂਦਾ। ਚੌਪੜ ਹੈ, ਸ਼ਤਰੰਜ ਹੈ, ਚੌਪੜ ਨੂੰ ਚੌਸਰ ਵੀ ਕਹਿੰਦੇ ਨੇ। ਇਹ ਦ੍ਰਿਸ਼ਟਾਂਤ ਦੇ ਕੇ ਹਜ਼ੂਰ ਸਮਝਾ ਰਹੇ ਨੇ ਵੀ ਜਿਵੇਂ ਉਹ ਖੇਲ ਹੁੰਦਾ ਚੌਪੜ ਦਾ, ਇਸੇ ਤਰ੍ਹਾਂ ਜੀਵਾਂ ਰੂਪੀ ਨਰਦਾਂ ਸੁੱਟ ਕੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇਹ ਪਾਸਾ ਢਾਲ ਰਹੇ, ਭਾਵ ਖੇਲ ਤਮਾਸ਼ਾ ਰਚਿਆ ਹੋਇਆ। ਵੇਖਿਆ ਕੀਤਾ ਆਪਣਾ, ਅਤੇ ਆਪਣਾ ਜੋ ਤੁਸੀਂ ਕੀਤਾ ਪੈਦਾ ਇਹ ਜਗਤ, ਇਹਨੂੰ ਵੇਖਦੇ ਵੀ ਪਏ, ਭਾਵ ਉਂਝ ਨਹੀਂ ਛੱਡ ਦਿੱਤਾ, ਇਹਦੀ ਸਾਰ ਸੰਭਾਲ ਵੀ ਤੁਸੀਂ ਕਰ ਰਹੇ ਹੋ। ਪ੍ਰਗਟ ਪਹਾਰ ਹੈ ਜਾਪਦਾ।
ਇਹ ਜਿਹੜਾ ਪਸਾਰਾ ਹੈ, ਪਹਾਰਾ ਦਾ ਅਰਥ ਇੱਥੇ ਪਸਾਰਾ ਹੈ। ਇਸ ਪਸਾਰੇ ਦੇ ਵਿੱਚ ਪ੍ਰਗਟ ਰੂਪ ਹੀ ਤੁਸੀਂ ਜਾਣੇ ਜਾ ਰਹੇ ਹੋ। ਜੋ ਪਸਾਰਾ ਦਿਸ ਰਿਹਾ ਇਹ ਤੁਸੀਂ ਤੇ ਪਸਾਰਿਆ ਵਿੱਚ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਸੋ ਇਸ ਪ੍ਰਕਾਰ ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਪ੍ਰਗਟ ਪਹਾਰਾ ਜਾਪਦਾ, ਪ੍ਰਗਟ ਪਸਾਰੇ ਦੇ ਅੰਦਰ ਤੁਸੀਂ ਮਹਾਰਾਜ ਜਾਣੇ ਜਾ ਰਹੇ ਹੋ। ਸਭ ਨਾਵੈ ਨੋ ਪ੍ਰਤਾਪ ਦਾ, ਸਭ ਜਿਹੜੇ ਜੀਵ ਹਨ ਤੇਰੇ ਨਾਮ ਦੀ ਪ੍ਰਾਪਤੀ ਵਾਸਤੇ ਤਾਂਘਦੇ ਨੇ। ਸਭ ਕੋਈ ਤੇਰੇ ਨਾਮ ਦੀ ਤਾਂਘ ਰੱਖਦਾ, ਪ੍ਰਤਾਪ ਦਾ, ਪਰ ਵਿਸ਼ੇਸ਼ ਕਰਕੇ ਤਪਦਾ ਪਿਆ ਕਿ ਤੇਰਾ ਨਾਮ ਪ੍ਰਾਪਤ ਹੋਵੇ। ਇੱਥੋਂ ਅਰਥ ਕੀਤਾ ਵਿਦਵਾਨਾਂ ਨੇ ਵੀ ਤਾਂਘਦਾ ਹੈ, ਲੋਚਦਾ ਹੈ ਤੇਰੇ ਨਾਮ ਨੂੰ ਸਭ ਕੋਈ, ਪਰ ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਅੰਦਰ ਤੇ ਸਭ ਦਾ ਜੀਵ ਆਤਮਾ ਅੰਸ਼ੀ ਹੋਈ ਪਰਮਾਤਮਾ ਦੀ, ਸਭਨਾਂ ਦਾ ਅੰਦਰ ਹਿਰਦਾ ਤਾਂ ਲੋਚਦਾ ਵਾਹਿਗੁਰੂ ਦੇ ਨਾਮ ਨੂੰ, ਪਰ ਸਤਿਗੁਰੂ ਦੀ ਸ਼ਰਨ ਤੋਂ ਬਗੈਰ, ਸਤਿਗੁਰੂ ਦੇ ਉਪਦੇਸ਼ ਤੋਂ ਬਗੈਰ, ਸਤਿਗੁਰੂ ਦੀ ਬਖਸ਼ਿਸ਼ ਤੋਂ ਬਗੈਰ, ਪੂਰੇ ਸਤਿਗੁਰੂ ਤੋਂ ਬਗੈਰ ਕਿਸੇ ਨੇ ਵੀ ਇਹ ਨਾਮ ਨਹੀਂ ਪ੍ਰਾਪਤ ਕੀਤਾ। ਸਾਰੀ ਸ੍ਰਿਸ਼ਟੀ ਜੋ ਸਤਿਗੁਰੂ ਦੇ ਸ਼ਰਨ ਤੋਂ ਬਗੈਰ ਹੈ ਉਹ ਮੋਹੀ ਹੋਈ ਹੈ ਮਾਇਆ ਦੇ ਜਾਲ ਵਿੱਚ, ਮਾਇਆ ਦੀ ਫਸੌਤੀ ਵਿੱਚ ਮੋਹੀ ਹੋਈ ਹੈ। ਮਾਇਆ ਦਾ ਜਾਲ ਉਸ ਸੰਸਾਰ ਦੇ ਜੀਆਂ ਦੇ ਗਲ ਪਿਆ ਹੋਇਆ। ਸਤਿਗੁਰੂ ਕੋ ਬਲ ਜਾਈਐ, ਸੱਚੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਣਾ ਚਾਹੀਦਾ। ਜਿਤ ਮਿਲਿਆ ਪਰਮਗਤ ਪਾਈਐ, ਜਿਨ੍ਹਾਂ ਸਤਿਗੁਰਾਂ ਨੂੰ ਮਿਲਣ ਕਰਕੇ ਪਰਮ ਗਤੀ, ਉਤਕ੍ਰਿਸ਼ਟ ਅਵਸਥਾ, ਆਤਮਿਕ ਅਵਸਥਾ ਪ੍ਰਾਪਤ ਕਰੀਦੀ ਹੈ। ਸੁਰ ਨਰ ਮੁਨ ਜਨ ਲੋਚਦੇ, ਜਿਸ ਵਾਹਿਗੁਰੂ ਦੀ ਪ੍ਰਾਪਤੀ ਨੂੰ, ਜਿਹੜੇ ਆਤਮ ਗਿਆਨ ਨੂੰ, ਜਿਹੜੇ ਆਤਮਿਕ ਆਨੰਦ ਨੂੰ ਸੁਰ ਦੇਵਤੇ, ਨਰ ਪੁਰਸ਼, ਮੁਨੀ ਜਨ ਸੇਵਕ, ਮੁਨੀ ਮੰਨਣਸ਼ੀਲ ਮਹਾਤਮਾ, ਸਮਾਧੀਆਂ ਲਾਉਣ ਵਾਲੇ ਲੋਚਦੇ, ਇੱਛਦੇ ਹਨ, ਇੱਛਾ ਕਰਦੇ ਨੇ। ਸੋ ਸਤਿਗੁਰ ਦੀਆ ਬੁਝਾਏ ਜੀਓ। ਐਸੇ ਵਾਹਿਗੁਰੂ ਦਾ ਗਿਆਨ ਸੱਚੇ ਗੁਰਾਂ ਨੇ ਸਾਨੂੰ ਸਮਝਾ ਦਿੱਤਾ, ਬੁਝਾ ਦਿੱਤਾ, ਮਤਲਬ ਵੀ ਚਾਨਣ ਕਰ ਦਿੱਤਾ। ਐਸਾ ਵਾਹਿਗੁਰੂ ਦਾ ਚਾਨਣ ਨਿਰਾਵਰਨ ਗਿਆਨ ਸਾਨੂੰ ਬਖਸ਼ ਦਿੱਤਾ ਹੈ। ਹੁਣ ਅੱਗੇ ਬਚਨ ਫਰਮਾਉਂਦੇ ਨੇ, ਸਤ ਸੰਗਤ ਕੈਸੀ ਜਾਣੀ ਹੈ। ਕੁਝ ਲੋਕਾਂ ਦੇ ਇਕੱਠ ਨੂੰ ਸੰਗਤ ਕਿਹਾ ਜਾ ਸਕਦਾ, ਜਿੱਥੇ ਨਾ ਹਾਨ ਤੇ ਨਾ ਲਾਭ ਹੋਵੇ, ਨਾ ਨੁਕਸਾਨ ਤੇ ਨਾ ਫਾਇਦਾ ਹੋਵੇ। ਕੁਝ ਲੋਕਾਂ ਦੇ ਮਿਲਾਪ ਨੂੰ ਸੰਗਤ ਕਹਿੰਦੇ ਨੇ, ਇਕੱਠ ਨੂੰ। ਤੇ ਕੁਸੰਗਤ ਉਹਨੂੰ ਕਹਿੰਦੇ ਨੇ ਜਿੱਥੇ ਜਾਇਆ ਸਾਡੀ ਅੰਦਰਲੀ ਅਵਸਥਾ ਨੀਵੀਂ ਹੋ ਜਾਏ, ਅਸੀਂ ਨੀਚ ਕਰਮੀ ਬਣ ਜਾਈਏ, ਨੀਚ ਲੋਕਾਂ ਦੀ ਸੰਗਤ। ਸੋ ਇਸੇ ਪ੍ਰਕਾਰ ਇੱਕ ਸਤ ਸੰਗਤ ਹੈ ਜਿੱਥੇ ਸਤ ਸਰੂਪ ਪਰਮਾਤਮਾ ਦੀ ਵਿਚਾਰ ਹੁੰਦੀ ਹੈ। ਇੱਕ ਸਾਧ ਸੰਗਤ ਹੈ, ਸੁਧਰੇ ਹੋਏ ਮਨ ਵਾਲੇ ਗੁਰਮੁਖ ਜਨਾਂ ਦੀ, ਸਾਧਾਂ ਦੀ ਸੰਗਤ। ਇਹ ਤਕਰੀਬਨ ਪਰਿਆਇਵਾਚੀ ਨੇ। ਸਾਧੂਆਂ ਦੇ ਕੋਲੋਂ ਵੀ ਸਤ ਹੀ ਪ੍ਰਾਪਤ ਹੁੰਦਾ, ਸਤ ਦੀ ਵਿਚਾਰ। ਅਤੇ ਗੁਰੂ ਕੇ ਦਰਬਾਰ ਜਾਈਏ ਅਤੇ ਉਹਨੂੰ ਹੀ ਸਤਸੰਗ ਕਿਹਾ ਜਾਏਗਾ ਜਿੱਥੇ ਗੁਰੂ ਕੇ ਸ਼ਬਦ ਰਾਹੀਂ ਸਤ ਦੀ ਵਿਚਾਰ ਹੁੰਦੀ ਹੈ, ਸਤ ਅਸਤ ਦਾ ਨਿਰਣਾ ਹੁੰਦਾ ਹੋਵੇ। ਸਤ ਸੰਗਤ ਕੈਸੀ ਜਾਣੀ ਹੈ, ਹਜ਼ੂਰ ਕਹਿੰਦੇ ਨੇ ਸਤ ਸੰਗਤ ਕਿਹੋ ਜਿਹੀ ਜਾਣੀ ਜਾਂਦੀ ਹੈ। ਜਿੱਥਾ ਏਕੋ ਨਾਮ ਵਿਖਾਣੀ, ਉੱਥੇ ਵਤੰਡਾਵਾਦ, ਹੋਰ ਵਾਦ, ਚਰਚਾ, ਝਗੜੇ ਇਹ ਹੁੰਦੇ ਨਾ ਹੋਣ। ਸਿਰਫ ਇੱਕ ਨਾਮ ਨੂੰ ਵਿਖਾਣੀ ਹੈ, ਕਥਨ ਕੀਤਾ ਜਾਂਦਾ ਹੋਵੇ, ਪ੍ਰਮਾਤਮਾ ਦੇ ਨਾਮ ਦੀ ਸੋਭਾ ਕੀਤੀ ਜਾਂਦੀ ਹੋਵੇ, ਨਾਮ ਦਾ ਵਿਖਿਆਨ ਹੁੰਦਾ ਹੋਵੇ, ਨਾਮ ਦੀ ਮਹਿਮਾ ਕਥਨ ਕੀਤੀ ਜਾਂਦੀ ਹੋਵੇ, ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੋਵੇ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰੂ ਜੀ ਕਹਿੰਦੇ ਨੇ ਕਿ ਪੂਰੇ ਸਤਿਗੁਰੂ ਨੇ ਇਹੋ ਹੀ ਬੁਝਾ ਦਿੱਤਾ, ਅੰਦਰ ਸਮਝਾ ਦਿੱਤਾ, ਅੰਦਰ ਗਿਆਨ ਬਖਸ਼ ਦਿੱਤਾ ਹੈ ਕਿ ਇੱਕ ਨਾਮ ਸਿਮਰਨਾ ਹੀ ਹੁਕਮ ਹੈ ਅਕਾਲ ਪੁਰਖ ਦਾ। ਸਾਰੇ ਧਰਮ ਦੇ ਕਰਮਾਂ ਵਿੱਚੋਂ ਇੱਕ ਨਾਮ ਜਪਣਾ ਹੀ ਹੁਕਮ ਹੈ। ਇਹੋ ਜਗਤ ਭਰਮ ਭੁਲਾਇਆ, ਇਹ ਜਿਹੜਾ ਜਗਤ ਦਿਖਾਈ ਦੇ ਰਿਹਾ ਨਾ ਅਨੇਕਾਂ ਤਰ੍ਹਾਂ ਦਾ, ਇਹ ਭਰਮ ਭਟਕਣਾ 'ਚ ਪਿਆ ਹੋਇਆ ਅਤੇ ਭੁਲਾਇਆ, ਕੁਰਾਏ ਪਿਆ ਹੋਇਆ। ਆਪੋ ਤੁਧ ਖੁਆਇਆ, ਹੇ ਵਾਹਿਗੁਰੂ ਤੁਸੀਂ ਆਪਣੇ ਆਪ ਵੱਲੋਂ, ਆਪਣੇ ਨਾਮ ਸਿਮਰਨ ਵੱਲੋਂ, ਆਪਣੇ ਪ੍ਰੇਮ ਵੱਲੋਂ ਤੁਸੀਂ ਹੀ ਇਹਨੂੰ ਖੁਆਇਆ, ਖੁਆਰ ਕਰਤਾ, ਖੁੰਝਾ ਦਿੱਤਾ, ਭੁਲਾ ਦਿੱਤਾ, ਕੁਰਾਏ ਪਾ ਦਿੱਤਾ। ਪ੍ਰਤਾਪ ਲੱਗਾ ਦੁਹਾਗਣੀ, ਭਾਗ ਜਿਨ੍ਹਾਂ ਕੇ ਨਾਹੀਂ ਜੀਓ। ਇੱਥੇ ਪ੍ਰਤਾਪ ਦਾ ਅਰਥ ਤੇਜ ਪ੍ਰਤਾਪ ਨਹੀਂ, ਪਰ ਵਿਸ਼ੇਸ਼ ਕਰਕੇ ਅੰਦਰ ਤਪਣਾ, ਪਰ ਵਿਸ਼ੇਸ਼ ਕਰਕੇ ਵੱਡਾ ਤਾਪ ਦੁੱਖ ਲੱਗਾ। ਉਹਨਾਂ ਦੁਹਾਗਣੀਆਂ ਨੂੰ, ਛੁੱਟਣਾ ਨੂੰ, ਭਾਗ ਜਿਨ੍ਹਾਂ ਕੇ ਨਾਹੀਂ ਜੀਓ, ਜਿਨ੍ਹਾਂ ਦੇ ਭਾਗ ਚੰਗੇ ਨਹੀਂ ਹਨ। ਉਹਨਾਂ ਦੁਹਾਗਣੀਆਂ, ਛੁੱਟਣਾ ਦੀ ਨਿਆਈ ਜਿਹੜੇ ਬੇਮੁਖ ਹਨ ਪਰਮਾਤਮਾ ਤੋਂ, ਉਹਨਾਂ ਨੂੰ ਦੁੱਖ ਲੱਗਾ।
ਦੁਹਾਗਣੀ ਕਿਆ ਨਿਸ਼ਾਨੀਆਂ। ਹੁਣ ਹਜ਼ੂਰ ਅੱਗੇ ਖੁਲਾਸਾ ਵੀ ਕਰਦੇ ਨੇ ਵੀ ਦੁਹਾਗਣੀ ਛੁੱਟੜ ਦੀ ਨਿਆਈ ਜਿਹੜੇ ਜੀਵ ਹਨ ਉਹਨਾਂ ਦੀ ਕੀ ਨਿਸ਼ਾਨੀ ਹੈ। ਖਸਮ ਉਹ ਕੁੱਥੀਆਂ ਫਿਰ ਇਹ ਨਿਮਾਣੀਆਂ। ਖਸਮ ਵੱਲੋਂ ਜਿਹੜੀ ਖੁੰਝ ਜਾਏ, ਖਸਮ ਤੋਂ ਘੁੱਸ ਜਾਏ, ਖਸਮ ਤੋਂ ਦੂਰ ਹੋ ਜਾਏ, ਛੁੱਟੜ ਉਹਨੂੰ ਕਿਹਾ ਜਾਂਦਾ। ਅਤੇ ਨਿਮਾਣੀ ਉਹਦਾ ਮਾਣ ਨਹੀਂ ਨਾ ਕੋਈ ਕਰਦਾ, ਆਦਰ ਨਹੀਂ ਕੋਈ ਦਿੰਦਾ। ਜਿਹੜੀ ਪਤੀ ਨੇ ਖੋਟੇ ਲੱਛਣਾਂ ਵਾਲੀ ਜਾਣ ਕੇ ਘਰੋਂ ਕੱਢ ਦਿੱਤੀ ਹੋਵੇ, ਛੁੱਟੜ ਬਦਕਾਰ, ਉਹਨੂੰ ਕੌਣ ਮਾਣ ਦਿੰਦਾ। ਇਸ ਤਰ੍ਹਾਂ ਖਸਮ ਅਕਾਲ ਪੁਰਖ ਵੱਲੋਂ ਜਿਹੜੀਆਂ ਜੀਵ ਰੂਪ ਇਸਤਰੀਆਂ ਕੁੱਥੀਆਂ ਹੋਈਆਂ, ਕੁੱਸੀਆਂ ਹੋਈਆਂ, ਖੁੰਝੀਆਂ ਹੋਈਆਂ ਹਨ, ਤੁਰੀਆਂ ਫਿਰਦੀਆਂ ਹਨ ਮਾਣ ਤੋਂ ਰਹਿਤ, ਇੱਜ਼ਤ ਤੋਂ ਬਗੈਰ। ਮੈਲੇ ਵੇਸ ਤੇ ਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਉਹਨਾਂ ਕਾਮਣੀਆਂ ਇਸਤਰੀਆਂ ਦੇ ਭਾਵ ਜੀਆਂ ਦੇ ਮੈਲੇ ਵੇਸ ਹਨ, ਭਾਵੇਂ ਲਿਬਾਸ ਤਾਂ ਭਾਵੇਂ ਬੜੇ ਸੁੰਦਰ ਪਾਲਣ ਛੁੱਟਣਾ ਬਦਕਾਰਾਂ ਵੀ, ਪਰ ਮੈਲਾ ਹੀ ਵੇਸ ਹੈ, ਨਰਾਦਰ ਜੋ ਹੈ। ਇਸੇ ਤਰ੍ਹਾਂ ਮੈਲੇ ਕਰਮ ਹਨ ਉਹਨਾਂ ਦੇ, ਉਹਨਾਂ ਜੀਆਂ ਦੇ। ਦੁਖੀ ਰਹਿਣ ਵਿਹਾਏ ਜੀ, ਔਰ ਦੁੱਖਾਂ 'ਚ ਪਿਆ ਹੋਇਆਂ ਹੀ ਰਹਿਣ ਮਨੁੱਖਾ ਜਨਮ ਦੀ ਉਮਰ। ਇਹ ਇੱਕ ਰਾਤ ਹੈ, ਰਹਿਣ ਨਾਮ ਰਾਤ ਦਾ। ਇਹ ਸਾਰੀ ਉਮਰ ਰੂਪੀ ਰਾਤ ਦੁੱਖਾਂ ਵਿੱਚ ਹੀ ਵਿਹਾ ਜਾਂਦੀਆਂ, ਗੁਜ਼ਾਰ ਜਾਂਦੀਆਂ। ਸੁਹਾਗਣੀ ਕਿਆ ਕਰਮ ਕਮਾਇਆ। ਮਹਾਰਾਜ ਜੀ ਜਿਹੜੀਆਂ ਸੁਹਾਗਵੰਤੀਆਂ ਹਨ, ਪਤੀ ਦੀਆਂ ਸੁਹਾਗ ਭਾਗ ਵਾਲੀਆਂ, ਨਿਕਟਵਰਤੀ, ਜਿਨ੍ਹਾਂ ਦੇ ਉੱਤੇ ਪਤੀ ਦੀ ਮਿਹਰ ਹੈ, ਪਤੀ ਨੇ ਪਸੰਦ ਕੀਤੀਆਂ ਹੋਈਆਂ, ਉਹਨਾਂ ਨੇ ਕਿਹੜਾ ਕਰਮ ਕਮਾਇਆ ਜੀ। ਤਾਂ ਹਜ਼ੂਰ ਕਹਿੰਦੇ ਪੂਰਬ ਲਿਖਿਆ ਫਲ ਪਾਇਆ। ਪੂਰਬਲੇ ਜਨਮਾਂ ਦੇ ਅੰਦਰ ਸਾਧਨ ਕੀਤੇ ਹੋਣਗੇ ਭਗਤੀ ਵਾਲੇ ਚੰਗੇ ਕਰਮ, ਅਤੇ ਉਸ ਪੂਰਬਲੇ ਕਰਮਾਂ ਦੇ ਮੂਜਬ ਦੇ ਮੁਤਾਬਕ ਵਾਹਿਗੁਰੂ ਵੱਲੋਂ ਲਿਖਿਆ ਹੋਇਆ ਜਿਹੜਾ ਮਸਤਕ 'ਤੇ ਸੀ ਲੇਖ, ਉਸ ਲਿਖੇ ਮੁਤਾਬਕ ਉਹਨਾਂ ਨੇ ਫਲ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਪ੍ਰਾਪਤ ਕੀਤਾ। ਨਦਰ ਕਰੇ ਕਹਿ ਆਪਣੀਆਂ ਭੇਲੇ ਮਿਲਾਏ ਜੀਓ। ਫਿਰ ਉਹਨਾਂ ਦੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਕਰਕੇ ਆਪ ਹੀ ਮਿਲਾ ਲੈਂਦਾ ਹੈ। ਹੁਕਮ ਜਿਨ੍ਹਾਂ ਨੂੰ ਮਨਾ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੁਰੇ ਜਾਂਦੇ ਸੀ ਭਾਈ ਬਾਲਾ ਮਰਦਾਨਾ ਜੀ ਸਮੇਤ, ਤਾਂ ਇੱਕ ਸਬਜ਼ੀ ਭਾਜੀ ਵੇਚਣ ਵਾਲਾ ਸੱਜਣ ਮਿਲ ਪਿਆ ਗਰੀਬ ਜਿਹਾ। ਤਾਂ ਹਜ਼ੂਰ ਨੇ ਉਹਨੂੰ ਰੋਕ ਲਿਆ, ਪੁੱਛਣ ਲੱਗ ਪਏ, ਦੱਸ ਭਾਈ ਤੇਰੇ ਪਾਸ ਕੀ ਹੈ, ਕੀ ਵੇਚਦਾ। ਉਹ ਦੱਸਣ ਲੱਗ ਪਿਆ, ਜੀ ਆਹ ਫਲਾਣੀ ਦਾਲ, ਫਲਾਣੀ ਸਬਜ਼ੀ। ਫਿਰ ਹਜ਼ੂਰ ਕਹਿੰਦੇ ਦੂਜੀ ਝੋਲੀ ਵਿਖਾ। ਪੁਰਾਣੇ ਸਮਿਆਂ 'ਚ ਮੋਢਿਆਂ ਨਾਲ ਝੋਲੀਆਂ ਟੰਗ ਕੇ ਲੋਕ ਪੈਦਲ ਸਬਜ਼ੀ ਭਾਜੀ ਵੇਚਦੇ ਸੀ। ਤਾਂ ਉਹ ਕਹਿਣ ਲੱਗਾ ਜੀ ਇੱਧਰ ਵੱਟੇ ਨੇ। ਤਾਂ ਹਜ਼ੂਰ ਕਹਿਣ ਲੱਗੇ ਫਿਰ ਵਿਖਾ ਵੱਟੇ ਕਿਆ ਨੇ। ਉਹ ਵੱਟੇ ਬਾਹਰ ਕੱਢ ਕੇ ਵਿਖਾਉਣ ਲੱਗ ਪਿਆ ਵੀ ਇਹ ਜੀ ਸੇਰ ਦਾ, ਇਹ ਅੱਧ ਸੇਰ ਦਾ। ਇੰਝ ਗਿਣਦਾ ਗਿਣਦਾ ਜਦੋਂ ਆਇਆ ਵੀ ਇਹ ਪਾਓ ਹੈ ਜੀ, ਜਿਹਨੂੰ ਅਸੀਂ ਪਾਈਆ ਕਹਿੰਦੇ 250 ਗ੍ਰਾਮ। ਕਹਿਣ ਲੱਗਾ ਜੀ ਇਹ ਪਾਓ ਹੈ। ਤਾਂ ਹਜ਼ੂਰ ਨੇ ਉਹ ਵੱਟਾ ਆਪਣੇ ਹਸਤ ਕਮਲਾਂ 'ਚ ਪਕੜ ਲਿਆ ਅਤੇ ਵੱਟੇ ਵੱਲ ਵੇਖੀ ਜਾਂਦੇ ਨੇ ਸਤਿਗੁਰੂ। ਵੱਟੇ ਵੱਲ ਵੇਖ ਕੇ ਮੁਸਕਰਾ ਕੇ ਉੱਧਰ ਨੂੰ ਨਜ਼ਰ ਪਾਈ ਅਤੇ ਕਹਿਣ ਲੱਗੇ ਸੱਜਣਾ ਇਹ ਧਨ ਹੈ, ਇਹ ਪਾਓ ਧਨ ਹੈ ਜਿਸ ਨੇ ਪਾਓ ਸਦਵਾਇਆ। ਪਾਓ ਦਾ ਅਰਥ ਹੈ ਪੈਰ। ਜਿਸ ਨੇ ਪੈਰ ਸਦਵਾਇਆ, ਨੀਵਾਂ ਸਦਵਾਇਆ, ਇਹ ਧਨ ਹੈ। ਅਤੇ ਉੱਧਰ ਨੂੰ ਵੇਖਿਆ ਹਜ਼ੂਰ ਨੇ ਅਤੇ ਉਹਦੇ ਕਵਾੜ ਖੁੱਲ੍ਹ ਗਏ। ਆਤਮ ਗਿਆਨ ਦੀ ਬਖਸ਼ਿਸ਼ ਹੋ ਗਈ, ਨਿਹਾਲ ਹੋ ਗਿਆ। ਤਾਂ ਸਤਿਗੁਰੂ ਅੱਗੇ ਚੱਲ ਪਏ। ਫਿਰ ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਇਹ ਪਹਿਲੀ ਵਾਰ ਹੀ ਮਿਲਿਆ ਸਬਜ਼ੀ ਵੇਚਣ ਵਾਲਾ, ਅਤੇ ਐਡੀ ਵੱਡੀ ਬਖਸ਼ਿਸ਼ ਤੁਸੀਂ ਕਰ ਦਿੱਤੀ। ਹਜ਼ੂਰ ਕਹਿਣ ਲੱਗੇ ਮਰਦਾਨਾ ਜੀ ਦੀਵਾ ਤਿਆਰ ਸੀ, ਵੱਟੀ ਪਈ ਹੋਈ ਸੀ, ਤੇਲ ਵੀ ਵਿੱਚ ਹੈਗਾ ਸੀ, ਸਿਰਫ ਜਗਾਉਣ ਵਾਲਾ ਸੀ ਅਤੇ ਜਗਾ ਦਿੱਤਾ। ਮਤਲਬ ਪੂਰਬਲੇ ਜਨਮਾਂ ਦੀ ਕਮਾਈ ਸੀ ਅਤੇ ਫਲ ਤਾਂ ਇਹਨੂੰ ਮਿਲਣਾ ਹੀ ਸੀ ਨਾ। ਇਸ ਕਰਕੇ ਭਾਵ ਸਤਿਗੁਰਾਂ ਦਾ ਮਿਲਾਪ ਹੋਇਆ ਅਤੇ ਉਹਨੂੰ ਗਿਆਨ ਦੀ ਪ੍ਰਾਪਤੀ ਹੋਈ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਪੂਰਬ ਲਿਖਿਆ ਫਲ ਪਾਇਆ। ਨਦਰ ਕਰੇ ਕਹਿ ਆਪਣੀ ਆਪੇ ਲੈ ਮਿਲਾ ਜੀਓ। ਆਪਣੀ ਮਿਹਰ ਦੀ ਨਜ਼ਰ ਕਰਕੇ ਆਪ ਹੀ ਵਾਹਿਗੁਰੂ ਉਹਨਾਂ ਨੂੰ ਮਿਲਾ ਲੈਂਦਾ। ਹੁਕਮ ਜਿਨ੍ਹਾਂ ਨੂੰ ਮਨਾਇਆ, ਜਿਨ੍ਹਾਂ ਨੂੰ ਆਪਣਾ ਹੁਕਮ ਭਾਣਾ, ਆਪਣੀ ਰਜਾ ਮਨਾ ਲਈ ਨਾ ਵਾਹਿਗੁਰੂ ਨੇ, ਤਿੰਨ ਅੰਤਰ ਸ਼ਬਦ ਵਸਾਇਆ। ਉਹਨਾਂ ਗੁਰਮੁਖਾਂ ਨੇ ਗੁਰੂ ਦਾ ਸ਼ਬਦ ਉਪਦੇਸ਼ ਸਿੱਖਿਆ ਨੂੰ ਅੰਦਰ ਵਸਾ ਲਿਆ। ਕਿਉਂਕਿ ਬਖਸ਼ਿਸ਼ ਪ੍ਰਾਪਤ ਕਰਨ ਲਈ ਤਿੰਨ ਗੁਣ ਚਾਹੀਦੇ ਨੇ। ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਸੋ ਪੰਥੇ ਪਾਵਨ। ਭਾਈ ਸੰਤੋਖ ਨਾਲ ਲਿਖਿਆ ਭਜਨ। ਹਉਮੈ ਨੂੰ ਛੱਡਣਾ, ਹੰਕਾਰ ਨੂੰ, ਸ਼ਰਨ ਪੈਣਾ ਵਾਹਿਗੁਰੂ ਦੀ, ਅਤੇ ਸ਼ਰਨ ਪੈ ਕੇ ਨਾਮ ਵਿੱਚ ਲਿਵ ਲਾਉਣੀ। ਤੀਜਾ ਭਾਣਾ ਮੰਨਣਾ, ਇਹ ਪਾਵਨ ਪੰਥ ਰਸਤਾ ਹੈ। ਤਿੰਨ ਅੰਤਰ ਸ਼ਬਦ ਵਸਾਇਆ। ਉਹਨਾਂ ਨੇ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ, ਉਪਦੇਸ਼ ਨੂੰ ਵਸਾ ਲਿਆ। ਸਹੀਆਂ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀ। ਉਹ ਸਖੀਆਂ ਜੀਵ ਰੂਪ ਸਖੀਆਂ, ਮਹਾਤਮਾ ਰੂਪ ਸਖੀਆਂ ਸੁਹਾਗਵੰਤੀਆਂ ਹਨ।
ਜਿਨ੍ਹਾਂ ਦਾ ਆਪਣੇ ਸ਼ਹੁ ਪਤੀ ਪਰਮਾਤਮਾ ਨਾਲ ਪਿਆਰ ਬਣਿਆ ਹੋਇਆ। ਪਤੀਵਰਤਾ ਤੇ ਉਹੀ ਹੁੰਦੀ ਹੈ ਨਾ, ਜੋ ਪਤੀਵਰਤਾ ਉਹ ਸੁਹਾਗਣੀ ਹੈ, ਸੁਹਾਗ ਭਾਗ ਵਾਲੀ ਹੈ, ਸੁਹਾਗ ਉਹਦਾ ਸਿਰ ਤੇ ਹੈ। ਹੁਕਮ ਜਿਨ੍ਹਾਂ ਨੂੰ ਮਨਾਇਆ, ਜਿਨ੍ਹਾਂ ਭਾਣੇ ਕਾ ਰਸ ਆਇਆ। ਹੁਣ ਅਗਲਾ ਬਚਨ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਦੇ ਭਾਣੇ ਨੂੰ ਮੰਨਣ ਦਾ, ਰਜਾ 'ਚ ਪ੍ਰਸੰਨ ਰਹਿਣ ਦਾ ਰਸ ਆਨੰਦ ਆਇਆ ਹੈ, ਤਿੰਨ ਵਿੱਚੋਂ ਭਰਮ ਚੁਕਾਇਆ। ਉਹ ਨਹੀਂ ਭੋਰਾ ਵੀ ਖਿਆਲ ਕਰਦੇ ਵੀ ਵਾਹਿਗੁਰੂ ਨੇ ਇੰਜ ਕਿਉਂ ਕਰ ਦਿੱਤਾ ਹੈ, ਇੰਜ ਕਿਉਂ ਨਹੀਂ ਕੀਤਾ। ਨਹੀਂ, ਇੱਕ ਰਸ ਭਾਣੇ 'ਚ ਰਹਿੰਦੇ ਨੇ। ਤਿੰਨ ਵਿੱਚੋਂ ਭਰਮ ਚੁਕਾਇਆ, ਉਹਨਾਂ ਨੇ ਆਪਣੇ ਅੰਦਰੋਂ ਭਰਮ ਨੂੰ ਦੂਰ ਕੀਤਾ ਹੋਇਆ। ਨਾਨਕ ਸਤਿਗੁਰ ਐਸਾ ਜਾਣੀਐ, ਜੋ ਸਭ ਸਹਿ ਲਏ ਮਿਲਾਏ ਜਿਉ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੱਚਾ ਗੁਰੂ ਇਹੋ ਜਿਹਾ ਜਾਣਿਆ ਜਾਂਦਾ ਵੀ ਜਿਹੜਾ ਵੀ ਉਹਦੇ ਕੋਲ ਆਏ, ਜਿਸ ਤਰ੍ਹਾਂ ਦਾ ਵੀ ਮਿਲ ਪਵੇ, ਉਹਨਾਂ ਸਾਰਿਆਂ ਨੂੰ ਮਿਲਾ ਲਵੇ। ਜਿਹੜਾ ਕੋਈ ਵਿਤਕਰਾ ਨਾ ਕਰੇ। ਜਿਹੜਾ ਸਤਿਗੁਰ ਮਿਲਿਆ ਫਲ ਪਾਇਆ। ਸਤਿਗੁਰੂ ਦੇ ਮਿਲਾਪ ਦੁਆਰਾ ਫਲ ਆਤਮ ਗਿਆਨ ਰੂਪੀ ਫਲ ਪ੍ਰਾਪਤ ਕੀਤਾ ਹੈ, ਜਿਨ ਵਿੱਚੋਂ ਅਹੰਕਰਨ ਚੁਕਾਇਆ। ਜਿਸ ਨਾਮ ਰੂਪੀ ਗਿਆਨ ਰੂਪੀ ਫਲ ਨੇ ਵਿੱਚੋਂ ਹਿਰਦੇ ਦੇ ਅੰਦਰੋਂ ਅਹੰਕਰਨ ਅਹੰਭਾਵ ਹੰਕਾਰ ਦੂਰ ਕਰ ਦਿੱਤਾ। ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮਸਤਕ ਆਏ ਜਿਉ। ਖੋਟੀ ਮੱਤ ਦਾ ਜਿਹੜਾ ਦੁੱਖ ਸੀ ਨਾ, ਆਪਣੀ ਦੁਨਿਆਵੀ ਮੱਤ, ਖੋਟੀ ਮੱਤ, ਭੈੜੀ ਮੱਤ, ਇਹ ਦੁੱਖ ਕੱਟਿਆ ਗਿਆ। ਅਤੇ ਚੰਗਾ ਭਾਗ, ਭਾਗ ਸੁਲੱਖਣਾ ਹਰਕੰਤ ਹਮਾਰਾ ਰਾਮ। ਸੋ ਇਸ ਪ੍ਰਕਾਰ ਚੰਗਾ ਭਾਗ ਮਸਤਕ 'ਤੇ ਆ ਬੈਠਾ, ਭਾਵ ਪ੍ਰਗਟ ਹੋ ਗਿਆ। ਅੰਮ੍ਰਿਤ ਤੇਰੀ ਬਾਣੀਆਂ, ਹੇ ਵਾਹਿਗੁਰੂ ਤੇਰੀ ਸਿਫਤ ਸਲਾਹ ਵਾਲੀ ਬਾਣੀ ਅੰਮ੍ਰਿਤ ਰੂਪ ਹੈ, ਆਤਮਿਕ ਮੌਤ ਨੂੰ ਦੂਰ ਕਰਨ ਵਾਲੀ ਹੈ। ਤੇਰਿਆਂ ਭਗਤਾਂ ਹਿਰਦੈ ਸਮਾਣੀ। ਇਹ ਬਾਣੀ ਤੇਰੇ ਭਗਤਾਂ ਦੇ ਹਿਰਦਿਆਂ 'ਚ ਸਮਾਉਂਦੀ ਹੈ। ਜਿਹੜੇ ਅਸੀਂ ਸੰਸਾਰੀ ਲੋਕ ਆ ਨਾ, ਇੱਥੇ ਸਾਡੇ ਹਿਰਦਿਆਂ 'ਚ ਹੋਰ ਕੁਝ ਵਸਿਆ ਹੈ, ਬਹੁਤ ਕੁਝ, ਅਤੇ ਉੱਥੇ ਇਹ ਬਾਣੀ ਨਹੀਂ ਸਮਾਉਂਦੀ। ਸੁਖ ਸੇਵਾ ਅੰਦਰ ਰੱਖਿਆ, ਆਪਣੀ ਨਦਰ ਕਰਹਿ ਨਿਸਤਾਰ ਜੀਓ। ਜਿਹੜੀ ਸੁਖਮਈ ਸੇਵਾ, ਸੁਖਦਾਈ ਸੇਵਾ, ਉਹਦੇ ਅੰਦਰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਰੱਖਿਆ, ਸੁਖਦਾਈ ਸੇਵਾ ਅੰਦਰ, ਭਗਤੀ ਅੰਦਰ ਰੱਖਣ ਕਰਕੇ ਆਪਣੀ ਨਦਰ ਕਰਹਿ ਨਿਸਤਾਰ ਜੀ। ਵਾਹਿਗੁਰੂ ਤੂੰ ਆਪਣੀ ਮਿਹਰ ਦੀ ਦ੍ਰਿਸ਼ਟੀ ਨਦਰ ਕਰਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ। ਸਤਿਗੁਰ ਮਿਲਿਆ ਜਾਣੀਐ। ਸਤਿਗੁਰੂ ਉਹਨਾਂ ਨੂੰ ਮਿਲਿਆ ਹੋਇਆ ਜਾਣੀਦਾ ਹੈ, ਜਿਤ ਮਿਲਿਆ ਨਾਮ ਵਖਾਣੀ ਹੈ। ਜਿਸ ਸਤਿਗੁਰੂ ਦੇ ਮਿਲਣ ਕਰਕੇ ਨਾਮ ਵਖਾਣੀਆਂ ਬੋਲੀਦਾ ਹੈ, ਅਥਵਾ ਉਹ ਸਤਿਗੁਰੂ ਨੂੰ ਮਿਲਿਆ ਹੋਇਆ ਪੁਰਖ ਜਾਣੀਏ, ਜਿਹਦੇ ਮਿਲਣ ਨਾਲ ਅਸੀਂ ਵੀ ਵਾਹਿਗੁਰੂ ਦਾ ਨਾਮ ਉਚਾਰਨ ਕਰਨ ਲੱਗ ਪਈਏ। ਸਮਝ ਲੈਣਾ ਇਹ ਸਤਿਗੁਰੂ ਦੇ ਮਿਲਾਪ ਵਾਲਾ ਹੈ, ਜਿਹਦੇ ਤਾਈਂ ਮਿਲੇ ਅਸੀਂ, ਅਤੇ ਮਿਲਣ ਕਰਕੇ ਸਾਨੂੰ ਵੀ ਨਾਮ ਜਪਣ ਦੀ ਆਦਤ ਪੈ ਗਈ, ਸਾਡੇ ਅੰਦਰ ਵੀ ਸੁਭਾਅ ਬਣ ਗਿਆ। ਸਤਿਗੁਰ ਬਾਝ ਨਾ ਪਾਇਓ। ਸਤਿਗੁਰੂ ਤੋਂ ਬਗੈਰ ਨਹੀਂ ਪ੍ਰਾਪਤ ਕੀਤਾ ਕਿਸੇ ਨੇ ਵੀ। ਸਭ ਥੱਕੀ ਕਰਮ ਕਮਾਏ ਜੀ। ਸਾਰੀ ਸ੍ਰਿਸ਼ਟੀ ਹੋਰ ਹੋਰ ਕਰਮ ਕਮਾਉਂਦੀ ਥੱਕ ਗਈ। ਜਦੋਂ ਤੱਕ ਸਤਿਗੁਰੂ ਮਹਾਰਾਜ ਨਹੀਂ ਮਿਲੇ, ਸਤਿਗੁਰੂ ਸਰੂਪ ਦਾ ਮਿਲਾਪ ਨਹੀਂ ਹੋਇਆ, ਉਦੋਂ ਤੱਕ ਇਹ ਦਾਤ ਨਹੀਂ ਪਾਈ ਕਿਸੇ ਨੇ। ਹਾਂ, ਸਤਿਗੁਰ ਵਿਟੋਂ ਘੁਮਾਇਆ। ਸਤਿਗੁਰੂ ਜੀ ਕਹਿੰਦੇ ਨੇ, ਅਸੀਂ ਸਤਿਗੁਰੂ ਤੋਂ ਘੁਮਾਏ ਫੇਰਨੇ ਬਲਿਹਾਰ ਜਾਂਦੇ ਹਾਂ। ਜਿਹਨੇ ਭਰਮ ਭੁੱਲਾ ਮਾਰਗ ਪਾਇਆ। ਜਿਸ ਗੁਰੂ ਮਹਾਰਾਜ ਜੀ ਨੇ ਸਾਨੂੰ ਭਟਕਣਾ 'ਚ ਪੈ ਕੇ ਭੁੱਲਿਆ ਹੋਇਆਂ ਨੂੰ, ਜਿਹੜੇ ਅਸੀਂ ਭਟਕਣਾ 'ਚ ਪੈ ਕੇ ਭੁੱਲੇ ਹੋਏ ਸੀ, ਕੁਰਾਏ ਪਏ ਹੋਏ ਸੀ, ਸਾਨੂੰ ਸਹੀ ਮਾਰਗ 'ਤੇ ਪਾ ਦਿੱਤਾ। ਨਜ਼ਰ ਕਰੇ ਜੇ ਆਪਣੀ ਆਪੇ ਲੈ ਰਲਾ ਜੀਓ। ਜੇ ਵਾਹਿਗੁਰੂ ਜੀ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਆਪ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਤੂੰ ਸਭਨਾ ਮਾਹੇ ਸਮਾਇਆ। ਵਾਹਿਗੁਰੂ ਦੇ ਸਨਮੁਖ ਬੇਨਤੀ, ਹੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਵਿੱਚ ਹੀ ਸਮਾਏ ਹੋਏ ਹੋ, ਚੇਤਨ ਸੱਤਾ ਹੋ ਗਏ, ਤਿੰਨ ਕਰਤਾ ਆਪ ਲੁਕਾਇਆ। ਅਤੇ ਹੁਣ ਮਹਾਰਾਜ ਸਾਨੂੰ ਕਹਿੰਦੇ ਨੇ, ਜੇ ਪੁੱਛੀਏ ਵੀ ਮਹਾਰਾਜ ਜੇ ਸਾਰਿਆਂ 'ਚ ਹੀ ਵਾਹਿਗੁਰੂ ਸਮਾਏ ਹੋਏ ਨੇ, ਫਿਰ ਦਿਖਾਈ ਨਹੀਂ ਦਿੰਦੇ, ਸਾਨੂੰ ਮਿਲਾਪ ਨਹੀਂ, ਤਾਂ ਕਹਿੰਦੇ ਤਿਸ ਕਰਤੇ ਅਕਾਲ ਪੁਰਖ ਨੇ ਆਪਣਾ ਆਪਾ ਲੁਕਾਇਆ ਹੋਇਆ, ਛੁਪਾਇਆ ਹੋਇਆ, ਆਪਣਾ ਗਿਆਨ ਨਹੀਂ ਬਖਸ਼ਿਆ। ਹੈ ਤਾਂ ਸਾਰਿਆਂ ਦੇ ਅੰਦਰ ਹੀ ਹੈ, ਮਨਮੁਖਾਂ ਤੋਂ ਗੁਪਤ ਹੈ, ਗੁਰਮੁਖਾਂ ਨੂੰ ਪ੍ਰਗਟ ਹੈ। ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋਤ ਧਰੀ ਕਰਤਾਰ ਜੀਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਗੁਰਾਂ ਦੇ ਸਨਮੁਖ ਹੋਇਆ ਅਤੇ ਜਿਸ ਦੇ ਅੰਦਰ ਵਾਹਿਗੁਰੂ ਨੇ ਗਿਆਨ ਦੀ ਜੋਤ ਰੱਖ ਦਿੱਤੀ, ਉਹਦੇ ਤਾਈਂ ਵਾਹਿਗੁਰੂ ਪ੍ਰਗਟ ਹੋ ਗਿਆ। ਹੈ ਤਾਂ ਸਭ ਦੇ ਅੰਦਰ, ਪਰ ਮਨਮੁਖਤਾ ਹੀ ਕਰਕੇ ਗੁਪਤ ਆ। ਆਪੇ ਖਸਮ ਨਿਵਾਜਿਆ। ਖਸਮ ਕਰਤੇ ਅਕਾਲ ਪੁਰਖ ਨੇ ਆਪ ਹੀ ਆਪਣੇ ਪਿਆਰਿਆਂ ਨੂੰ ਨਿਵਾਜਿਆ ਹੈ, ਵਡਿਆਇਆ ਹੈ। ਜੀਓ ਪਿੰਡ ਦੇ ਸਾਜਿਆ। ਜਿੰਦ ਤੇ ਪਿੰਡ ਸਰੀਰ ਦੇ ਕੇ ਸਾਜਿਆ, ਬਣਾਇਆ ਵੀ ਆਪ ਹੀ ਹੈ, ਪਰ ਇਕਨਾਂ ਨੂੰ ਬਖਸ਼ਿਸ਼ ਕਰਕੇ ਨਿਵਾਜਿਆ ਵੀ ਹੈ, ਉੱਚਿਆਂ ਕੀਤਾ, ਵਡਿਆਇਆ ਹੈ।
ਆਪਣੇ ਸੇਵਕ ਕੀ ਪੈਜ ਰਖੀਆ, ਦੋਏ ਕਰ ਮਸਤਕ ਧਾਰ ਜੀਓ। ਉਹਦੇ ਜੋ ਸੇਵਕ ਬਣੇ ਹਨ ਉਹਨਾਂ ਆਪਣੇ ਸੇਵਕਾਂ ਦੀ ਪੈਜ ਉਸਨੇ ਰੱਖੀ ਆ, ਆਪਣੇ ਦੋਵੇਂ ਹੱਥ ਉਹਨਾਂ ਦੇ ਮਸਤਕ ਮੱਥੇ ਦੇ ਭਾਵ ਸਿਰ ਤੇ ਰੱਖ ਦਿੱਤੇ ਹਨ। ਦੋਵੇਂ ਹੱਥ ਆਪਣੇ ਸੇਵਕ ਦੇ ਸਿਰ ਤੇ ਰੱਖ ਕੇ ਉਹਨੂੰ ਨਿਵਾਜ ਦਿੱਤਾ, ਉਹਦੀ ਪੈਜ ਰੱਖੀ, ਆਬਰੋ ਰੱਖੀ, ਇੱਜ਼ਤ ਰੱਖੀ, ਸਤਿਕਾਰ ਦਿੱਤਾ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ। ਆਦਿਕ ਹਜ਼ੂਰ ਦੇ ਬਚਨ ਹਨ। ਸਭ ਸੰਜਮ ਰਹੇ ਸਿਆਣਪਾਂ, ਸਾਰੇ ਸੰਜਮ ਤੇ ਸਾਰੀਆਂ ਸਿਆਣਪਾਂ ਪਿੱਛੇ ਰਹਿ ਗਈਆਂ ਉਸ ਗੁਰਮੁਖ ਵਾਸਤੇ। ਭਾਵ ਉਹਨੂੰ ਕੋਈ ਸੰਜਮ ਸਿਆਣਪਾਂ ਕਰਨ ਦੀ ਲੋੜ ਨਹੀਂ। ਮੇਰਾ ਪ੍ਰਭ ਸਭ ਕੁਝ ਜਾਣਦਾ। ਭਾਵ ਅਸੀਂ ਸੰਜਮ ਤੇ ਸਿਆਣਪਾਂ ਨਹੀਂ ਕੀਤੀਆਂ, ਅਸੀਂ ਤਾਂ ਇਹ ਧਾਰਨ ਕੀਤਾ ਕਿ ਮੇਰਾ ਪ੍ਰਭੂ ਪਰਮਾਤਮਾ ਸਭ ਕੁਝ ਜਾਣਦਾ ਹੀ ਹੈ। ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੈ ਜੈਕਾਰ ਜੀਓ। ਵਾਹਿਗੁਰੂ ਨੇ ਪ੍ਰਗਟ ਰੂਪ 'ਚ ਆਪਣਾ ਪ੍ਰਤਾਪ ਵਰਤਾਇਆ ਹੈ, ਇਸ ਕਰਕੇ ਸਭ ਲੋਕ ਸਾਡੀ ਜੈ ਜੈਕਾਰ ਕਰ ਰਹੇ ਨੇ। ਜਿਸ ਦੇ ਤਾਈਂ ਬਖਸ਼ਿਸ਼ ਕੀਤੀ ਹੈ ਉਹਦੇ ਵਾਸਤੇ ਸਤਿਕਾਰ ਮਾਣ ਇੱਜ਼ਤ ਪਰਮਾਤਮਾ ਨੇ ਆਪ ਹੀ ਦਵਾ ਦਿੱਤਾ। ਜਿਉਂ ਧਰਤੀ ਚਰਨ ਤਲੇ ਤੇ ਉਪਰੇ ਆਵੈ, ਤਿਉਂ ਨਾਨਕ ਸਾਧ ਜਨਾ ਆਣ ਜਗਤ ਸਭ ਪੈਰੀਂ ਪਾ। ਮੇਰੇ ਗੁਣ ਅਵਗਣ ਨਾ ਵਿਚਾਰਿਆ। ਸਤਿਗੁਰੂ ਜੀ ਸਾਨੂੰ ਨਿਮਰਤਾ ਸਿਖਾ ਰਹੇ ਨੇ ਭਈ ਵਾਹਿਗੁਰੂ ਜਦੋਂ ਬਖਸ਼ਿਸ਼ ਦੇ ਘਰ 'ਚ ਆਉਂਦਾ ਗੁਣਾਂ ਤੇ ਅਵਗੁਣਾਂ ਦੀ ਵਿਚਾਰ ਨਹੀਂ ਕਰਦਾ ਵੀ ਇਹਦੇ 'ਚ ਕਿੰਨੇ ਕੁ ਗੁਣ ਨੇ ਕਿੰਨੇ ਕੁ ਅਵਗੁਣ ਨੇ। ਪ੍ਰਭ ਆਪਣਾ ਬਿਰਦ ਸੰਭਾਲਿਆ। ਪ੍ਰਭੂ ਪਰਮਾਤਮਾ ਨੇ ਆਪਣੇ ਬਿਰਦ ਨੂੰ ਸੰਭਾਲਿਆ ਹੈ। ਬਿਰਦ ਦਾ ਅਰਥ ਹੈ ਪੁਰਾਣਾ ਸੁਭਾਅ, ਧਰਮ। ਵਾਹਿਗੁਰੂ ਦਾ ਧਰਮ ਹੈ ਪੱਕਾ ਹੀ। ਜਿਵੇਂ ਸੂਰਜ ਆਪਣੇ ਸਮੇਂ ਨਾਲ ਚੜ੍ਹਦਾ ਉਗਦਾ ਅਤੇ ਡੁੱਬਦਾ, ਇਹ ਸੂਰਜ ਦਾ ਧਰਮ ਹੈ। ਇਹ ਉਹਨੇ ਧਰਮ ਧਾਰਨ ਕੀਤਾ ਵਾਹਿਗੁਰੂ ਦੇ ਹੁਕਮ ਦੇ ਅੰਦਰ। ਇਸ ਤਰ੍ਹਾਂ ਹੀ ਪਰਮਾਤਮਾ ਦਾ ਇੱਕ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਜੋ ਸ਼ਰਨ ਆ ਜਾਂਦਾ ਉਹਨੂੰ ਗਲੇ ਲਾ ਲੈਣਾ। ਪ੍ਰਭ ਆਪਣਾ ਬਿਰਦ ਸੰਭਾਲਿਆ। ਸਾਡੇ ਗੁਣਾਂ ਅਵਗੁਣਾਂ ਨੂੰ ਵਿਚਾਰ ਕਰਕੇ ਨਹੀਂ ਬਖਸ਼ਿਸ਼ ਕੀਤੀ, ਪ੍ਰਭੂ ਨੇ ਆਪਣੇ ਬਿਰਦ ਨੂੰ ਸੰਭਾਲਿਆ ਹੈ ਕਿ ਮੇਰੀ ਸ਼ਰਨ ਪਏ ਰਹਿੰਦੇ ਨੇ। ਕੰਠ ਲਾਏ ਕਰ ਰੱਖੇ ਉਹਨੂੰ ਲੱਗਿਆ ਨਾ ਤਤੀ ਵਾਓ ਜੀਓ। ਜਿਨ੍ਹਾਂ ਨੂੰ ਕੰਠ ਅਭੇਦ ਨਿਸ਼ਚਾ ਰੂਪੀ, ਕੰਠ ਦਾ ਅਰਥ ਹੈ ਗਲਾ, ਗਲੇ ਨਾਲ ਲਾ ਕੇ ਰੱਖਿਆ ਹੈ, ਬਚਾ ਲਿਆ, ਰੱਖਿਆ ਕੀਤੀ ਹੈ, ਲੱਗਿਆ ਨਾ ਤਤੀ ਵਾਓ ਜੀ। ਉਹਨਾਂ ਨੂੰ ਤਤੀ ਹਵਾ ਵੀ ਨਹੀਂ ਲੱਗਣ ਦਿੰਦਾ ਹੈ। ਮੈਂ ਮਨ ਤਨ ਪ੍ਰਭੂ ਧਿਆਇਆ। ਹਜ਼ੂਰ ਕਹਿੰਦੇ ਨੇ ਮੈਂ ਮਨ ਤੇ ਤਨ ਦੋਵਾਂ ਦੁਆਰਾ ਪ੍ਰਭੂ ਪਰਮਾਤਮਾ ਦਾ ਧਿਆਨ ਧਰਿਆ ਹੈ। ਅਤੇ ਫਿਰ ਫਲ ਕੀ ਹੋਇਆ? ਜੀਏ ਇਛੜਿਆ ਫਲ ਪਾਇਆ। ਜੋ ਜੀ ਮਨ ਦੇ ਅੰਦਰ ਇਸ਼ਕ ਕੀਤੀ, ਇੱਛਾ ਕੀਤੀ, ਜਿਹੜੇ ਵੀ ਫਲ ਦੀ ਉਹ ਫਲ ਪ੍ਰਾਪਤ ਕੀਤਾ। ਸਾਹਾ ਪਾਤ ਸਾਹ ਸਿਰ ਖਸਮ ਤੂੰ। ਵਾਹਿਗੁਰੂ ਤੂੰ ਸ਼ਾਹਾਂ ਦੇ ਸਿਰ 'ਤੇ ਖਸਮ ਹੈ, ਪਾਤਸ਼ਾਹਾਂ ਦੇ ਸਿਰ 'ਤੇ ਉਹਨਾਂ ਦਾ ਮਾਲਕ ਵੀ ਤੂੰ ਹੈ। ਜਪ ਨਾਨਕ ਜੀਵੈ ਨਾਉ ਜੀ। ਇਸ ਕਰਕੇ ਮੈਂ ਤੇਰਾ ਨਾਮ ਜਪ ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ। ਅਸਲੀ ਜੀਵਨ ਤੇਰੇ ਨਾਮ ਵਿੱਚ ਹੈ। ਤੁਧ ਆਪੇ ਆਪ ਪਾਇਆ। ਹੇ ਵਾਹਿਗੁਰੂ ਸਾਨੂੰ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਜੇ ਜਗਤ ਜਿਹੜਾ ਤੂੰ ਰਚਿਆ ਇਹ ਤੂੰ ਆਪਣਾ ਆਪ ਹੀ ਪ੍ਰਗਟ ਕੀਤਾ। ਤੁਧ ਆਪੇ ਆਪ ਉਪਾਇਆ। ਤੁਸੀਂ ਆਪੇ ਆਪਣੇ ਆਪੇ ਤੋਂ ਆਪ ਹੀ ਉਪਾਇਆ ਰਚਿਆ ਇਹ ਜਗਤ ਜੋ ਦਿਖਾਈ ਦੇ ਰਿਹਾ। ਦੂਜਾ ਖੇਲ ਕਰ ਦਿਖਲਾ। ਇੱਕ ਤੁਸੀਂ ਹੋ ਅਤੇ ਦੂਜਾ ਇਹ ਜਗਤ ਦਾ ਖੇਡ ਹੈ। ਇਹ ਖੇਲ ਵਿਖਾਇਆ ਪ੍ਰਗਟ ਕਰਕੇ। ਸਭ ਸੱਚੋ ਸੱਚ ਵਰਤਦਾ। ਪਿੱਛੇ ਵੀ ਹੁਣ ਵੀ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਸਦਾ ਵਾਸਤੇ ਸੱਚ ਹੀ ਸੱਚ ਰੂਪ ਹੋ ਕੇ ਵਰਤ ਰਹੇ ਹੋ। ਜਿਸ ਭਾਵ ਹੈ ਤਿਸੈ ਬੁਝਾਏ ਜੀਓ। ਜਿਸ ਨੂੰ ਸਮਝਾਉਣਾ ਗਿਆਨ ਦੇਣਾ ਤੁਹਾਨੂੰ ਭਾਉਂਦਾ ਹੈ, ਚੰਗਾ ਲੱਗਦਾ, ਉਸ ਦੇ ਤਾਈਂ ਤੁਸੀਂ ਇਹ ਸੂਝ ਬਖਸ਼ ਦਿੰਦੇ ਹੋ, ਬੂਝ ਬਖਸ਼ ਦਿੰਦੇ, ਗਿਆਤ ਬਖਸ਼ ਦਿੰਦੇ ਹੋ। ਗੁਰ ਪ੍ਰਸਾਦੀ ਪਾਇਆ। ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪਾਇਆ ਜਿਸ ਨੇ ਪਾਇਆ ਵਾਹਿਗੁਰੂ ਨੂੰ। ਤਿੱਥੈ ਮਾਇਆ ਮੋਹ ਚੁਕਾਇਆ। ਅਤੇ ਜਿੱਥੇ ਗੁਰਾਂ ਦੀ ਪ੍ਰਸਾਦ ਕਿਰਪਾ ਹੋਈ ਉੱਥੇ ਮਾਇਆ ਦਾ ਮੋਹ ਚੁਕਾਇਆ ਗਿਆ, ਦੂਰ ਹੋ ਗਿਆ, ਦੂਰ ਕਰ ਦਿੱਤਾ। ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ। ਆਪਣੀ ਕਿਰਪਾ ਕਰਕੇ ਵਾਹਿਗੁਰੂ ਜੀ ਆਪ ਹੀ ਆਪਣੇ ਵਿੱਚ ਸਮਾ ਲੈਂਦੇ ਹਨ, ਲੀਨ ਕਰ ਲੈਂਦੇ ਹਨ। ਗੋਪੀ ਨੈ ਗਵਾਲੀਆ। ਹੇ ਵਾਹਿਗੁਰੂ ਜੀ ਤੁਸੀਂ ਆਪ ਹੀ ਗੋਕਲ ਦੀਆਂ ਗੋਪੀਆਂ ਰੂਪ ਹੋ ਅਤੇ ਨੈ ਜਮਨਾ ਨਦੀ ਜੋ ਹੈ ਜਿਹਦੇ ਕਿਨਾਰੇ ਕ੍ਰਿਸ਼ਨ ਜੀ ਰੂਪ 'ਚ ਖੇਲ ਕੀਓ ਜਨ ਜਮਨਾ ਕਾ ਕੂਲ ਖੇਲ ਖੇਲਿਓ ਜਨ ਗਿੰਦ ਜੀਓ।
ਸੋ ਇਸ ਪ੍ਰਕਾਰ ਗਵਾਲੀਆ, ਗਊਆਂ ਨੂੰ ਚਾਰਨ ਵਾਲਾ ਗਵਾਲਾ ਕ੍ਰਿਸ਼ਨ ਰੂਪ ਵਿੱਚ ਵੀ ਤੁਸੀਂ ਹੀ ਹੋ। ਤੁਧ ਆਪੇ ਗੋਇ ਉਠਾਲੀਆ, ਅਤੇ ਤੁਸੀਂ ਹੀ ਹੋ ਮਹਾਰਾਜ ਜਿਨ੍ਹਾਂ ਨੇ ਧਰਤੀ ਨੂੰ ਗੋਵਰਧਨ ਪਰਬਤ ਰੂਪ ਵਿੱਚ ਤੁਸੀਂ ਆਪਣੀ ਤਲੀ 'ਤੇ ਰੱਖਿਆ, ਹੱਥ ਦੀ ਥੈਲੀ 'ਤੇ ਰੱਖ ਲਿਆ ਸੀ। ਹੁਕਮੀ ਭਾਂਡੇ ਸਾਜਿਆ, ਆਪਣੇ ਹੁਕਮ ਵਿੱਚ ਆਪਣੀ ਨਿਜ ਇੱਛਾ ਅਨੁਸਾਰ ਹੀ ਤੁਸੀਂ ਸਾਰੇ ਸਰੀਰਾਂ ਰੂਪੀ ਭਾਂਡਿਆਂ ਨੂੰ ਸਾਜਿਆ ਹੈ। ਤੂੰ ਆਪੇ ਭੰਨ ਸਵਾਰ ਜੀਓ, ਤੁਸੀਂ ਆਪ ਹੀ ਭੰਨਣ ਵਾਲੇ ਅਤੇ ਆਪ ਹੀ ਸਵਾਰਨ ਵਾਲੇ ਹੋ। ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨ੍ਹਾਂ ਵਿਅਕਤੀਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਆਪਣਾ ਚਿੱਤ ਲਾਇਆ, ਜੋੜਿਆ ਹੈ, ਤਿਨ ਦੂਜਾ ਭਾਵ ਚੁਕਾਇਆ। ਉਹਨਾਂ ਨੇ ਦੁਐਤ ਭਾਵ ਸੰਸਾਰ ਦਾ ਮੋਹ ਦੂਰ ਕਰ ਲਿਆ। ਨਿਰਮਲ ਜੋਤ ਤਿੰਨ ਪ੍ਰਾਣੀਆਂ ਹੋਏ, ਚੱਲੇ ਜਨਮ ਸਵਾਰ ਜੀਓ। ਉਹਨਾਂ ਨੂੰ ਨਿਰਮਲ ਜੋਤ, ਉਜਲ ਜੋਤ ਗਿਆਨ ਦੀ, ਉਹਨਾਂ ਪ੍ਰਾਣਾਧਾਰੀ ਜੀਆਂ ਨੂੰ ਗਿਆਨ ਦੀ ਨਿਰਮਲ ਜੋਤ ਪ੍ਰਾਪਤ ਹੋਈ ਹੈ। ਉਹ ਚੱਲੇ ਜਨਮ ਸਵਾਰ ਜੀ, ਮਨੁੱਖਾ ਜਨਮ ਸਵਾਰ ਕੇ ਇਸ ਦੁਨੀਆ ਤੋਂ ਗਏ। ਤੇਰੀਆਂ ਸਦਾ ਸਦਾ ਚੰਗਿਆਈਆਂ। ਸੋ ਹੋਏ ਵਾਹਿਗੁਰੂ ਜੀ, ਤੁਹਾਡੀਆਂ ਸਦਾ ਸਦਾ ਵਾਸਤੇ ਖੂਬੀਆਂ, ਗੁਣ, ਚੰਗਿਆਈਆਂ ਜੋ ਹਨ, ਮੈਂ ਰਾਤ ਦਹਿ ਵਡਿਆਈਆਂ। ਮੈਂ ਤੁਹਾਡੇ ਦਾਸ ਨੇ ਰਾਤ ਤੇ ਦਿਨੇ ਉਹਨਾਂ ਚੰਗਿਆਈਆਂ, ਖੂਬੀਆਂ ਅਤੇ ਗੁਣਾਂ ਨੂੰ ਵਡਿਆਇਆ ਹੈ। ਤੁਹਾਡੀਆਂ ਚੰਗਿਆਈਆਂ ਨੂੰ ਮੈਂ ਵਡਿਆਉਂਦਾ ਹਾਂ। ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਸਤਿਗੁਰੂ ਕਹਿੰਦੇ ਨੇ ਕਿ ਵਾਹਿਗੁਰੂ ਐਸਾ ਹੈ ਕਿ ਮੰਗਣ ਤੋਂ ਬਗੈਰ ਹੀ, ਅਣਮੰਗਿਆ ਹੀ ਦਾਨ ਬਖਸ਼ਿਸ਼ਾਂ ਦੇਣ ਵਾਲਾ ਹੈ। ਇਸ ਕਰਕੇ ਅਸੀਂ ਤਾਂ ਕਹਿੰਦੇ ਹਾਂ ਕਿ ਉਸ ਸੱਚ ਸਰੂਪ ਪਰਮਾਤਮਾ ਨੂੰ ਹੀ ਸੰਭਾਲੋ ਜੀ, ਭਾਵ ਯਾਦ ਕਰੋ। ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹੋ। ਉਹ ਤਾਂ ਮੰਗਣ ਤੋਂ ਬਗੈਰ ਹੀ ਦਾਨ ਬਖਸ਼ਦਾ ਹੈ। ਅਗਲਾ ਸ਼ਬਦ ਸ੍ਰੀ ਰਾਗ ਮਹੱਲਾ ਪੰਜਵਾ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਪੈ ਪਾਏ ਮਨਾਈ ਸੋਏ ਜੀਓ। ਪੈਰੀਂ ਪੈ ਕੇ ਮੈਂ ਤਿਸ ਪਰਮਾਤਮਾ ਨੂੰ ਮਨਾਉਣਾ ਤੋਂ ਭਾਵ ਪ੍ਰਸੰਨ ਕਰਨ ਦਾ ਯਤਨ ਕਰਦਾ। ਸਤਿਗੁਰ ਪੁਰਖ ਮਿਲਾਇਆ, ਸੱਚੇ ਗੁਰਾਂ ਨੇ, ਪੁਰਖ ਜੋ ਪੂਰਨ ਹਨ, ਉਹਨਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾਇਆ ਹੈ। ਤਿਸ ਜੀਵ ਨਾ ਕੋਏ ਜੀਓ, ਅਤੇ ਜੋ ਵਾਹਿਗੁਰੂ ਮਿਲਾਇਆ ਤਿਸ ਪਰਮਾਤਮਾ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਰਹਾਓ। ਗੋਸਾਈ ਮਹਿੰਡਾ ਇਠੜਾ, ਅਸੀਂ ਬੋਲਦੇ ਹਾਂ ਸਾਡਾ, ਅਤੇ ਝੰਗ ਅਤੇ ਲੰਮੇ ਦੇਸ਼ ਵਿੱਚ ਇਹ ਮਹਿੰਡਾ ਬੋਲਦੇ ਨੇ, ਮਹਿੰਡਾ, ਮਹਿੰਡਾ। ਸੋ ਇਹ ਮੁਲਤਾਨ ਦੇ ਲਾਗੇ ਜਿਹੜਾ ਇਲਾਕਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਲੰਮਾ ਦੇਸ਼, ਅਤੇ ਕੁਛ ਨੇੜੇ ਝੰਗ ਉੱਥੇ ਇਸ ਤਰ੍ਹਾਂ ਬੋਲਦੇ ਨੇ। ਗੋ ਧਰਤੀ ਦਾ ਸਾਈਂ, ਸਾਰੀ ਸ੍ਰਿਸ਼ਟੀ ਦਾ ਮਤਲਬ ਮਾਲਕ ਵਾਹਿਗੁਰੂ। ਮਹਿੰਡਾ ਇਠੜਾ, ਉਹ ਮੇਰਾ ਇਠੜਾ ਬਹੁਤ ਪਿਆਰਾ ਹੈ। ਅੰਮ ਅੱਬੇ ਥਾ ਵੋ ਮਿੱਠੜਾ। ਅੰਮ ਅੰਮਾ ਮੁਸਲਮਾਨ ਫਾਰਸੀ ਭਾਸ਼ਾ 'ਚ ਮਾਂ ਨੂੰ ਅੰਮਾ ਕਿਹਾ ਜਾਂਦਾ, ਅਤੇ ਪਿਓ ਨੂੰ ਅੱਬੂ ਜਾਂ ਅੱਬਾ ਬੋਲਿਆ ਜਾਂਦਾ ਹੈ। ਅੰਮ ਅੰਮਾ ਮਾਤਾ ਅਤੇ ਅੱਬੇ ਬਾਪੂ, ਪਿਤਾ ਨਾਲੋਂ ਵੀ ਥਾਂ ਨਾਲੋਂ ਮਿੱਠੜਾ, ਮਿੱਠਾ ਹੈ ਵਾਹਿਗੁਰੂ। ਭੈਣ ਭਾਵ ਚੰਗਾ ਲੱਗਦਾ ਸਾਨੂੰ, ਬਹੁਤਾ ਦਿਆਲੂ ਕਿਰਪਾਲੂ ਹੈ। ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਏ ਜੀਓ। ਭੈਣਾਂ ਸਕੀਆਂ, ਭਰਾ ਸਕੇ, ਅਤੇ ਸਭ ਜਿੰਨੇ ਰਿਸ਼ਤੇਦਾਰ ਸੰਬੰਧੀ ਅਤੇ ਸੱਜਣ ਹਨ, ਸਾਰੇ ਸੱਜਣਾਂ ਵਿੱਚੋਂ ਤੁਧ ਜਿਹਾ ਨਾਹੀ ਕੋਏ ਜੀਓ। ਹੈ ਵਾਹਿਗੁਰੂ ਜੀ, ਤੁਹਾਡੇ ਵਰਗਾ ਕੋਈ ਵੀ ਨਹੀਂ ਹੈ। ਤੇਰਾ ਹੁਕਮੇ ਸਾਹਮਣੇ ਆਇਆ, ਬਖਸ਼ਿਸ਼ਾਂ ਗਿਣ ਰਹੇ ਨੇ ਤੇਰੇ ਹੁਕਮ, ਤੇਰੀ ਰਜ਼ਾ ਵਿੱਚ। ਸੱਚੇ ਪਾਤਸ਼ਾਹ ਸਾਉਣ ਦਾ ਮਹੀਨਾ ਆਇਆ, ਜਿਵੇਂ ਸਾਉਣ ਦਾ ਮਹੀਨਾ ਬਹਾਰ ਰੁੱਤ ਬੜੀ ਚੰਗੀ ਲੱਗਦੀ ਹੈ ਸਭ ਨੂੰ, ਖੁਸ਼ੀ ਖੇੜੇ ਵਾਲੀ, ਧਰਤੀ ਵੀ ਸਾਰੀ ਸਰਸਬਜ਼ ਹੋ ਜਾਂਦੀ ਹੈ। ਤੇਰੇ ਹੁਕਮੇ ਸਾਵਣ ਆਇਆ, ਗੁਰੂ ਰੂਪ ਬੱਦਲ ਹੋ ਕੇ ਆਏ ਵਰਨ ਵਾਸਤੇ। ਸਾਉਣ ਦੇ ਮਹੀਨੇ 'ਚ ਮੀਂਹ ਬੜੇ ਪੈਂਦੇ ਨੇ, ਭਾਵ ਇਹ ਗੁਰੂ ਦੇ ਮਿਲਾਪ ਵਾਲਾ ਸਮਾਂ ਆਇਆ ਸਾਡੇ ਲਈ। ਮੈਂ ਸਤ ਕਾ ਹਲ ਜੋ ਆਇਆ, ਅਤੇ ਸੱਚੇ ਪਾਤਸ਼ਾਹ ਜੀ, ਮੈਂ ਸਤ ਉੱਚਾ ਆਚਰਣ ਰੂਪੀ ਹਲ ਜਿਹੜਾ ਸੀ, ਉਹ ਮੈਂ ਜੋਇਆ ਆਪਣੀ ਸਰੀਰ ਰੂਪੀ ਧਰਤੀ ਦੇ ਅੰਦਰ। ਨਾਉ ਬੀਜਣ ਲੱਗਾ ਆਸ ਕਰ ਹਰ ਬੋਲ ਬਖਸ਼ ਜਮਾਏ ਜੀਓ। ਇਸ ਆਪਣੇ ਹਿਰਦੇ ਰੂਪੀ ਖੇਤ ਦੇ ਅੰਦਰ ਮੈਂ ਇਸ ਆਸ ਨੂੰ ਧਾਰਨ ਕਰਕੇ ਤੇਰੇ ਨਾਮ ਦਾ ਬੀਜ ਬੀਜਣ ਲੱਗਾ। ਇਹ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਇਸ ਬੀਜ ਨੂੰ ਜਮਾ ਕੇ, ਉਗਾ ਕੇ, ਅਤੇ ਬੋਲ ਬਖਸ਼ਿਸ਼ ਰੂਪੀ ਬੋਲ ਮੈਨੂੰ ਬਖਸ਼ੇਗਾ। ਹਰੀ ਪਰਮਾਤਮਾ ਬਖਸ਼ਿਸ਼ ਦਾ ਬੋਲ ਦੇਵੇਗਾ ਮੈਨੂੰ, ਭਾਵ ਵਾਹਿਗੁਰੂ ਦੀ ਬਖਸ਼ਿਸ਼ ਮੇਰੇ 'ਤੇ ਹੋ ਜਾਏਗੀ। ਹਾਂ ਗੁਰਮਿਲ ਇੱਕ ਪਛਾਣਦਾ, ਮੈਂ ਆਪਣੇ ਗੁਰੂ ਨੂੰ ਮਿਲ ਕੇ ਇੱਕ ਵਾਹਿਗੁਰੂ ਨੂੰ ਪਛਾਣਦਾ ਹਾਂ, ਸਾਰੀ ਕੁਦਰਤ ਵਿੱਚ ਵਸਿਆ ਹੋਇਆ।
ਦੁਇਆ ਕਾਗਲ ਚਿੱਤ ਨਾ ਜਾਣਦਾ। ਦੂਜਾ ਜਿਹੜਾ ਕਾਗਜ਼ ਹੈ ਨਾ, ਭਾਵ ਹੋਰ ਜਿਹੜਾ ਲੇਖਾ ਜੋਖਾ ਲਿਖਿਆ ਹੁੰਦਾ ਕਾਗਜ਼ਾਂ 'ਤੇ, ਆਪਣੇ ਚਿੱਤ ਵਿੱਚ ਹੋਰ ਨਹੀਂ ਮੈਂ ਕੁਛ ਜਾਣਦਾ। ਹਰ ਇੱਕ ਤੈ ਕਾਰੈ ਲਾਇਓਨ, ਇੱਕੋ ਹਰੀ ਪਰਮਾਤਮਾ ਦੀ ਕਾਰ ਵਿੱਚ ਮੈਨੂੰ ਲਾਇਆ ਮੇਰੇ ਸਤਿਗੁਰੂ ਨੇ। ਜਿਉਂ ਭਾਵੈ ਤਿਵੈ ਨਿਭਾਹੇ ਜੀ। ਹੁਣ ਮਹਾਰਾਜ ਜਿਵੇਂ ਤੁਹਾਨੂੰ ਭਾਉਂਦਾ ਉਸੇ ਤਰ੍ਹਾਂ ਨਿਭਾ ਲਿਓ, ਭਾਵ ਸਿਰੇ ਚਾੜ੍ਹ ਲਿਓ ਮੇਰਾ ਇਹ ਕਰਮ। ਤੁਸੀਂ ਭੋਗਿਓ ਪੁੰਚੋ ਭਾਈ ਹੋ। ਸਤਿਗੁਰੂ ਜੀ ਕਹਿ ਰਹੇ ਨੇ ਗੁਰਸਿੱਖਾਂ ਨੂੰ, ਕਿਆ ਗੁਰਸਿੱਖ ਭਾਈਓ ਤੁਸੀਂ ਵੀ ਭੋਗਿਓ ਇਸ ਆਨੰਦ ਨੂੰ। ਪੁੰਚੋ ਪਚਾਇਓ, ਅਤੇ ਪੁੰਚ ਦਾ ਅਰਥ ਹੈ ਵਰਤਾਉਣਾ, ਅੱਗੇ ਵੰਡੋ। ਗੁਰ ਦੀਵਾਨ ਕਵਾਏ ਪਹਿਨਾਈਓ। ਸਾਨੂੰ ਤਾਂ ਸਤਿਗੁਰੂ ਮਹਾਰਾਜ ਨੇ ਆਪਣੇ ਦਰ ਤੋਂ ਕਵਾਏ ਪੁਸ਼ਾਕ ਪਹਿਨਾ ਦਿੱਤੀ ਹੈ ਬਖਸ਼ਿਸ਼ ਦੀ। ਵਾਹਿਗੁਰੂ ਦੇ ਦੀਵਾਨ ਦਰਬਾਰ 'ਚੋਂ ਸਾਨੂੰ ਕਵਾਏ ਸਰੋਪੋ ਸੁੰਦਰ ਪੁਸ਼ਾਕ, ਬਖਸ਼ਿਸ਼ ਦੀ ਪੁਸ਼ਾਕ ਪਹਿਨਾ ਦਿੱਤੀ ਹੈ। ਹੋਵਾ ਮਾਹਰ ਪਿੰਡ ਦਾ, ਮੈਂ ਹੁਣ ਪਿੰਡ ਦਾ ਮਾਰੂ ਜਾਣਕਾਰ ਹੋ ਗਿਆ ਹਾਂ। ਅਤੇ ਮਾਹਰ ਦਾ ਅਰਥ ਕੀਤਾ ਚੌਧਰੀ, ਸਾਰੇ ਪਿੰਡ ਦਾ ਗਿਆਨ ਰੱਖਣ ਵਾਲਾ ਮੁਖੀਆ। ਪਿੰਡ ਕੀ ਹੈ? ਸਾਡਾ ਸਰੀਰ। ਜਿਹੜੇ ਬਾਹਰੀ ਤੌਰ 'ਤੇ ਪੰਚ ਸਰਪੰਚ ਬਣਨ ਦੀ ਲਾਲਸਾ ਨਾ, ਉਹਨੂੰ ਮਹਾਰਾਜ ਖੰਡਨ ਕਰ ਰਹੇ ਨੇ। ਕਹਿੰਦੇ ਆਪਣੇ ਪਿੰਡ ਸਰੀਰ ਵੱਲ ਵੇਖੋ ਵੀ ਇਹਦੇ 'ਚ ਕੀ ਕੁਝ ਵਸਿਆ ਆ। ਮੈਂ ਆਪਣੇ ਪਿੰਡ ਸਰੀਰ ਦਾ ਮਾਰੂ ਹੋ ਗਿਆ, ਗਿਆਨਵਾਨ ਹੋ ਗਿਆ ਹਾਂ, ਮਾਹਰ ਹੋ ਗਿਆ, ਜਾਣਕਾਰ ਬਣ ਗਿਆ, ਮੁਖੀ ਬਣ ਗਿਆ ਹਾਂ। ਅਤੇ ਬੰਨ ਆਂਦੇ ਪੰਜ ਸ਼ਰੀਕ ਜੀਓ। ਪੰਜ ਸ਼ਰੀਕ ਵੈਰੀ ਮੇਰੇ ਨਾਲ ਜਿਹੜਾ ਸ਼ਰੀਕਾ ਕਰਨ ਵਾਲੇ ਸੀ ਨਾ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਉਹ ਬੰਨ੍ਹ ਕੇ ਲੈ ਆਂਦੇ, ਅਧੀਨ ਕਰ ਲਏ ਹਨ। ਹਉ ਆਇਆ ਸਮ ਮੈਂ ਤੇ ਹੰਡੀਆ। ਹੇ ਵਾਹਿਗੁਰੂ, ਸਾਮ ਹੁੰਦੀ ਹੈ ਸ਼ਰਨ। ਹੇ ਵਾਹਿਗੁਰੂ ਜੀ ਮੈਂ ਤੁਹਾਡੀ ਸ਼ਰਨ 'ਚ ਆਇਆ ਹਾਂ। ਪੰਜ ਕਿਰਸਾਨ ਮੁਜੇਰੇ ਮਹਿੰਡਿਆ। ਜਿਹੜੇ ਪੰਜ ਕਿਰਸਾਨ ਸੀ ਨਾ, ਪੰਜੇ ਗਿਆਨ ਅੰਦਰੇ ਸੁਤੰਤਰ ਹੋ ਕੇ ਆਪਣੀ ਮਨਮਰਜ਼ੀ ਨਾਲ ਵਿਚਰਦੇ, ਕਿਰਸਾਨੀ ਕਰਦੇ ਸੀ। ਇਹ ਹੁਣ ਮੁਜੇਰੇ ਬਣ ਗਏ, ਮੇਰੇ ਮੁਜ਼ਾਰੇ ਬਣ ਗਏ। ਮਹਿੰਡਿਆ ਮੇਰੇ ਮੁਜ਼ਾਰੇ ਬਣ ਗਏ, ਮੇਰੇ ਅਧੀਨ ਹੋ ਗਏ ਹਨ। ਇੰਦਰੇ ਵੀ ਅਧੀਨ ਹੋ ਗਏ ਆ, ਪੰਜੇ ਵਕਾਰ ਵੀ ਅਧੀਨ ਹੋ ਗਏ। ਕੰਨ ਕੋਈ ਕੱਢ ਨਾ ਹੰਗਈ। ਹੁਣ ਮੇਰੇ ਸਾਹਮਣੇ ਕੋਈ ਕੰਨਾ ਨਹੀਂ ਕੱਢ ਸਕਦਾ। ਹੰਗਈ ਦਾ ਮਤਲਬ ਸਕਣਾ। ਕੰਨ ਕੋਈ ਕੱਢ ਨਾ ਹੰਗਈ ਮਤਲਬ ਉੱਚਾ ਸਿਰ ਨਹੀਂ ਕੋਈ ਚੁੱਕ ਸਕਦਾ, ਕੋਈ ਉੱਚੇ ਮੋਢੇ ਨਹੀਂ ਕਰ ਸਕਦਾ ਹੁਣ ਮੇਰੇ ਸਾਹਮਣੇ। ਨਾਨਕ ਵੁੱਠਾ ਘੁੱਗ ਗਰਾਉ ਜੀਓ। ਘੁੱਗ ਮੈਨੇ ਘੁੱਗ ਵਸਦਾ, ਬਹੁਤੀ ਗਿਣਤੀ ਜਿਹੜਾ ਵਸਦਾ ਪਿੰਡ ਉਹਨੂੰ ਕਹਿੰਦੇ ਘੁੱਗ ਵਸਦਾ ਪਿੰਡ ਹੈ, ਬਹੁਤ ਜ਼ਿਆਦਾ ਵਸੋਂ ਹੈ। ਨਾਨਕ ਵੁੱਠਾ ਵਸ ਗਿਆ, ਘੁੱਗ ਸੰਘਣੀ ਆਬਾਦੀ ਵਾਲਾ ਗਰਾਉ ਨਗਰ ਵਸ ਗਿਆ ਹੁਣ ਮੇਰਾ। ਭਾਵ ਸਾਰੇ ਸ਼ੁਭ ਗੁਣਾ ਰੂਪੀ ਵਸੇਬਾ ਇਹਦੇ 'ਚ ਹੋ ਗਿਆ। ਹੁਣ ਵਾਰੀ ਘੁੰਮਾਂ ਜਾਵਦਾ, ਮੈਂ ਵਾਰ ਨੇ ਫੇਰ ਨੇ ਆਪਣੇ ਆਪ ਨੂੰ ਘੁਮਾਉਂਦਾ ਹਾਂ, ਕੁਰਬਾਨ ਕਰਦਾ ਤੁਹਾਡੇ ਤੋਂ ਜੀ। ਇੱਕ ਸਾਹਾ ਤੁਧ ਧਿਆਇਂਦਾ। ਇੱਕ ਸਾਹ ਮਤਲਬ ਜਿਵੇਂ ਬੱਚੇ ਰੋਂਦੇ, ਇੱਕ ਸਾਹ ਲੈ ਕੇ ਦੁਬਾਰਾ ਸਾਹ ਨਹੀਂ ਲੈਂਦੇ ਕਿੰਨਾ ਚਿਰ, ਲਗਾਤਾਰ। ਅਤੇ ਦੂਜਾ ਅਰਥ ਹੈ ਇੱਕ ਸਾਹਾ ਤੁਧ ਧਿਆਇਂਦਾ। ਹੈ ਵਾਹਿਗੁਰੂ ਜੀ ਇੱਕੋ ਇੱਕ ਤੈਨੂੰ ਆਪਣੇ ਸ਼ਾਹੂਕਾਰ ਮਾਲਕ ਨੂੰ ਮੈਂ ਧਿਆਉਣਾ ਹਾਂ। ਉੱਜੜ ਥੇ ਹੋ ਵਸਾਇਓ ਹੋ ਤੁਧ ਵਿਟੋਂ ਕੁਰਬਾਨ ਜੀ। ਇੱਥੇ ਉੱਜੜ ਪਾਠ ਨਹੀਂ ਕਰਨਾ, ਫਿਰ ਝੱਜਾ ਬੋਲਿਆ ਜਾਏਗਾ ਸਲੋ। ਉੱਜੜ, ਉਜੜਿਆ ਹੋਇਆ ਜਿਹੜਾ ਨਗਰ ਹੋਵੇ, ਢਹਿ ਗਿਆ ਹੋਵੇ, ਉਹਨੂੰ ਕਹਿੰਦੇ ਉਜੜਿਆ ਥੇ ਹੈ। ਸੋ ਇਸ ਪ੍ਰਕਾਰ ਜਿਵੇਂ ਸਤਿਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਗੋਇੰਦਵਾਲ ਨਗਰ ਵਸਾਇਆ, ਇਹ ਥਾਂ ਉਜੜਿਆ ਹੋਇਆ ਸੀ। ਅਤੇ ਇਸੇ ਤਰ੍ਹਾਂ ਜਿਵੇਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਜਿਹੜਾ ਰਾਮਪੁਰ ਖੇੜਾ ਸਥਾਨ ਵਸਾਇਆ, ਇਹ ਉਜੜਿਆ ਹੋਇਆ ਸੀ। ਲੋਕਾਂ ਦਾ ਖਿਆਲ ਸੀ ਇੱਥੇ ਭੂਤ ਪ੍ਰੇਤ ਵੱਸਦੇ ਨੇ, ਦਿਨ ਵੇਲੇ ਵੀ ਸ਼ਾਮਾਂ ਨੂੰ ਉੱਥੋਂ ਲੰਘਦਾ ਨਹੀਂ ਸੀ। ਸੋ ਇਸ ਪ੍ਰਕਾਰ ਮਹਾਰਾਜ ਜੀ ਉਜੜਿਆ ਹੋਇਆ ਥੇ ਜਿਹੜਾ ਸੀ ਉਹ ਵਸਾਤਾ ਤੁਸੀਂ। ਹੁਣ ਤੁਧ ਵਿਟੋਂ ਕੁਰਬਾਨ ਜੀ। ਭਾਵ ਮੇਰੇ ਹਿਰਦੇ 'ਚ ਪਹਿਲਾਂ ਔਗਣ ਹੀ ਔਗਣ ਸਨ, ਸਾਰੇ ਸ਼ੁਭ ਗੁਣ ਭੱਜ ਗਏ ਸੀ, ਉਜੜ ਗਿਆ ਸੀ ਇਹ ਨਗਰ, ਇਹ ਕਾਇਆ, ਅਤੇ ਤੁਸੀਂ ਵਸਾਤਾ ਸ਼ੁਭ ਗੁਣਾਂ ਨਾਲ। ਹੁਣ ਤੁਹਾਡੇ ਤੋਂ ਕੁਰਬਾਨ। ਇਹ ਆਪਣੇ ਆਪ 'ਤੇ ਘਟਾ ਕੇ ਸਤਿਗੁਰੂ ਸਾਡੀ ਅਵਸਥਾ ਦੱਸ ਰਹੇ ਨੇ। ਇੱਕ ਜਗਿਆਸੂ ਦੀ ਜਿਹੜਾ ਮਾਰਗ 'ਤੇ ਚੱਲਿਆ ਹੋਇਆ ਅਤੇ ਜਿਹਨੇ ਪ੍ਰਾਪਤੀ ਕੀਤੀ, ਬਖਸ਼ਿਸ਼ ਹਾਸਲ ਕੀਤੀ। ਹਰ ਇੱਠੈ ਨਿਤ ਧਿਆਇਂਦਾ। ਹਰੀ ਪਰਮਾਤਮਾ ਜੋ ਇੱਠ ਪਿਆਰਾ ਹੈ, ਉਹਨੂੰ ਮੈਂ ਨਿਤ ਹੀ ਧਿਆਉਂਦਾ ਹਾਂ। ਕਿਉਂ ਜੀ? ਮਨ ਚਿੰਦੀ ਸੋ ਫਲ ਪਾਏਂਦਾ। ਜੋ ਵੀ ਮਨ 'ਚ ਚਿੰਦੇ ਇੱਛਾ ਕੀਤਿਆ ਸੀ ਨਾ ਜਿਨ੍ਹਾਂ ਫਲਾਂ ਦੀ, ਉਹ ਫਲ ਮੈਂ ਪ੍ਰਾਪਤ ਕਰਦਾ ਹਾਂ। ਸਭੇ ਕਾਜ ਸਵਾਰਿਆਨ ਲਾਹੀਨ ਮਨ ਕੀ ਭੁੱਖ ਜੀਓ। ਮੇਰੇ ਸਾਰੇ ਕਾਰਜ ਸੰਸਾਰਕ, ਲੌਕਿਕ, ਵਿਹਾਰਕ ਅਤੇ ਪਰਮਾਰਥਕ ਸਾਰੇ ਕੰਮ ਸਵਾਰ ਦਿੱਤੇ ਹਨ, ਅਤੇ ਮਨ ਦੀਆਂ ਭੁੱਖਾਂ ਹੀ ਸਾਰੀਆਂ ਲਾਹ ਦਿੱਤੀਆਂ ਹਨ। ਮੈਂ ਛੱਡਿਆ ਸਭੋ ਧੰਦੜਾ, ਕਜੀਆ ਪੁਆੜਾ,
ਜਿਹੜਾ ਗਲ ਪਿਆ ਹੋਏ ਉਹਨੂੰ ਕਹਿੰਦੇ ਧੰਦਾ ਹੀ ਗਲ ਪਿਆ ਹੈ, ਸਿਆਪਾ ਹੀ ਗਲ ਪਿਆ ਹੋਇਆ, ਕਜੀਆ ਪਿਆ, ਉਹ ਸਾਰਾ ਜੰਜਾਲ ਜਿਹੜਾ ਸੀ ਮੈਂ ਛੱਡ ਦਿੱਤਾ। ਗੋਸਾਈ ਸੇਵੀ ਸੱਚੜਾ, ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਪਰਮਾਤਮਾ ਜੋ ਸੱਚ ਹੈ ਉਸ ਦਾ ਹੀ ਮੈਂ ਸਿਮਰਨ ਕਰਦਾ ਹਾਂ। ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ, ਨੌ ਨਿਧੀਆਂ ਜੋ ਬਖਸ਼ਣ ਵਾਲਾ ਹੈ, ਸਾਰੇ ਸ਼ੁਭ ਗੁਣਾਂ ਦਾ ਜੋ ਖਜ਼ਾਨਾ ਹੈ ਵਾਹਿਗੁਰੂ ਜੀ ਦਾ ਨਾਮ ਹਰੀ ਦਾ, ਮੈਂ ਪੱਲੇ ਛਿਕ, ਜਿਹਨੂੰ ਅਸੀਂ ਕਹਿੰਦੇ ਘੁੱਟ ਕੇ ਬੰਨ ਲਿਆ, ਇਹ ਬੋਲੀ ਹੈ ਲਹਿੰਦੇ ਦੀ, ਮੈਂ ਛਿਕ ਕੇ ਘੁੱਟ ਕੇ ਆਪਣੇ ਹਿਰਦੇ ਰੂਪੀ ਪੱਲੇ 'ਚ ਬੰਨ ਲਿਆ ਵਾਹਿਗੁਰੂ ਦਾ ਨਾਮ। ਮੈਂ ਸੁਖੀ ਹੂੰ ਸੁਖ ਪਾਇਆ, ਸਾਰੇ ਸੁੱਖਾਂ ਵਿੱਚੋਂ ਸ਼੍ਰੋਮਣੀ ਸੁਖ ਜਿਹੜਾ, ਸਾਰੇ ਸੁੱਖਾਂ ਦਾ ਸ਼੍ਰੋਮਣੀ ਸੁਖ ਆਤਮਿਕ ਸੁਖ ਮੈਂ ਪਾਇਆ ਹੈ। ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਆਪਣਾ ਉਪਦੇਸ਼ ਮੇਰੇ ਹਿਰਦੇ 'ਚ ਵਸਾ ਦਿੱਤਾ ਹੈ। ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜੀਓ, ਸਤਿਗੁਰੂ ਪੁਰਖ ਪੂਰਨ ਸਤਿਗੁਰਾਂ ਨੇ ਮੇਰੇ ਹਿਰਦੇ ਰੂਪੀ ਅੰਤਸ਼ਕਰਨ ਰੂਪੀ ਮੱਥੇ 'ਤੇ ਹੱਥ ਰੱਖ ਕੇ ਮੈਨੂੰ ਅਕਾਲ ਪੁਰਖ ਵਿਖਾ ਦਿੱਤਾ ਹੈ, ਵਾਹਿਗੁਰੂ ਦਾ ਗਿਆਨ ਬਖਸ਼ ਦਿੱਤਾ ਹੈ। ਮੈਂ ਬੱਧੀ ਸੱਚ ਧਰਮਸਾਲ ਹੈ, ਮੈਂ ਸੱਚੀ ਧਰਮਸ਼ਾਲਾ ਬਣ ਲਈ ਹੈ ਸਤ ਸੰਗਤ, ਗੁਰਸਿੱਖਾਂ ਲਹਿੰਦਾ ਭਾਲਕ ਹੈ, ਅਤੇ ਮੈਂ ਸੰਸਾਰ ਵਿੱਚੋਂ ਭਾਲ ਕੇ ਗੁਰਸਿੱਖਾਂ ਨੂੰ ਲੱਭਦਾ ਹਾਂ। ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵਨਵ ਲੱਗਾ ਪਾਏ ਜੀਓ, ਜਿਹੜਾ ਗੁਰਸਿੱਖ ਲੱਭ ਜਾਂਦਾ ਨਾ ਮੈਨੂੰ, ਮੈਂ ਉਹਦੇ ਪੈਰ ਧੋਂਦਾ ਹਾਂ, ਅਤੇ ਗਰਮੀ ਦੀ ਰੁੱਤ ਵਿੱਚ ਮੈਂ ਪੱਖਾ ਝੱਲਦਾ ਹਾਂ ਉਹਦੇ ਦੁਆਲੇ, ਅਤੇ ਝੁਕ ਝੁਕ ਕੇ ਉਹਦੇ ਪੈਰੀਂ ਚਰਨੀ ਲੱਗਦਾ ਹਾਂ। ਸੁਣ ਗੱਲਾਂ ਗੁਰ ਪਹਿ ਆਇਆ, ਸਤਿਗੁਰੂ ਦੀ ਮਹਿਮਾ ਦੀਆਂ ਗੱਲਾਂ ਸੁਣ ਕੇ ਮੈਂ ਸਤਿਗੁਰੂ ਦੇ ਪਾਸ ਆਇਆ ਹਾਂ। ਨਾਮਦਾਨ ਇਸ਼ਨਾਨ ਦੜਾਇਆ, ਮੈਨੂੰ ਸਤਿਗੁਰੂ ਜੀ ਨੇ ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਦਾਨ ਦੇਣਾ, ਅਤੇ ਰੋਜ਼ ਇਸ਼ਨਾਨ ਕਰਨਾ ਸਾਵਧਾਨਤਾ ਵਾਸਤੇ। ਇਸੇ ਤਰ੍ਹਾਂ ਨਾਮ ਜਪਣਾ ਅਤੇ ਨਾਮ ਦਾ ਅੱਗੇ ਦਾਨ ਪ੍ਰੇਰਨਾ ਦੇਣੀ ਲੋਕਾਂ ਨੂੰ ਨਾਮ ਜਪਣ ਦੀ। ਇਸ਼ਨਾਨ ਮਨ ਦਾ ਇਸ਼ਨਾਨ ਕਰਨਾ, ਮਨ ਨੂੰ ਸਾਫ਼ ਕਰਨਾ ਗੁਰੂ ਕੇ ਸ਼ਬਦ ਉਪਦੇਸ਼ ਰਾਹੀਂ, ਇਹ ਗੁਣ ਦ੍ਰਿੜ ਕਰਾਏ ਹਨ ਸਤਿਗੁਰੂ ਜੀ ਨੇ। ਸਭ ਮੁਕਤ ਹੋਆ ਸੈਂ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ, ਜਿਹੜੇ ਵੀ ਸਤਿਗੁਰੂ ਦੀ ਸ਼ਰਨ ਆਏ ਸੰਸਾਰ ਦੇ ਜੀਵ, ਉਹਨਾਂ ਨੂੰ ਸੱਚੀ ਭਗਤੀ ਰੂਪੀ ਬੇੜੀ 'ਤੇ ਚਾੜ ਕੇ ਉਹ ਸਾਰਾ ਹੀ ਸੰਸਾਰ ਸੱਚੇ ਪਾਤਸ਼ਾਹ ਨੇ ਮੁਕਤ ਕਰਤਾ। ਉਹ ਸਾਰਾ ਸੰਸਾਰ ਮੁਕਤ ਹੋ ਗਿਆ ਜੋ ਸਤਿਗੁਰੂ ਦੇ ਚਰਨੀ ਲੱਗਾ। ਸਤਿਗੁਰਾਂ ਨੇ ਨਾਮ ਦੀ ਸੱਚੀ ਬੇੜੀ, ਭਗਤੀ ਦੀ ਬੇੜੀ 'ਤੇ ਚਾੜ ਕੇ ਮੁਕਤ ਕਰਤਾ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਬਹੁਤੀ ਗਿਣਤੀ 'ਚ ਸ੍ਰਿਸ਼ਟੀ ਦੇ ਲੋਕ ਦਿਨੇ ਰਾਤ ਸੇਵਦੇ ਹਨ, ਤੇਰਾ ਨਾਮ ਜਪਦੇ ਹਨ ਵਾਹਿਗੁਰੂ ਜੀ ਦੇ। ਕੰਨ ਸੁਣੋ ਅਰਦਾਸ ਜੀਓ, ਤੁਸੀਂ ਕੰਨ ਦੇ ਕੇ ਉਹਨਾਂ ਦੀਆਂ ਅਰਦਾਸਾਂ ਸੁਣਦੇ ਹੋ। ਠੋਕ ਵਜਾਏ ਸਭ ਡਿੱਠੀਆਂ, ਠੂਕ ਵਜਾ ਕੇ ਮਤਲਬ ਚੰਗੀ ਤਰ੍ਹਾਂ ਖੜਕਾ ਕੇ, ਚੰਗੀ ਤਰ੍ਹਾਂ ਪਰਖ ਕੇ ਅਸੀਂ ਸਭ ਨੂੰ ਡਿੱਠੀਆਂ ਸਾਰੀਆਂ ਵੇਖ ਲਈਆਂ, ਸਾਰਿਆਂ ਨੂੰ ਵੇਖ ਲਿਆ। ਤੁਸ ਆਪੇ ਲੈਨ ਛੁਡਾਏ, ਜਿਹੜਾ ਵੀ ਛੁਡਾਇਆ ਛੁੱਟਿਆ, ਤੁਸੀਂ ਤੁੱਠ ਕੇ ਆਪ ਹੀ ਜਿਨ੍ਹਾਂ ਨੂੰ ਛੁਡਾਇਆ ਉਹ ਹੀ ਛੁੱਟੇ ਨੇ। ਬਾਕੀ ਸਭ ਥਾਵਾਂ ਅਸੀਂ ਠੋਕ ਵਜਾ ਕੇ ਵੇਖ ਲਈਆਂ, ਤੁਹਾਡੀ ਬਖਸ਼ਿਸ਼ ਤੋਂ ਬਗੈਰ ਕੋਈ ਨਹੀਂ ਛੁੱਟਦਾ। ਹੁਣ ਹੁਕਮ ਹੋਆ ਮਿਹਰਬਾਨ ਦਾ, ਮਿਹਰ ਕਰਨ ਦੀ ਜਿਹਨੂੰ ਆਦਤ ਪਈ ਹੋਈ ਆ, ਉਸ ਮਿਹਰਬਾਨ ਪਰਮਾਤਮਾ ਦਾ ਹੁਕਮ ਹੋਇਆ। ਪੈ ਕੋਏ ਨਾ ਕਿਸੇ ਰਝਾਣ ਦਾ, ਜ਼ੋਰ ਪਾ ਕੇ ਕੋਈ ਕਿਸੇ ਨੂੰ ਰਝਾਣ ਦਾ ਦਬਾਉਂਦਾ ਨਹੀਂ, ਭਾਵ ਕਿ ਦੁੱਖ ਨਹੀਂ ਦਿੰਦਾ। ਸਭ ਸੁਖਾਲੀ ਉੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ, ਸਾਰੀਆਂ ਜੀਵ ਰੂਪ ਇਸਤਰੀਆਂ ਸੁਖ ਦੇ ਸਹਿਤ ਉੱਠੀਆਂ ਵਸੀਆਂ ਹਨ। ਇਹ ਅੰਦਰ ਉਹਨਾਂ ਦੇ ਹਲੇਮੀ ਰਾਜ ਪ੍ਰਗਟ ਹੋ ਗਿਆ, ਨਿਮਰਤਾ ਦਾ ਰਾਜ। ਸੋ ਇਸ ਪ੍ਰਕਾਰ ਹੰਕਾਰ ਵਾਲਾ ਰਾਜ ਨਹੀਂ, ਇੱਕ ਹੁੰਦਾ ਹੰਕਾਰ ਕਰਕੇ ਲੋਕਾਂ ਨੂੰ ਦਬਾਉਣਾ। ਉਹਨਾਂ ਦੇ ਅੰਦਰ ਹਲੇਮੀ ਨਿਮਰਤਾ ਦਾ ਰਾਜ ਹੋ ਗਿਆ ਹੈ। ਝਿਮ ਝਿਮ ਅੰਮ੍ਰਿਤ ਵਰਸਦਾ, ਮੱਠੀ ਮੱਠੀ ਫੁਹਾਰ, ਥੋੜ੍ਹਾ ਥੋੜ੍ਹਾ। ਸੋ ਇਸ ਪ੍ਰਕਾਰ ਧੀਮੀ ਗਤੀ ਵਿੱਚ ਅੰਮ੍ਰਿਤ, ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਵਰਸਦਾ ਹਿਰਦੇ 'ਚ। ਬੁਲਾਇਆ ਬੋਲੀ ਖਸਮ ਦਾ, ਮੈਂ ਜੋ ਕੁਛ ਵੀ ਬੋਲਦਾ ਹਾਂ ਖਸਮ ਦਾ ਬੁਲਾਇਆ ਹੋਇਆ ਬੋਲਦਾ ਹਾਂ। ਬਹੁ ਮਾਣ ਕੀਆ ਤੁਧ ਊਪਰੇ, ਇਹ ਵਾਹਿਗੁਰੂ ਮੈਂ ਤੇਰੇ 'ਤੇ ਬਹੁਤ ਵੱਡਾ ਮਾਣ ਕੀਤਾ। ਤੂੰ ਆਪੇ ਪਾਏ ਹੈ ਥਾਂ ਜਿਉ, ਮੈਂ ਤੇਰੇ ਚਰਨੀ ਲੱਗਾ ਰਹਿਣਾ ਅਤੇ ਤੂੰ ਆਪ ਹੀ ਥਾਂ ਪਾਉਣ ਵਾਲਾ ਸਾਡੀ ਘਾਲ ਨੂੰ। ਸੋ ਇਸ ਪ੍ਰਕਾਰ ਕਬੂਲ ਕਰਨ ਵਾਲਾ ਹੈ। ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ, ਜੋ ਤੁਹਾਡੇ ਭਗਤ ਹਨ ਉਹਨਾਂ ਨੂੰ ਹਮੇਸ਼ਾ ਤੁਹਾਡੇ ਦਰਸ਼ਨਾਂ ਦੀ, ਤੁਹਾਡੇ ਨਾਮ ਦੀ ਹੀ ਭੁੱਖ ਰਹਿੰਦੀ ਹੈ। ਹਰ ਲੋਚਾ ਪੂਰਨ ਮੇਰੀ ਆ, ਅਤੇ ਹੇ ਵਾਹਿਗੁਰੂ ਜੀ ਤੁਸੀਂ ਮੇਰੀਆਂ ਲੋਚਾ ਇੱਛਾ ਪੂਰੀਆਂ ਕਰਨ ਵਾਲੇ ਹੋ। ਦੇਹੋ ਦਰਸ ਸੁਖ ਦਾਤਿਆ, ਹੇ ਸੁੱਖਾਂ ਦੇ ਦਾਤੇ ਵਾਹਿਗੁਰੂ ਜੀ ਆਪਣਾ ਦਰਸ਼ਨ ਬਖਸ਼ੋ। ਮੈਂ ਗਲ ਵਿੱਚ ਲੈ ਹੋ ਮਿਲਾ ਜੀਓ,
ਮੈਨੂੰ ਜੱਫੀ ਪਾ ਕੇ ਗਲ ਵਿੱਚ ਸੱਚੇ ਪਾਤਸ਼ਾਹ ਮਿਲਾ ਲਓ। ਤੁਧ ਜੀਵੜ ਅਵਰ ਨਾ ਭਾਲਿਆ। ਮੈਂ ਸਾਰਾ ਸੰਸਾਰ ਭਾਲ ਕੇ ਵੇਖਿਆ, ਸੰਸਾਰ ਵਿੱਚੋਂ ਤੁਹਾਡੇ ਜਿੱਡਾ ਵੱਡਾ ਹੋਰ ਨਹੀਂ ਮੈਨੂੰ ਲੱਭਾ। ਤੂੰ ਦੀਪ ਲੋ ਪਿਆਲਿਆ। ਸੱਚੇ ਪਾਤਸ਼ਾਹ ਜਿਹੜੇ ਸੱਤੇ ਦੀਪ ਹਨ ਅਤੇ ਇਸੇ ਤਰ੍ਹਾਂ 14 ਲੋਕ ਹਨ, 7 ਪਤਾਲ ਹਨ, ਸਾਰਿਆਂ ਵਿੱਚ ਤੁਸੀਂ ਹੋ। ਪਿਆਲਿਆ ਜਿਹੜੇ ਨਿਮਰਤਾਵਾਨ ਹੋਏ ਨਾ, ਨੀਵੇਂ ਬਣ ਗਏ, ਉਹਨਾਂ ਨੂੰ ਸੱਚੇ ਪਾਤਸ਼ਾਹ ਦੀਵੇ ਦੀ ਨਿਆਏ ਤੁਸੀਂ ਲੋ ਪ੍ਰਕਾਸ਼ ਕਰਨ ਵਾਲੇ ਹੋ। ਇੰਝ ਵੀ ਅਰਥ ਕੀਤਾ ਜਾਣਿਆ। ਤੂੰ ਥਾਨ ਥਨੰਤਰ ਰਵ ਰਹਿਆ। ਸਾਰੇ ਅਸਥਾਨਾਂ ਵਿੱਚ ਅਤੇ ਉਹਨਾਂ ਅਸਥਾਨਾਂ ਦੇ ਅੰਦਰ ਜਿਹੜੇ ਵੱਸਦੇ ਨੇ, ਉਹਨਾਂ ਦੇ ਅੰਦਰ ਰਵ ਰਹਿਆ। ਤੂੰ ਅਭੇਦ ਹੋ ਰਿਹਾ, ਵਿਆਪਕ ਹੋ ਰਿਹਾ ਵਾਹਿਗੁਰੂ। ਨਾਨਕ ਭਗਤਾਂ ਸੱਚ ਆਧਾਰ ਜੀਓ। ਸਤਿਗੁਰੂ ਕਹਿੰਦੇ ਭਗਤਾਂ ਨੂੰ ਸੱਚ ਸਰੂਪ ਪਰਮਾਤਮਾ ਦਾ ਹੀ ਆਧਾਰ ਆਸਰਾ ਹੈ। ਵਾਹਿਗੁਰੂ ਜੀ, ਭਗਤਾਂ ਨੂੰ ਤੁਹਾਡਾ ਹੀ ਆਧਾਰ ਆਸਰਾ, ਕਿਉਂਕਿ ਤੁਸੀਂ ਹੀ ਸਦੀਵੀ ਹੋ, ਸਦਾ ਥਿਰ ਹੋ। ਵਾਹਿਗੁਰੂ ਜੀ, ਹਉ ਗੁਸਾਈ ਦਾ ਪਹਿਲਵਾਨੜਾ। ਸਤਿਗੁਰੂ ਦੱਸ ਰਹੇ ਨੇ ਵੀ ਮੈਂ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਇੱਕ ਛੋਟਾ ਜਿਹਾ ਪਹਿਲਵਾਨ ਹਾਂ। ਆਪਣੇ ਆਪ ਨੂੰ ਨਹੀਂ ਵਡਿਆਰੇ ਸਤਿਗੁਰੂ ਕਹਿੰਦੇ, ਅਕਾਲ ਪੁਰਖ ਦਾ ਹਾਂ ਮੈਂ, ਗੁਰਮਿਲ ਉੱਚ ਦਮਾਲੜਾ। ਅਤੇ ਜਦੋਂ ਕਿਤੇ ਛਿੰਝ ਪੈਂਦੀ ਹੈ, ਉੱਥੇ ਅਖਾੜੇ ਦੇ ਵਿੱਚ ਜਿਹੜਾ ਪਹਿਲਵਾਨ ਜਿੱਤ ਜਾਏ, ਦੂਜੇ ਨੂੰ ਢਾਹ ਲਏ ਤਗੜੇ ਪਹਿਲਵਾਨ ਨੂੰ, ਉਹਨੂੰ ਫਿਰ ਮਾਲੀ ਮਿਲਦੀ। ਅਤੇ ਉਹ ਮਾਲੀ ਜਾਂ ਸਰੋਪਾ ਸਿਰ 'ਤੇ ਰੱਖ ਕੇ ਆਪਣਾ ਪੱਗ ਦਾ ਤੁਰਲਾ ਕੱਢ ਕੇ ਫਿਰ ਉਹ ਅਖਾੜੇ ਵਿੱਚ ਫਿਰਦਾ ਸੀ, ਜਾਂ ਅੱਜ ਵੀ ਫਿਰਦਾ। ਲੋਕਾਂ ਨੂੰ ਪਤਾ ਲੱਗ ਜੇ ਇਹ ਹੁਣ ਮੁੱਖ ਪਹਿਲਵਾਨ ਹੈ, ਇਹਨੇ ਬਾਕੀਆਂ ਨੂੰ ਢਾਹ ਲਿਆ, ਜਿੱਤ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਕਹਿੰਦੇ ਨੇ, ਗੁਰੂ ਨੂੰ ਮਿਲ ਕੇ ਮੈਂ ਉੱਚੇ ਦਮਾਲੇ ਵਾਲਾ ਹੋ ਗਿਆ, ਮੇਰਾ ਦਸਤਾਰਾ ਉੱਚਾ ਹੋ ਗਿਆ, ਭਾਵ ਇੱਜ਼ਤ ਹੋ ਗਈ ਹੈ ਬਹੁਤ ਵੱਡੀ। ਸਭ ਹੋਈ ਛਿੰਝ ਇਕੱਠੀ ਆ। ਜਿੱਥੇ ਪਹਿਲਵਾਨਾਂ ਦੀ ਕੁਸ਼ਤੀ ਹੁੰਦੀ ਹੈ, ਉੱਥੇ ਲੋਕ ਜਿਹੜੇ ਇਕੱਠੇ ਹੁੰਦੇ ਨੇ, ਉਹਨੂੰ ਕਹਿੰਦੇ ਛਿੰਝ ਪਈ ਹੋਈ ਹੈ, ਛਿੰਝ ਇਕੱਠੀ ਹੋਈ ਹੈ। ਸਾਰੀ ਇਹ ਦੁਨੀਆ ਮਾਨੋ ਇੱਕ ਛਿੰਝ ਹੈ। ਸਾਰੇ ਲੋਕ ਜਿਹੜੇ ਇਸ ਦੁਨੀਆ 'ਤੇ ਆਏ ਨੇ, ਇਹ ਛਿੰਝ ਇਕੱਠੀ ਹੋਈ ਹੈ। ਦਈਓ ਬੈਠਾ ਵੇਖਿਆ ਆਪ ਜੀਓ। ਦਈਓ ਪ੍ਰੇਰਕ, ਅੰਦਰ ਵਸਦਾ ਪ੍ਰੇਰਕ ਪਰਮਾਤਮਾ। ਜਿਵੇਂ ਕਿਹਾ ਨਾ ਗੁਰੂ ਨਾਨਕ ਸਾਹਿਬ ਨੇ, ਬੈਠਾ ਵੇਖਿਆ ਵੱਖ ਇਕੇਲਾ, ਜਿਨ ਉਪਾਈ ਰੰਗ ਰਵਾਈ। ਬੈਠਾ ਵੇਖਿਆ ਵੱਖ ਇਕੇਲਾ। ਇਉਂ ਪਰਮਾਤਮਾ ਆਪ ਬੈਠਾ ਹੋਇਆ ਵੇਖ ਰਿਹਾ ਸਾਰੇ ਸੰਸਾਰ ਨੂੰ। ਵਾਤ ਵੱਜਣ ਟਮਕ ਭੇਰੀਆਂ। ਅਤੇ ਜਦੋਂ ਛਿੰਝ ਪੈਂਦੀ ਉੱਥੇ ਵਾਜੇ ਵੱਜਦੇ ਨੇ, ਨਗਾਰੇ ਢੋਲ ਖੜਕਦੇ ਨੇ। ਸੋ ਇਸ ਪ੍ਰਕਾਰ ਵੱਡੀਆਂ ਭੇਰੀਆਂ, ਛੋਟੀਆਂ ਟਮਕ, ਛੋਟੀਆਂ ਭੇਰੀਆਂ ਦਾ ਨਾਮ ਹੈ। ਬਾਤ ਮੂੰਹ ਨਾਲ ਵੱਜਣ ਵਾਲੇ ਵਾਜੇ ਇਹ ਵੱਜ ਰਹੇ ਨੇ। ਸੋ ਇਸ ਪ੍ਰਕਾਰ ਜਿਹੜਾ ਸਰਵਣ ਮੰਨਣ ਦਾ ਅਧਿਆਸਣ ਕਰਨਾ ਹੈ, ਇਹ ਵਾਜੇ ਵੱਜ ਰਹੇ ਨੇ। ਮਲ ਲੱਥੇ ਲੈਂਦੇ ਫੇਰੀਆਂ। ਸੋ ਇਸ ਪ੍ਰਕਾਰ ਸੰਸਾਰ 'ਤੇ ਜਿਹੜਾ ਰੌਲਾ ਰੱਪਾ ਵੀ ਕਹਿੰਦੇ ਮਨ ਨੂੰ ਢੋਲ ਢਮੱਕਾ ਵੱਜ ਰਿਹਾ। ਮਲ ਜਿਹੜੇ ਜੀਵ ਨੇ ਇਹ ਲੱਥੇ ਉਤਰੇ ਹੋਏ ਨੇ ਅਖਾੜੇ ਵਿੱਚ, ਫੇਰੀਆਂ ਲੈਂਦੇ ਪਏ ਨੇ। ਅਤੇ ਇੱਕ ਤਾਂ ਹੋਰ ਹੀ ਕਾਮ ਕ੍ਰੋਧ ਮਲੋਭ ਹੰਕਾਰ ਦੇ ਅਧੀਨ ਢਈ ਜਾਂਦੇ ਨੇ। ਇਹ ਪੁਹਾੜੀਆਂ ਪੁਹਾਈ ਜਾਂਦੇ ਨੇ ਬਾਕੀਆਂ ਦੀਆਂ। ਪਰ ਨਿਹਤੇ ਪੰਜ ਜਵਾਨ ਮੈਂ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰ ਥਾਪੀ ਦਿੱਤੀ ਕੰਡ ਜੀਓ। ਮੇਰੀ ਕੰਡ ਪਿੱਠ 'ਤੇ ਜਦੋਂ ਸਤਿਗੁਰੂ ਦਾ ਥਾਪੜਾ ਵੱਜਾ ਤਾਂ ਨਿਹਤੇ ਪੰਜ ਜਵਾਨ ਮੈਂ। ਨਿਹਤੇ ਨਵਾਲੇ ਨਰੜ ਲਏ ਪੰਜੇ ਜਵਾਨ। ਕਾਮ ਕ੍ਰੋਧ ਮਲੋਭ ਹੰਕਾਰ ਜਿਹੜੇ ਸਤਾਉਂਦੇ ਸੀ ਨਾ ਸਾਰੇ ਸੰਸਾਰ ਨੂੰ, ਵੱਡੇ ਪਹਿਲਵਾਨ ਜਿਨ੍ਹਾਂ ਪੁਹਾੜੀਆਂ ਪੁਹਾਈਆਂ ਹੋਈਆਂ ਸਾਰੇ ਸੰਸਾਰ ਦੀਆਂ, ਮੈਂ ਇਹ ਸਾਰੇ ਜਿੱਤ ਲਏ। ਕਾਮ ਜਿੱਤ ਲਿਆ ਹੈ ਵਸਤੂ ਵਿਚਾਰ ਦੁਆਰਾ। ਇਹ ਵਸਤੂ ਵਿਚਾਰ ਅੰਦਰ ਪੈਦਾ ਹੋਇਆ ਵੀ ਸਰੀਰ ਕੀ ਨੇ। ਹੱਡੀਆਂ ਦੇ ਪਿੰਜਰੇ ਵਿੱਚ ਨਾੜੀਆਂ, ਖੂਨ, ਮਿੱਝ, ਰੋਮ, ਥੁੱਕ, ਗੰਦਗੀ ਅਤੇ ਉੱਪਰ ਚਮੜੀ ਦਾ ਪੋਚਾ ਫਿਰਿਆ ਹੋਇਆ। ਇਸ ਤਰ੍ਹਾਂ ਕਾਮ ਵਾਸ਼ਨਾ ਨੂੰ ਜਿੱਤ ਲਿਆ। ਕ੍ਰੋਧ ਜਿੱਤ ਲਿਆ, ਸ਼ਾਂਤੀ ਅੰਦਰ ਪੈਦਾ ਹੋ ਗਈ ਸਿਮਰਨ ਦੁਆਰਾ। ਕ੍ਰੋਧ ਇੱਥੇ ਕੀ ਕਰੇਗਾ। ਔਰ ਇਸੇ ਤਰ੍ਹਾਂ ਮੋਹ ਨੂੰ ਜਿੱਤ ਲਿਆ ਵਿਵੇਕ ਦੁਆਰਾ। ਸੰਤੋਖ ਦੁਆਰਾ ਲੋਭ ਜਿੱਤਿਆ ਗਿਆ। ਨਿਮਰਤਾ ਗਰੀਬੀ ਅੰਦਰ ਇੰਨੀ ਆ ਗਈ, ਹੰਕਾਰ ਦਾ ਇੱਥੇ ਕੋਈ ਹੁਣ ਜ਼ੋਰ ਨਹੀਂ ਚੱਲਦਾ। ਇੰਨੇ ਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ। ਸੋ ਇਸ ਪ੍ਰਕਾਰ ਕਹਿੰਦੇ ਇਕੱਠੇ ਹੋ ਕੇ ਸਾਰੇ ਆਏ ਇਸ ਸੰਸਾਰ ਰੂਪੀ ਪਿੜ ਦੇ ਵਿੱਚ। ਘਰ ਜਾਸਨ ਵਾਟ ਵਟਾਇਆ। ਪਰ ਜਦੋਂ ਇਸ ਦੁਨੀਆ ਤੋਂ ਵਾਪਸ ਪਰਲੋਕ ਰੂਪੀ ਘਰ ਨੂੰ ਜਾਸਣ ਜਾਣਗੇ ਨਾ, ਉਦੋਂ ਵਾਟ ਵਟਾਇਆ, ਰਸਤੇ ਵਟਾਏ ਜਾਣਗੇ। ਇੱਕ ਰਸਤੇ 'ਤੇ ਸਾਰੇ ਨਹੀਂ ਜਾਣਗੇ। ਜਿਨ੍ਹਾਂ ਬੁਰੇ ਕਰਮ ਕੀਤੇ ਨੇ ਉਹ ਯਮਾਂ ਦੇ ਵੱਸ ਪੈਣਗੇ, ਟੇਢੀਆਂ ਜੂਨਾਂ ਦੇ ਵਿੱਚ ਪੈਣਗੇ। ਇਹ ਬਾਟ ਰਸਤਾ ਫੜ ਲੈਣਗੇ। ਅਤੇ ਗੁਰਮੁਖ ਲਾਹਾ ਲੈ ਗਏ। ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲੇ, ਜੀਵਨ ਬਤੀਤ ਕੀਤਾ, ਸ਼ੁਭ ਗੁਣ ਧਾਰਨ ਕੀਤੇ, ਬੰਦਗੀ ਕੀਤੀ, ਉਹ ਇਸ ਜੀਵਨ ਦਾ ਲਾਹਾ ਲਾਭ ਖੱਟ ਕੇ ਗਏ।
ਮਨਮੁਖ ਚੱਲੇ ਮੂਲ ਗਵਾਏ ਜੀਓ। ਤੇ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਸੀ, ਉਹ ਜਿਹੜੀ ਰਾਸ ਚੰਗੇ ਸੰਸਕਾਰਾਂ ਦੀ ਲੈ ਕੇ ਆਏ ਸੀ, ਉਹ ਵੀ ਗਵਾ ਗਏ। ਮਾੜੇ ਸੰਸਕਾਰਾਂ ਨੇ, ਬੁਰੇ ਸੰਸਕਾਰਾਂ ਨੇ ਚੰਗੇ ਸੰਸਕਾਰ ਵੀ ਖਤਮ ਕਰ ਦਿੱਤੇ। ਜਿਹੜੀ ਰਾਸ ਪੂੰਜੀ ਸਵਾਸਾਂ ਦੀ ਸੀ, ਜੀਵਨ ਮਿਲਿਆ ਸੀ, ਇਹ ਵਿਅਰਥ ਗਵਾ ਕੇ, ਮੂਲ ਨੂੰ ਵੀ ਗਵਾ ਕੇ ਮਨਮੁਖ ਇੱਥੋਂ ਗਏ। ਤੂੰ ਵਰਨਾ ਚਿਹਨਾ ਬਾਹਰਾ। ਹੁਣ ਵਾਹਿਗੁਰੂ ਦੇ ਸਨਮੁਖ ਕਹਿ ਰਹੇ ਨੇ ਕਿ ਹੇ ਵਾਹਿਗੁਰੂ, ਤੇਰਾ ਕੋਈ ਇੱਕ ਵਰਨ ਨਹੀਂ ਵੀ ਇਹ ਬਾਹਮਣ ਹੈ, ਖੱਤਰੀ, ਇਹ ਵੈਸ਼, ਸ਼ੂਦਰ ਹੈ। ਦੂਜਾ ਵਰਨ ਦਾ ਅਰਥ ਹੈ ਰੰਗ। ਤੂੰ ਰੰਗਾਂ ਤੋਂ ਵੀ ਬਾਹਰ ਆ। ਅਤੇ ਚਿੰਨ੍ਹ ਨਿਸ਼ਾਨੀਆਂ, ਜਿਵੇਂ ਸਰੀਰ 'ਤੇ ਸਾਡੇ ਰੇਖਾ ਆਦਿ ਹਨ ਕਈ ਕੁਛ, ਅਤੇ ਇਸ ਤਰ੍ਹਾਂ ਤੂੰ ਚਿੰਨ੍ਹਾਂ ਤੋਂ ਵੀ, ਨਿਸ਼ਾਨੀਆਂ ਤੋਂ ਵੀ ਬਾਹਰ ਹੀ ਆ। ਹਰ ਦਿਸਾ ਹੈ ਹਾਜ਼ਰ ਜਾਹਰਾ। ਹੇ ਹਰੀ ਜੀ, ਤੂੰ ਹਾਜ਼ਰ ਬਿਲਕੁਲ ਨੇੜੇ, ਅਤੇ ਜਾਹਰਾ ਪ੍ਰਗਟ, ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਸੋ ਜਾਹਰਾ ਪ੍ਰਗਟ ਰੂਪ 'ਚ ਹਾਜ਼ਰ ਦਿਸਦਾ ਸੱਚੇ ਪਾਤਸ਼ਾਹ। ਸੁਣ ਤੁਝੇ ਧਿਆਏ ਦੇ। ਸੁਣ ਕੇ ਸਤਿਗੁਰਾਂ ਦੇ ਉਪਦੇਸ਼ ਨੂੰ ਤੁਹਾਨੂੰ ਧਿਆਉਂਦੇ ਹਨ, ਸਿਮਰਦੇ ਹਨ ਤੇਰੇ ਭਗਤ ਰਤੇ ਗੁਣਤਾਸ ਜੋ। ਹੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ, ਤੁਹਾਡੇ ਭਗਤ ਤੁਹਾਡੇ ਪ੍ਰੇਮ ਰੰਗ ਵਿੱਚ ਰਤੇ ਹੋਏ ਤੁਹਾਨੂੰ ਧਿਆਉਂਦੇ ਨੇ। ਮੈਂ ਜੁਗ ਜੁਗ ਦਈਐ ਸੇਵੜੀ। ਸਤਿਗੁਰੂ ਇਸ ਸ਼ਬਦ ਦੀ ਅਖੀਰਲੀ ਪੌੜੀ ਜਾਂ ਪਦ ਸੰਪੂਰਨ ਇੱਥੇ ਕਰ ਰਹੇ ਨੇ ਸ਼ਬਦ, ਮੈਂ ਜੁਗ ਜੁਗ ਦਈਐ ਸੇਵੜੀ। ਹੇ ਵਾਹਿਗੁਰੂ ਜੀ, ਮੇਰੀ ਇੱਛਾ ਹੈ ਕਿ ਜੁਗਾਂ ਜੁਗਾਂ ਵਿੱਚ ਹੇ ਦਿਆਲੂ ਪ੍ਰਮਾਤਮਾ ਜੀ, ਹੇ ਪ੍ਰੇਰਕ ਵਾਹਿਗੁਰੂ ਜੀ, ਤੁਹਾਡੀ ਸੇਵਾ ਕਰਾਂ। ਤੁਹਾਡੀ ਜਿਹੜੀ ਸ਼ੋਭਨੀਕ ਸੇਵਾ ਭਗਤੀ ਹੈ ਨਾ, ਮੈਂ ਜੁਗਾਂ ਜੁਗਾਂ ਤੱਕ ਉਹ ਕਰਦਾ ਰਹਾਂ। ਅਤੇ ਫਿਰ ਸਵਾਲ ਉੱਠਦਾ ਵੀ ਕੀ ਮਹਾਰਾਜ ਅਜੇ ਮੁਕਤ ਨਹੀਂ ਹੋਏ? ਮਹਾਰਾਜ ਕਹਿੰਦੇ ਨਹੀਂ, ਗੁਰ ਕੱਟੀ ਮਹਿੰਡੀ ਜੇਵੜੀ। ਗੁਰੂ ਸਾਹਿਬ ਜੀ ਨੇ ਤਾਂ ਮੇਰੀ ਜੇਵੜੀ ਜਿਹੜੀ ਰੱਸੀ ਫਾਈ ਹੈ ਨਾ ਜਨਮਾਂ ਜਨਮਾਂਤਰਾਂ ਦੀ, ਤਾਂ ਕੱਟ ਦਿੱਤੀ ਹੈ। ਜਿਹੜਾ ਇੰਨਾ ਸਿਮਰਨ ਕਰਨ ਵਾਲਾ, ਉਹਦੇ ਗਲ ਫਾਈ ਨਹੀਂ ਰਹਿ ਜਾਂਦੀ। ਇਹ ਦੱਸ ਰਹੇ ਨੇ ਸਤਿਗੁਰੂ। ਹਉ ਬਾਹੁੜ ਛਿੰਝ ਨਾ ਨੱਚਾਊਂ, ਨਾਨਕ ਅਵਸਰ ਲੱਧਾ ਭਾਲ ਜੀਓ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ, ਮੈਂ ਬਾਹੁੜੋ ਦੁਬਾਰਾ ਫਿਰ ਇਹ ਸੰਸਾਰ ਦੀ ਛਿੰਝ ਵਿੱਚ ਆ ਕੇ ਨੱਚਣਾ ਨਹੀਂ, ਕੁਸ਼ਤੀ ਲੜਨ ਵਾਸਤੇ। ਵਕਾਰ ਜਿੱਤੇ ਹੋਏ ਨੇ, ਸਮਾਪਤ ਕਰ ਦਿੱਤੇ ਹੈ। ਨਾਨਕ ਅਵਸਰ ਲੱਧਾ ਭਾਲ ਜੀਓ। ਭਾਲ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਸ਼ਰਨ 'ਚ ਆਉਣ ਦਾ ਅਵਸਰ ਲੱਭ ਗਿਆ ਹੈ। ਅਵਸਰ ਮੈਨੇ ਮੌਕਾ, ਅਵਸਰ ਚੁੱਕਾ ਹੱਥ ਨਾਲ ਹੈ। ਭਾਈ ਗੁਰਦਾਸ ਨੇ ਮਤਲਬ ਪ੍ਰੇਰਨਾ ਹੈ ਕਿ ਸਾਨੂੰ ਮਨੁੱਖਾ ਜਨਮ ਜੋ ਮਿਲਿਆ, ਇਹਦੇ ਵਿੱਚ ਸਤਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਇਹ ਆਪਣੇ 'ਤੇ ਘਟਾ ਕੇ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ ਨੇ। ਨਾਨਕ ਅਵਸਰ ਲੱਧਾ ਭਾਲ ਜੀਓ। ਅਸੀਂ ਭਾਲ ਫਿਰ ਕੇ ਸਾਧਨ ਕਰ ਕਰਕੇ, ਜਾਂ ਅਸੀਂ ਸਾਰੇ ਜੀਆਂ ਨੇ ਸੰਸਾਰ ਵਿੱਚ ਕਈ ਜਨਮਾਂ ਜੂਨਾਂ 'ਚ ਆ ਕੇ ਹੁਣ ਇਹ ਅਵਸਰ ਸਾਨੂੰ ਮਿਲਿਆ ਮਨੁੱਖਾ ਜਨਮ, ਅਤੇ ਇਹਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਲੱਭ ਲਈਏ, ਸਤਿਗੁਰੂ ਦੀ ਸ਼ਰਨ ਗ੍ਰਹਿਣ ਕਰ ਲਈਏ, ਅਤੇ ਹੁਣ ਦੁਬਾਰਾ ਫਿਰ ਮੁੜ ਕੇ ਸੰਸਾਰ ਦੀ ਛਿੰਝ ਵਿੱਚ ਆ ਕੇ ਨੱਚਣਾ ਨਹੀਂ ਪਵੇਗਾ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ। ਇਹ ਬਖਸ਼ਿਸ਼ ਹੋਣੀ ਚਾਹੀਦੀ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।